जी वाहिगुरू जी का खालसा वाहिगुरू जी की फतेह। ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ, ਸਾਰੀਆਂ ਸੰਗਤਾਂ ਦਾ। ਤੁਸੀਂ ਦੂਰੋਂ ਨੇੜਿਓਂ ਆਏ ਅਤੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ ਦਾ ਜਿਹੜੇ ਹਾਲਾਤ ਹਨ ਸਾਧ ਸੰਗਤ ਜੀ ਬਹੁਤ ਮਾੜੇ ਲੱਗਦੇ ਹਨ। ਮੌਜੂਦਾ ਹਾਲਾਤ ਜਿਹੜੇ ਸਿੰਘ ਗੱਲ ਕਰਦੇ ਹਨ ਉਹਨਾਂ ਦਾ ਹੀ ਗਲਾ ਘੁੱਟਿਆ ਜਾ ਰਿਹਾ। ਆਪਾਂ ਭਾਈ ਅਵਤਾਰ ਸਿੰਘ ਖੰਡਾ ਜੀ ਦਾ ਦੁੱਖ ਚੋਂ ਨਿਕਲ ਰਹੇ ਸੀਗੇ, ਹਜੇ ਕਾਫੀ ਤਾਜ਼ਾ ਸੀ, ਸ਼ਾਇਦ ਮੰਡੇ ਸੀਗਾ, ਫਿਰ ਆਪਾਂ ਨੂੰ ਆਹ ਖਬਰਾਂ ਆ ਗਈਆਂ ਜਿਹੜੀਆਂ ਭਾਈ ਹਰਦੀਪ ਸਿੰਘ ਨਿੱਜਰ ਜੀ ਦੀਆਂ ਸਰੀ ਜੋ ਗੁਰਦੁਆਰਾ ਹੈ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ। ਸੋ ਬਹੁਤ ਆਪਾਂ ਵੀ ਕਈ ਵਾਰੀ ਕਹਿ ਦਿੰਦੇ ਹਾਂ ਕਿ ਇਹ ਜੀ ਡੈਥ ਇੱਦਾਂ ਹੀ ਹੋ ਗਈ ਉੱਦਾਂ ਹੀ ਹੋ ਗਈ। ਇਹ ਸਾਨੂੰ ਰੈਕਗਨਾਈਜ਼ ਕਰਨ ਦੀ ਲੋੜ ਆ ਕਿ ਚੁਣ ਕੇ ਸਾਨੂੰ ਇੱਕ ਕਿਸਮ ਦੀ ਹਿੱਟ ਲਿਸਟ ਬਣਾ ਕੇ ਇਹ ਜਿਹੜਾ ਪਿਕਅਪ ਕੀਤਾ ਜਾ ਰਿਹਾ। ਜਿੰਨੇ ਚਿਰ ਅਸੀਂ ਰੈਕਗਨਾਈਜ਼ ਨਹੀਂ ਕਰਦੇ ਇੱਦਾਂ ਹੀ ਚੱਲੀ ਜਾਣਾ ਤੇ ਐਂਡ ਤੇ ਉਹਨਾਂ ਦੀ ਕੋਸ਼ਿਸ਼ ਇਹ ਲੱਗਦੀ ਆ ਕਿ ਬੋਲਣ ਵਾਲਾ ਕੋਈ ਰਹਿਵੇ ਨਾ। ਮੇਰੀ ਪਰਸਨਲ ਸੋਚ ਇਹ ਆ ਕਿ 80s 90s 'ਚ ਜੋ ਸ਼ਹੀਦੀਆਂ ਸਿੰਘ ਸਿੰਘਣੀਆਂ ਪਾ ਗਏ, ਬੱਚੇ ਪਾ ਗਏ, ਬਜ਼ੁਰਗ ਪਾ ਗਏ, ਉਹ ਤਾਂ ਉਹਨਾਂ ਨੇ ਸਫਾਇਆ ਕੀਤਾ। ਫਿਰ ਪਿੰਡ ਜਾ ਕੇ ਜੈਨੋਸਾਈਡ ਕਰਕੇ ਸਾਨੂੰ ਵਾਈਪ ਆਊਟ ਕੀਤਾ। ਫਿਰ ਉਹਨਾਂ ਨੇ 1-2 ਜਨਰੇਸ਼ਨਾਂ ਜਾਂ ਸ਼ਾਇਦ ਈਵਨ 3 ਜਨਰੇਸ਼ਨਾਂ ਉਹਨਾਂ ਨੇ ਵੱਡੀਆਂ ਹੋ ਲੈਣ ਦਿੱਤੀਆਂ, ਸਮਝਾ ਲੈਣ ਦਿੱਤੀ। ਫਿਰ ਹੁਣ ਉਹਨਾਂ ਨੂੰ ਇਹ ਆ ਕਿ ਹੁਣ ਬਾਹਰ ਵੀ ਅਟੈਕ ਕਰੋ। ਇੰਡੀਆ ਤਾਂ ਉਹਨਾਂ ਨੇ ਜਿੱਦਾਂ ਖਾਲਸਾ ਵੀਰ ਚੱਲ ਰਹੀ ਸੀਗੀ ਉੱਥੇ ਕਲੈਂਪ ਡਾਊਨ ਕਰਕੇ ਸਾਰਿਆਂ ਨੂੰ ਚੁੱਪ ਕਰਾ ਹੀ ਦਿੱਤਾ ਸੀ। ਸੋ ਹੁਣ ਇਹ ਲੱਗਦਾ ਕਿ ਟਾਰਗੇਟ ਹੁਣ ਬਾਹਰ ਆ। ਹੁਣ ਅੱਗੇ ਆਪਾਂ ਸੋਚਦੇ ਹੁੰਦੇ ਸੀ 8-8.5 ਮੀਲ ਜਿੰਨਾ ਵੀ ਦੂਰ ਆ ਇੰਡੀਆ ਆਪਾਂ ਸੋਚਦੇ ਸੀ ਉੱਥੇ ਟਾਰਗੇਟਿੰਗ ਹੋ ਰਹੀ ਹੈ, ਉੱਥੇ ਹੋ ਰਿਹਾ, ਸੰਘਰਸ਼ ਚੱਲ ਰਿਹਾ। ਹੁਣ ਤਾਂ ਸਾਡੀ ਡੋਰ ਤੇ ਆ ਗਿਆ। ਵੈਸਟ ਬ੍ਰੋਮ 2 ਡੈਥਾਂ ਹੋ ਗਈਆਂ। ਆਪਾਂ ਕਹਿ ਦਿੰਦੇ ਹਾਂ ਜੀ ਆਹ ਬੰਦਾ ਸਾਡੇ ਨਾਲ ਅਫੀਲੀਏਟਡ ਨਹੀਂ, ਇਹ ਤਾਂ ਕਬੱਡੀ ਪਲੇਅਰ ਸੀਗਾ, ਹਨਾ। ਖੰਡੇ ਦਾ ਅਸੀਂ ਕਹਿ ਦਿੰਦੇ ਹਾਂ ਜੀ ਇਹਦੇ ਤਾਂ ਬਲੱਡ ਕੈਂਸਰ ਹੋ ਗਿਆ ਸੀ। ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਵਿਚਾਰਨ ਦੀ ਲੋੜ ਆ ਕਿ ਇਹ ਕਿੱਦਾਂ ਹੋ ਰਿਹਾ ਕਿ ਜਿਹੜੇ ਬੰਦੇ ਬੋਲਦੇ ਆ ਉਹੀ ਅਜੀਬ ਜਿਹੇ ਤਰੀਕਿਆਂ ਨਾਲ ਜਾ ਰਹੇ। ਵੈਦਰ ਇਟਸ ਅ ਕਾਰ ਐਕਸੀਡੈਂਟ, ਵੈਦਰ ਦੇ ਗੈਟ ਹਸਪੀਟਲਾਈਜ਼ਡ, ਇੱਕਦਮ ਹੀ ਬੰਦਾ ਡਾਊਨ ਹੋ ਜਾਵੇ। ਹੁਣ 4 ਤਰੀਕ ਜਿਹੜੀ ਜੂਨ ਰੈਲੀ ਹੋਈ ਸੀਗੀ 4 ਤਰੀਕ ਦੀ, ਉੱਥੋਂ ਦੀਆਂ ਭਾਈ ਸਾਹਿਬ ਦੀਆਂ ਫੋਟੋਆਂ ਬਹੁਤ ਚੜ੍ਹਦੀ ਕਲਾ 'ਚ ਸੀਗੇ। ਫੋਟੋਆਂ ਬਹੁਤ ਸੋਹਣੀਆਂ ਆਈਆਂ ਉਹਨਾਂ ਦੀਆਂ, ਹਮੇਸ਼ਾ ਹੀ ਫੋਟੋਆਂ ਬਹੁਤ ਸੋਹਣੀਆਂ ਹੁੰਦੀਆਂ ਸੀ। ਬੰਦਾ ਬਲੀਵ ਨਹੀਂ ਕਰ ਸਕਦਾ ਬੰਦਾ ਸਾਡੇ ਵਿੱਚੋਂ ਚਲੇ ਗਿਆ। ਸੋ ਆਪਾਂ ਨੂੰ ਇਹ ਚੀਜ਼ਾਂ ਸੀਰੀਅਸਲੀ ਲੈਣ ਦੀ ਲੋੜ ਆ। ਅਗੇਨ ਮੈਂ ਧੰਨਵਾਦ ਕਰਦਾ ਤੁਹਾਡਾ ਸਾਰੇ ਸੰਗਤਾਂ ਦਾ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਕੰਮ ਕੀਤਾ ਤੇ ਪ੍ਰੈਸ ਕਾਨਫਰੰਸ ਸੱਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਸਾਰੇ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਹੜੇ ਪਹੁੰਚੇ ਇੱਥੇ, ਤੇ ਉਸ ਤੋਂ ਬਾਅਦ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਹੋਏ ਆ। ਅੱਜ ਦੀ ਪ੍ਰੈਸ ਕਾਨਫਰੰਸ ਬੜੇ ਦੁਖਦਾਈ ਘਟਨਾ ਤੋਂ ਬਾਅਦ ਆਪਾਂ ਕੀਤੀ, ਜਦੋਂ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਸ਼ਹੀਦ ਕੀਤੇ ਗਏ, ਉਹਨਾਂ ਦਾ ਕਤਲ ਹੋਇਆ। ਉਸ ਤੋਂ ਬਾਅਦ ਵੀ ਆਪਾਂ ਪ੍ਰੈਸ ਕਾਨਫਰੰਸ ਐਸੀ ਹਾਲ 'ਚ ਐਸੇ ਗੁਰਦੁਆਰੇ ਕੀਤੀ ਸੀ। ਤੇ ਹੁਣ ਆਪਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਦੇ ਸੰਬੰਧ ਵਿੱਚ ਕਰ ਰਹੇ ਆ। ਤਾਂ ਇਹਦਾ ਆਪਣੇ ਤੇ ਕੀ ਅਸਰ ਆ, ਇਹਦਾ ਕੀ ਜਵਾਬ ਹੋਣਾ ਚਾਹੀਦਾ, ਜੇ ਆਪਾਂ ਕਿੱਥੇ ਖੜੇ ਆ। ਜਿਹੜੇ ਵਿਦੇਸ਼ਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਨ ਵਾਲੇ ਆ, ਆਪਾਂ ਗਾਂ ਨੈਕਸਟ ਕੀ ਸਟੈਪਸ ਹੋਣੇ ਚਾਹੀਦੇ ਆ, ਕਿਵੇਂ ਇੱਥੇ ਦੀਆਂ ਸਰਕਾਰਾਂ ਦੇ ਨਾਲ ਗੱਲਬਾਤ ਕਰਨੀ, ਆਪਸ ਵਿੱਚ ਹੀ ਤਾਲਮੇਲ ਕਰਕੇ ਕਿੱਦਾਂ ਆਪਾਂ ਇਹਨਾਂ ਦਾ ਢੁਕਵਾਂ ਜਵਾਬ ਦੇ ਸਕਦੇ ਆ। ਸੋ ਇਹ ਆਪਣੇ ਮੂਹਰੇ ਜਿਹੜੇ ਸਵਾਲ ਆ ਮੂੰਹ ਅੱਡੀ ਖੜੇ ਆ। ਸੋ ਇਹਨਾਂ ਤੇ ਆਪਾਂ ਅੱਜ ਵਿਚਾਰ ਕਰਨੀ ਆ। ਮੈਂ ਬੇਨਤੀ ਕਰਾਂਗਾ ਕਿ ਜੈਸ ਸਿੰਘਾ ਜਾਂ ਇੱਥੇ ਅੰਗਰੇਜ਼ੀ ਜਿਹੜੀ ਸਟੇਟਮੈਂਟ ਪੜ੍ਹਦੇ, ਫਿਰ ਪੰਜਾਬੀ ਦੀ ਪੜ੍ਹਦੇ, ਉਸ ਤੋਂ ਬਾਅਦ ਫਿਰ ਪ੍ਰੈਸ ਨੇ ਜਿਹੜੇ ਸਵਾਲ ਪੁੱਛਣੇ ਆ ਪੁੱਛ ਸਕਦੀ। ਉਸ ਤੋਂ ਬਾਅਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਫੈਸਿਲੀਟੇਟ ਕਰ ਰਹੇ ਹਾਂ, ਪਰ ਸਾਰੀ ਸਿੱਖ ਕਮਿਊਨਿਟੀ ਦੀ, ਸਿੱਖ ਕੌਮ ਦੀ, ਯੂਕੇ ਦੀ, ਕਰੀਮ ਦੀ ਆ। ਆਪਾਂ ਜਿਹੜੀ ਗੱਲ ਇੱਥੇ ਪ੍ਰੈਸ ਵਿੱਚ ਕਰ ਸਕਦੇ ਹਾਂ ਪ੍ਰੈਸ ਵਿੱਚ ਕਰ ਲਵਾਂ, ਬਾਅਦ 'ਚ ਆਪਾਂ ਕੋਈ ਹੋਰ ਵਿਚਾਰ ਕਰਨੀ ਬਾਅਦ ਦੇ ਵਿੱਚ ਵੀ ਕਰ ਸਕਦੇ ਹਾਂ। ਤਾਂ ਦੋਨੇ ਪਾਸੇ ਤਾਂ ਆਪਾਂ ਫਿਰ ਜਿਹੜੀ ਜਦੋਂ ਪੜ੍ਹ ਦਿੱਤੀ ਬੇਸ਼ੱਕ ਦੀ ਇਹ ਆਪਾਂ ਹੁਣ ਜਿਹੜੀ ਸਭ ਤੋਂ ਰੀਸੈਂਟ ਘਟਨਾ ਉਹਦੇ ਉੱਪਰ ਆ, ਪਰ ਜਦੋਂ ਸਿੱਧੂ ਮੂਸੇਵਾਲਾ ਜਾਂ ਉਦੋਂ ਪਹਿਲਾਂ ਦੀਪ ਸਿੱਧੂ
ਤੇ ਕਬੱਡੀ ਪਲੇਅਰ, ਫਿਰ ਆਪਣੀ ਭਾਈ ਖੰਡੇ ਬਾਰੇ ਵੀ ਬਹੁਤ ਚਰਚਾਵਾਂ ਆ। ਤੇ ਫਿਰ ਹੁਣ ਭਾਈ ਪਰਮਜੀਤ ਸਿੰਘ ਪੰਜਵਾੜ ਤੇ ਹੁਣ ਭਾਈ ਕੈਨੇਡਾ ਦੇ ਵਿੱਚ ਜੋ ਹੋਇਆ ਹਰਦੀਪ ਸਿੰਘ ਦਾ। ਭਾਈ ਪੰਜਵਾੜ ਤਾਂ ਭਾਈ ਹਰਦੀਪ ਸਿੰਘ ਦੇ ਕਤਲਾਂ ਤੋਂ ਬਾਅਦ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੇ ਮਨ ਦੇ ਵਿੱਚ ਕੋਈ ਦੁਬਦਾ ਨਹੀਂ ਰਹਿ ਜਾਂਦੀ ਵੀ ਇਹਦੇ ਪਿੱਛੇ ਕੌਣ ਆ। ਰਹਿਣੀ ਨਹੀਂ ਚਾਹੀਦੀ, ਸਪਸ਼ਟ ਆ। ਹੁਣ ਆਪਾਂ ਨੂੰ ਚੈਲੰਜ ਆ, ਇਹ ਚੈਲੰਜ ਨੂੰ ਕਬੂਲ ਕਰਕੇ ਇਹਦਾ ਢੁਕਵਾਂ ਜਵਾਬ ਦੇਣਾ ਆਪਣੀ ਜ਼ਿੰਮੇਵਾਰੀ ਬਣਦੀ ਆ। ਤਾਂ ਉਹਦੇ ਲਈ ਆਪਾਂ ਸਾਰਿਆਂ ਨੇ ਆਪਸੀ ਵਿਚਾਰ ਵਟਾਂਦਰੇ ਕਰਨੇ। ਅਸੀਂ ਇਹ ਫੈਸਿਲੀਟੇਟ ਕਰ ਰਹੇ ਹਾਂ, ਜਾਣੀ ਇਹ ਸਾਰੀ ਯੂਕੇ ਦੀ ਆਪਾਂ ਇਕੱਠੀ ਸੋਚ ਲੈਣੀ ਆਪਾਂ ਕੀ ਕਰ ਸਕਦੇ ਹਾਂ, ਇਹਨੂੰ ਆਪਾਂ ਇਹਨਾਂ ਮਸਲੇ ਨੂੰ ਕਿਵੇਂ ਹੱਲ ਕਰ ਸਕਦੇ ਹਾਂ, ਆਪਾਂ ਨੂੰ ਕਿੱਥੇ ਗੱਲ ਕਰਨ ਦੀ ਲੋੜ, ਕਿਹਨਾਂ ਗੱਲ ਕਰਨ ਦੀ ਲੋੜ ਆ, ਕੀ ਆਪਾਂ ਕੰਪੇਨ ਕਰ ਸਕਦੇ ਹਾਂ, ਕਿਹਨੂੰ ਆਪਾਂ ਨੂੰ ਅਪਰੋਚ ਕਰਨ ਦੀ ਲੋੜ ਹੈ ਵਗੈਰਾ। ਤੋ ਚਲੋ ਮੈਂ ਜਸ ਸਿੰਘ ਨੂੰ ਬੇਨਤੀ ਕਰਾਂ ਕਿ ਉਹ ਇੰਗਲਿਸ਼ ਵਾਲਾ ਪੜ੍ਹਦੇ ਹੋਏ, ਫਿਰ ਅਸੀਂ ਪੰਜਾਬੀ 'ਚ ਪੜ੍ਹ ਦਿੰਦੇ ਹਾਂ। ਅਤੇ ਉਹਦਾ ਥੋੜ੍ਹਾ ਜਿਹਾ ਡਿਫਰੈਂਟ ਆ, ਕਿਉਂਕਿ ਪੰਜਾਬੀ ਆਡੀਅנס ਲਈ ਥੋੜ੍ਹਾ ਜਿਹਾ ਡਿਫਰੈਂਟ ਆ ਅਤੇ ਇੰਗਲਿਸ਼ ਲਈ ਥੋੜ੍ਹਾ ਜਿਹਾ ਡਿਫਰੈਂਟ ਆ। ਤਾਂ ਹੋ ਸਕਦਾ ਇਹ 'ਚ ਬਹੁਤ ਉਨਤਾਈ ਆਵੇ। ਹੁਣ ਆਪਣੀ ਮਤ ਮੁਤਾਬਕ ਅਸੀਂ ਬਣਾਇਆ, ਪਰ ਆਪਾਂ ਗਾਂ ਇਹਦੇ ਲਈ ਰਲ ਮਿਲ ਕੇ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਨਾ ਅੱਜ ਦਾ ਸਾਡਾ ਪਰਪਸ ਸੀ। ਇਦੋਂ ਗਾਂ ਆਪਾਂ ਵੀ ਕਰਨਾ, ਆਪਾਂ ਰਲ ਕੇ ਸਾਰੇ ਵਿਚਾਰਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। On behalf of the Federation of Sikh Organisations UK, this is a press release for the press conference held today at Guru Nanak Gurdwara Smadik, Sunday the 25th of June 2023. Indian authorities need to understand that the righteous cause for a Sikh homeland, Khalistan, has been strengthened by the Shahidi of Bhai Hardeep Singh Nijjar. This conference today at Guru Nanak Gurdwara Smadik is being held to coincide with the funeral of Shaheed Bhai Hardeep Singh Nijjar, who was the president of Guru Nanak Sikh Gurdwara in Surrey, British Columbia, Canada. Last Sunday evening, 45-year-old Bhai Hardeep Singh, as he was leaving the Gurdwara, was gunned down in a cowardly act by an unidentified masked gunman in the car park of the Gurdwara. We are in no doubt this was a political assassination ordered by the Indian authorities, as Bhai Hardeep Singh was one of the leading and most outspoken protagonists for Khalistan in Canada. For almost a decade, the right-wing BJP Indian government has been pressurising foreign governments to try and silence those abroad campaigning for a Sikh homeland, Khalistan. They have increasingly been spreading lies, creating fake news, but the Indian authorities have in recent times shifted from character assassination to political assassinations. These are happening abroad to try and silence the voice of those campaigning for a Sikh homeland in the diaspora. Although this is a worrying trend that will concern foreign governments and their intelligence services, it is also a sign that the Indian authorities, in their pursuit of a Hindu Rashtra, are losing the argument and are troubled with the growing support for a Sikh homeland, Khalistan, across the world, including within India itself. Canadian Sikhs MPs from all three major political parties have unanimously condemned the disturbing killing of Bhai Hardeep Singh Ji and have raised concerns in writing and in a meeting with the Public Safety Minister Marco Mendicino, and on those ultimately behind the assassination. The fact that Bhai Hardeep Singh had been president of the Guru Nanak Sikh Gurdwara in Surrey, BC for the last 5 years, and that he was killed in the Gurdwara precinct has met with universal outrage and has been widely condemned by the public, Canadian police and politicians. The gathering of Sikhs in the UK today and similar gatherings of Sikhs around the world is to send a strong signal to the Indian authorities that they need to understand Sikh history and the concept of Shahidi, martyrdom in the Sikh tradition. Shahidi is a consequence of the struggle of Sangharsh between good and evil. The Shahidi is invincible warrior for good, who remains unconquered to the end because he or she has already conquered himself. This sums up the life of Shaheed Bhai Hardeep Singh, who remained true to the cause until the very end. He remained uncompromising and gave his life for the righteous cause of Sikh independence. The just cause is regarded as more important than life by a Shaheed.
The Indian authorities need to understand that we meditate daily on the martyrdom and hundreds of Shaheed Singh and Singhania that Bhai Shaheed Hardeep Singh has now joined, because they followed in the footsteps of Guru Arjan Dev Ji and Shri Guru Tegh Bahadur Ji. The Shaheedi of Bhai Hardeep Singh is not a setback, but it sends a strong signal to the Indian authorities that they will be defeated. The ultimate victory will be for the thousands of Sikhs inspired by the sacrifice of Shaheed Bhai Hardeep Singh Nijjar, who will come forward and commit to the truthful conduct, justice and uphold the righteous cause for Sikh homeland, Khalistan. Vaheguru Ji Ka Khalsa, Vaheguru Ji Ki Fateh। ਇਹਦੀ ਹੈਡਲਾਈਨ ਹੈ ਸਿੱਖ ਅਤੇ ਸ਼ਹਾਦਤ ਦਾ ਆਪਸ ਵਿੱਚ ਗੂੜਾ ਸੰਬੰਧ ਹੈ। ਸਿੱਖ ਕੌਮ ਉੱਪਰ ਭਾਰਤ ਸਰਕਾਰ ਵੱਲੋਂ ਲਗਾਤਾਰ ਹਮਲੇ ਹੋ ਰਹੇ ਹਨ। ਸਿੱਖਾਂ ਦੀਆਂ 90% ਤੋਂ ਵੱਧ ਕੁਰਬਾਨੀਆਂ ਨਾਲ ਭਾਰਤ ਅੰਗਰੇਜ਼ ਹਕੂਮਤ ਤੋਂ ਭਾਵੇਂ ਆਜ਼ਾਦ ਹੋ ਗਿਆ ਸੀ, ਪਰ ਸਿੱਖ ਫਿਰ ਗੁਲਾਮ ਰਹਿ ਗਏ। ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਸਿੱਖਾਂ ਵੱਲੋਂ ਪੰਜਾਬੀ ਸੂਬੇ ਦਾ ਮੋਰਚਾ ਆਰੰਭਿਆ ਜਾਣਾ ਅਖੌਤੀ ਆਜ਼ਾਦ ਦੇਸ਼ ਵਿੱਚ ਗੁਲਾਮ ਬਣਨ ਵਾਲੀ ਸਿੱਖ ਕੌਮ ਦਾ ਪਹਿਲਾ ਸੰਘਰਸ਼ ਸੀ, ਜੋ ਕਿ ਵੱਖ-ਵੱਖ ਸਮਿਆਂ ਦੌਰਾਨ ਜਾਰੀ ਰਿਹਾ। ਸਾਲ 1975 ਦੌਰਾਨ ਐਮਰਜੈਂਸੀ ਦਾ ਵਕਤ ਆਇਆ ਤਾਂ ਭਾਰਤ ਦੀਆਂ ਤਤਕਾਲੀ 22 ਸਟੇਟਾਂ ਵਿੱਚੋਂ ਕੇਵਲ ਪੰਜਾਬ ਵਿੱਚ ਸਿੱਖਾਂ ਵੱਲੋਂ ਸਖਤ ਟੱਕਰ ਦਿੱਤੀ ਗਈ ਸੀ। ਭਾਰਤੀ ਹੁਕਮਰਾਨਾਂ ਵੱਲੋਂ ਪੰਜਾਬ ਨੂੰ ਬੰਜਰ ਬਣਾਉਣ ਤੋਂ ਰੋਕਣ ਦੀ ਘਟੀਆ ਪ੍ਰਕਿਰਿਆ ਦੇ ਵਿਰੋਧ ਵਿੱਚ ਕਪੂਰੀ ਨਹਿਰ ਦਾ ਮੋਰਚਾ ਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਧਰਮ ਯੁੱਧ ਮੋਰਚਾ ਆਰੰਭਿਆ ਗਿਆ, ਜਿਸ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਲੈਸ ਹੋ ਕੇ ਜੂਨ 1984 ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਤਿਵੈਸ਼ੀ ਹਮਲਾ ਕੀਤਾ ਗਿਆ। ਹਜ਼ਾਰਾਂ ਸਿੱਖ ਸ਼ਹੀਦ ਕਰ ਦਿੱਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤ ਵਿੱਚ ਨਵੰਬਰ 1984 ਦੌਰਾਨ ਹਿੰਦੂ ਬਹੁ ਗਿਣਤੀ ਵਸੋਂ ਵੱਲੋਂ ਵਾਲੇ ਇਲਾਕਿਆਂ ਵਿੱਚ ਸਰਕਾਰੀ ਸ਼ਹਿ ਤੇ ਹਿੰਦੂ ਤਵੀ ਵਿਅਕਤੀਆਂ ਵੱਲੋਂ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ, ਜੋ ਕਿ ਇੱਕ ਨਸਲਕੁਸ਼ੀ ਦਾ ਰੂਪ ਹੈ। ਪੰਜਾਬ ਵਿੱਚ ਇੱਥੇ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ। ਅਨੇਕਾਂ ਸਿੱਖ 20 ਸਾਲ 30 ਸਾਲ ਤੋਂ ਕੈਦ ਹਨ। ਭਾਰਤ ਸਰਕਾਰ ਦੇ ਕਰਿੰਦਿਆਂ ਵੱਲੋਂ ਹਜ਼ਾਰਾਂ ਸਿੱਖਾਂ ਦੇ ਬੇਪਨਾਹ ਸ਼ਬਦ ਢਾਇਆ ਗਿਆ। ਅਨੇਕਾਂ ਸਿੱਖ ਜਲਾਵਤਨੀ ਜੀਵਨ ਬਸਰ ਕਰ ਰਹੇ ਹਨ। ਭਾਰਤ ਸਰਕਾਰ ਨੇ ਹੁਣ ਨਵਾਂ ਪੈਂਤੜਾ ਫੜ ਲਿਆ। ਪਹਿਲਾਂ ਵਿਦੇਸ਼ਾਂ ਵਿੱਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਦੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਝੂਠੇ ਕੇਸ ਦਰਜ ਕੀਤੇ ਜਾਂਦੇ ਸੀ ਜਾਂ ਉਹਨਾਂ ਦਾ ਭਾਰਤ ਵਿੱਚ ਦਾਖਲਾ ਬੰਦ ਕੀਤਾ ਜਾਂਦਾ ਰਿਹਾ ਹੈ। ਹੁਣ ਜੋ ਭਾਰਤ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਵੱਲੋਂ ਨੀਵੀਂ ਨੀਤੀ ਅਪਣਾਈ ਗਈ ਹੈ, ਉਸ ਨੂੰ ਲੈ ਕੇ ਦੁਨੀਆ ਭਰ ਦਾ ਹਰ ਇਨਸਾਫ ਪਸੰਦ ਭਾਈਚਾਰੇ ਬੇਹੱਦ ਚਿੰਤਾਤਰ ਹਨ। ਇਸੇ ਨੀਤੀ ਤਹਿਤ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ ਮੁਖੀ ਖਾਲਿਸਤਾਨ ਕਮਾਂਡੋ ਫੋਰਸ ਨੂੰ 6 ਮਈ 2023 ਵਾਲੇ ਦਿਨ ਲਾਹੌਰ ਵਿਖੇ ਅਤੇ 18 ਜੂਨ 2023 ਵਾਲੇ ਦਿਨ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਵੈਨਕੂਵਰ ਵਾਲੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਰਵਾ ਕੇ ਸ਼ਹੀਦ ਕਰ ਦਿੱਤਾ ਗਿਆ। ਦੂਜਾ ਵਾਰ ਕਰਦਿਆਂ ਇਹਨਾਂ ਕਤਲਾਂ ਸ਼ਹਾਦਤਾਂ ਨੂੰ ਆਪਸੀ ਲੜਾਈ ਦਾ ਸਿੱਟਾ ਕੇ ਦੁਬਤਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਅਸੀਂ ਮੁੱਢੋਂ ਰੱਦ ਕਰਦੇ ਹੋਏ ਇਹਨਾਂ ਸ਼ਹਾਦਤਾਂ ਲਈ ਭਾਰਤ ਸਰਕਾਰ ਦੇ ਉਸ ਦੀਆਂ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ। ਇਹ ਇੱਕ ਅਜਿਹਾ ਵਰਤਾਰਾ ਹੈ ਜਿਸ ਨਾਲ ਭਾਰਤ ਸਰਕਾਰ ਆਜ਼ਾਦੀ ਪਸੰਦ ਸਿੱਖਾਂ ਵਿੱਚ ਦਹਿਸ਼ਤ, ਦੁਬਦਾ ਤੇ ਆਪਸੀ ਫੁੱਟ ਦਾ ਮਾਹੌਲ ਸਿਰਜ ਰਹੀ ਹੈ। ਉੱਥੇ ਉਹ ਆਪਣੇ ਆਪ ਨੂੰ ਭਾਰਤ ਦੀ ਅਖੰਡਤਾ ਦੀ ਅਲੰਬਰਦਾਰ ਦੱਸਾ ਕੇ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਵੱਲੋਂ ਚਲਾਈਆਂ ਜਾ ਰਹੀਆਂ ਆਜ਼ਾਦੀ ਦੀਆਂ ਲਹਿਰਾਂ ਨੂੰ ਨੇਜ਼ ਤੋਂ ਨਾਬੂਦ ਕਰਨ ਵਾਲੀ ਸਾਬਤ ਕਰਕੇ 2024 ਵਿੱਚ ਹਿੰਦੂ ਭਾਈਚਾਰੇ ਦੀਆਂ ਵੋਟਾਂ ਹਥਿਆ ਕੇ ਦੁਬਾਰਾ ਫਿਰ ਸਰਕਾਰ ਬਣਾਉਣ ਲਈ ਹੱਥ ਪੈਰ ਮਾਰ ਰਹੀ ਹੈ, ਤਾਂ ਕਿ ਇਸ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਰਾਹ ਪੱਧਰਾ ਹੋ ਸਕੇ। ਇਸ ਗੱਲ ਨੂੰ ਫਿਰ ਸਪਸ਼ਟ ਕਰਦੇ ਹਾਂ ਕਿ ਸਿੱਖ ਅਤੇ ਸ਼ਹਾਦਤ ਦਾ ਆਪਸ ਵਿੱਚ ਗੂੜਾ ਸੰਬੰਧ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਬਚਨ ਹਨ ਕਿ ਸਿੱਖ ਮੌਤ ਤੋਂ ਨਹੀਂ ਡਰਦਾ, ਬਲਕਿ ਮੌਤ ਤੋਂ ਡਰਨ ਵਾਲਾ ਸਿੱਖ ਹੀ ਨਹੀਂ ਹੈ। ਇਸ ਕਰਕੇ ਅਸੀਂ ਭਾਰਤ ਸਰਕਾਰ ਦੇ ਹਰ ਜ਼ੁਲਮ ਦੇ ਟਾਕਰੇ ਲਈ ਤਿਆਰ ਰਹਿੰਦੇ ਹੋਏ ਖਾਲਿਸਤਾਨ ਵਾਸਤੇ ਯਤਨ ਕਰਦੇ ਰਹਾਂਗੇ। ਸਿੱਖ ਕੌਮ ਨੂੰ ਸਨਮਰ ਅਪੀਲ ਹੈ ਕਿ ਉਹ ਅਜਿਹੇ ਵਰਤਾਰਿਆਂ ਤੋਂ ਬਿਲਕੁਲ ਨਾ ਘਬਰਾਉਣ, ਬਲਕਿ ਆਪਣੇ ਪੁਰਾਤਨ ਅਤੇ ਵਰਤਮਾਨ ਸਿੱਖ ਇਤਿਹਾਸ ਦੇ ਗੌਰਵਮਈ ਵਰਤਾਰਿਆਂ ਦੇ ਮੱਦੇ ਨਜ਼ਰ ਰੱਖਦੇ ਹੋਏ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਵੱਧ ਤੋਂ ਵੱਧ ਹਾਮੀ ਬਣਦੇ ਹੋਏ ਯਤਨਸ਼ੀਲ ਹੋਣ। ਸਿੱਖ ਦੁਸ਼ਮਣ ਭਾਰਤ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਦੀ ਗੋਲੀ ਦਾ ਸ਼ਿਕਾਰ ਹਰ ਖਾਲਿਸਤਾਨੀ ਸਿੱਖ ਕੌਮ ਦਾ ਸ਼ਹੀਦ ਅਖਵਾਇਆ ਹੈ ਅਤੇ ਅਖਵਾਏਗਾ। ਆਜ਼ਾਦੀ ਪਸੰਦ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਚੱਲ ਰਹੀ ਤਹਿਰੀਕ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਤੋਂ ਭੜਕਾਉਣ ਥੜਕਾਉਣ ਦੇ ਯਤਨ ਕਾਮਯਾਬ ਨਹੀਂ ਹੋਣ ਦੇਵਾਂਗੇ।
ਹਰ ਆਜ਼ਾਦੀ ਪਸੰਦ ਵਿਅਕਤੀ ਸਮਝਦਾ ਕਿ ਮੌਜੂਦਾ ਹਿੰਦੂਤਵੀ ਸਰਕਾਰ ਭਾਰਤ ਵਿੱਚ ਆਪਣੀ ਆਜ਼ਾਰੇਦਾਰੀ ਸਥਾਪਿਤ ਕਰਨ ਲਈ ਘੱਟ ਗਿਣਤੀ ਕੌਮਾਂ ਦਾ ਹਰ ਤਰ੍ਹਾਂ ਨਾਲ ਗਲਾ ਘੁੱਟਣ ਲਈ ਕਾਰਜਸ਼ੀਲ ਹੈ। ਮੀਡੀਆ ਤੇ ਸਰਕਾਰ ਦਾ ਮੁਕੰਮਲ ਕਬਜ਼ਾ ਹੈ। ਮੀਡੀਆ ਤੇ ਸਰਕਾਰ ਦਾ ਮੁਕੰਮਲ ਕਬਜ਼ਾ ਹੈ। ਸਿੱਖਾਂ ਨੂੰ ਹਰ ਪੱਖ ਤੋਂ ਬਦਨਾਮ ਕਰਨ ਲਈ ਪੱਬਾਂ ਭਾਰ ਹੈ। ਹਰ ਸਿੱਖ ਮੀਡੀਆ ਨੂੰ ਪੂਰੀ ਸਿੱਧਤ ਅਤੇ ਕੌਮ ਪ੍ਰਸਤੀ ਦੇ ਜਜ਼ਬੇ ਅਤੇ ਲਵਰੇਜ ਹੋਣਾ ਤੇ ਕੌਮ ਨਾਲ ਖੜਨਾ ਜ਼ਰੂਰੀ ਹੈ। ਸਮੁੱਚੀ ਸਿੱਖ ਕੌਮ ਦਾ ਫਰਜ਼ ਹੈ ਕਿ ਸਥਾਨਕ ਆਪਸੀ ਝਗੜੇ ਭਾਵੇਂ ਗੁਰਦੁਆਰਾ ਪ੍ਰਬੰਧਕ ਜਥੇਬੰਦਕ ਢਾਂਚੇ ਜਾਂ ਵਿਅਕਤੀਗਤ ਵਿਰੋਧਮਈ ਭਾਵਨਾ ਅਧੀਨ ਹੋਣ, ਉਹਨਾਂ ਨੂੰ ਮਿਲ ਕੇ ਬੈਠ ਕੇ ਸਥਾਨਕ ਪੱਧਰ ਤੇ ਹੱਲ ਕਰ ਲਿਆ ਜਾਵੇ ਤਾਂ ਕਿ ਕੌਮੀ ਸੰਘਰਸ਼ ਨੂੰ ਕਿਸੇ ਪੱਖ ਤੋਂ ਢਾਹ ਨਾ ਲੱਗ ਸਕੇ। ਖਾਲਿਸਤਾਨ ਜਿੰਦਾਬਾਦ। ਇਹ ਸੀ ਪੰਜਾਬੀ ਦੀ ਸਟੇਟਮੈਂਟ। ਤੇ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਇੱਦਾਂ ਦੀ ਵੀ ਕੰਨਾਫੂਸੀ ਹੋ ਰਹੀ ਆ ਕਿ ਇਹ ਕਿਸੇ ਸਿੱਖਾਂ ਨੇ ਕਰਾਇਆ, ਕਿਸੇ ਸਿੱਖ ਬੰਦੀ ਦੇ ਵਿਰੋਧ ਕਰਕੇ ਹੋਇਆ। ਇਹਦੇ ਵਿੱਚ ਨਹੀਂ ਆਪਣਾ ਉਲਝਣਾ, ਇਹ 'ਚ ਆਪਾਂ ਨੂੰ ਕੋਈ ਡਾਊਟ ਨਹੀਂ। ਇਹਦੇ ਲਈ ਇੰਡੀਆ ਭਾਰਤ ਸਰਕਾਰ ਹੀ ਜ਼ਿੰਮੇਵਾਰ ਹੈ, ਹੋਰ ਕੋਈ ਜ਼ਿੰਮੇਵਾਰ ਨਹੀਂ। ਭਾਰਤੀ ਸਰਕਾਰ ਅਜਿਹੇ ਸ਼ੋਸ਼ੇ ਛੱਡਦੀ ਹੁੰਦੀ ਆ ਕਿ ਆਪਾਂ ਆਪਸ ਵਿੱਚ ਉਲਝ ਜਾਣਾ ਤਾਂ ਆਪਾਂ ਇੱਕ ਦੂਜੇ ਤੇ ਸ਼ੱਕ ਕਰਕੇ ਇੱਕ ਦੂਜੇ ਦੇ ਦੁਆਲੇ ਹੋ ਜਾਣਾ। ਇਹ ਬਿਲਕੁਲ ਆਪਾਂ ਇਸ ਚੀਜ਼ ਤੋਂ ਸੁਚੇਤ ਰਹਿਣਾ। ਭਾਈ ਪੰਜ ਵਾਟ ਜੀ ਦੇ ਕਤਲ, ਉਹਨਾਂ ਦੀ ਸ਼ਹੀਦੀ ਤਾਂ ਭਾਈ ਨਿੱਜਰ ਦੇ, ਉਦੋਂ ਪਹਿਲਾਂ ਜਿਹੜੇ ਪੰਜਾਬ ਵਿੱਚ ਵੀ ਜਦੋਂ ਵੀ ਉਹ ਪੰਜਾਬ ਦੀ ਗੱਲ ਕਰਨ ਲੱਗੇ ਉਦੋਂ ਹੀ ਉਹਨਾਂ ਦੇ ਐਕਸੀਡੈਂਟ ਹੋਣੇ ਸੀ, ਉਦੋਂ ਹੀ ਉਹਨਾਂ ਤੇ ਗੋਲੀਆਂ ਚੱਲਦੀਆਂ ਸੀ। ਜਾਣੀ ਇਹ ਇੱਕ ਕੜੀ ਜੁੜਦੀ ਆ। ਤਾਂ ਆਪਾਂ ਅੱਖਾਂ ਮੀਟ ਕੇ ਇਹਨੂੰ ਹੋ ਪਰੇ ਨਹੀਂ ਕਰ ਸਕਦੇ। ਆਪਣੇ ਘਰ ਆ ਕੇ ਆਪਾਂ ਨੂੰ ਉਹਨਾਂ ਨੇ ਮਾਰਿਆ, ਆਪਣੇ ਦਰ ਮੂਹਰੇ ਖੜਾ ਹੈ ਚੈਲੰਜ, ਤਾਂ ਆਪਾਂ ਜਿਹੜੀ ਅੱਖਾਂ ਮੀਟ ਕੇ ਇਹ ਹੋ ਪਰੇ ਨਹੀਂ ਕਰ ਸਕਦੇ। ਇਹ ਆਪਾਂ ਨੂੰ ਚੈਲੰਜ ਕਬੂਲ ਕਰਨਾ ਪੈਣਾ, ਤਾਂ ਆਪਾਂ ਨੂੰ ਇਹਦਾ ਢੁਕਵਾਂ ਜਵਾਬ ਦੇਣਾ ਪੈਣਾ। ਫੋਰਨ ਦੀਆਂ ਸਿੱਖ ਸੰਗਤਾਂ ਸਾਰੀਆਂ ਰਲ ਕੇ ਆਪਾਂ ਸੋਚੀਏ ਆਪਾਂ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਜੀ ਆਇਆਂ ਕਹਿ ਰਹੀਆਂ, ਉਹਨਾਂ ਨਾਲ ਸਮਝੌਤੇ ਕਰ ਰਹੀਆਂ, ਉਹਨਾਂ ਤੱਕ ਆਪਣੀ ਗੱਲ ਕਿੱਦਾਂ ਪਹੁੰਚਾਈਏ, ਤਾਂ ਆਪਾਂ ਆਪਣਾ ਜਿਹੜੀ ਮੂਵਮੈਂਟ ਇਹਨੂੰ ਕਿੱਦਾਂ ਅੱਗੇ ਲੈ ਕੇ ਜਾਈਏ। ਹੁਣ ਜੀ ਪ੍ਰੈਸ ਜਾਂ ਸਵਾਲ ਪੁੱਛ ਸਕਦੀ ਆ, ਕੋਈ ਵੀ ਵਿਅਕਤੀ ਇਹਦੇ ਵਿੱਚ ਬੋਲਣਾ ਚਾਹੁੰਦਾ ਬੋਲ ਸਕਦੇ। ਜਿਸ ਤਰ੍ਹਾਂ ਤੱਕ ਅਸੀਂ ਫੈਸਿਲੀਟੇਟ ਕਰ ਰਹੇ ਹਾਂ, ਆਪਣੀ ਰਾਏ ਸਾਰਿਆਂ ਦੀ ਆ, ਆਪਾਂ ਸਾਰਿਆਂ ਨੇ ਰਲ ਕੇ ਕੌਮੀ ਪੱਧਰ ਤੇ ਫੈਸਲੇ ਕਰਕੇ ਗਾਂਹ ਤੁਰਨਾ ਆ। FSO ਜਾਂ ਗੁਰਦੁਆਰੇ ਜਾਂ ਕੱਲੀ ਹੋਰ ਜਥੇਬੰਦੀ ਤਾਕਤਵਰ ਨਹੀਂ, ਨਾ ਉਹ ਕੋਈ ਕੱਲੀ ਕਰ ਨਹੀਂ ਸਕਦੀ। ਮੇਰਾ ਭਾਵ ਕਹਿੰਦਾ ਆਪਾਂ ਸਾਰੇ ਰਲ ਕੇ ਹੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਸੋ ਸਾਰਿਆਂ ਨੂੰ ਤੁਹਾਨੂੰ ਅਪੀਲ ਹੈ, ਬੇਨਤੀ ਆ ਕਿ ਆਪਣੇ ਜਿੰਨੇ ਮਰਜ਼ੀ ਵਖਰੇਵੇਂ ਹੋਣ, ਇਸ ਮੌਕੇ ਇਹ ਜਿਹੜਾ ਚੈਲੰਜ ਆ ਆਪਾਂ ਨੂੰ ਸਿੱਖਾਂ ਨੂੰ ਆ, ਆਪਾਂ ਨੂੰ ਸਾਂਝੇ ਤੌਰ ਤੇ ਇਹਦਾ ਜਵਾਬ ਦੇਣ ਦੀ ਲੋੜ ਹੈ। ਹੁਣ ਜੀ ਕੋਈ ਸਵਾਲ ਪੁੱਛਣਾ ਚਾਹੁੰਦਾ ਪੁੱਛ ਲਓ। ਨਿੱਜਰ ਮਾਫੀ ਚਾਹਾਂਗਾ, ਸ਼ਸ਼ੀ ਲਿਖਦੇ ਨੇ, ਸਤੀਸ਼ ਸ਼ਸ਼ੀ ਰਿਪੋਰਟਰ ਨੇ। ਉਹ ਕਹਿੰਦੇ 2020 ਦੇ ਵਿੱਚ ਇਹ ਐਲਾਨ ਕਰ ਦਿੱਤਾ ਜਾਂਦਾ ਉੱਥੇ ਦੀ ਸਰਕਾਰ ਦੇ ਵੱਲੋਂ ਕਿ ਹਰਦੀਪ ਨਿੱਜਰ ਵਾਂਟਡ ਨੇ ਸਰਕਾਰੀ ਲਿਸਟ ਦੇ ਵਿੱਚ, NIA ਦੀ ਲਿਸਟ ਦੇ ਵਿੱਚ। 2020 ਤੋਂ ਬਾਅਦ ਹੁਣ ਤੱਕ ਕਿੰਨੇ ਕਿਸਮਾਂ ਦਾ ਨਾਮ ਐਵੇਂ ਨਸ਼ਰ ਕੀਤਾ ਗਿਆ ਭਾਰਤ ਸਰਕਾਰ ਦੇ ਵੱਲੋਂ, ਤੇ ਉਹਨਾਂ ਦੀ ਸਿਕਿਉਰਿਟੀ ਬਾਬਤ ਜਾਂ ਉਹਨਾਂ ਦੇ ਇਸ ਮਸਲੇ ਨੂੰ ਲੈ ਕੇ ਕਿਸੇ ਤਰੀਕੇ ਦਾ ਹਮਲਾ ਨਾ ਹੋਵੇ, ਕੋਈ ਰਿਪੋਰਟ ਤੁਹਾਡੇ ਕੋਲ ਹੈ? ਕਿੰਨੇ ਕੁ ਨਾਮ ਹੋਣਗੇ? ਬਿਲਕੁਲ ਪੰਜਾਬ ਦੀ ਜਿਹੜੀ ਪੁਲਿਸ ਆ ਜਾਂ ਭਾਰਤ ਸਰਕਾਰ ਆ, ਉਹ ਬਹੁਤ ਸਾਰੇ ਸਿੱਖਾਂ ਦੇ ਖਿਲਾਫ ਉਸਨੇ ਵਾਰੰਟ ਜਾਰੀ ਕੀਤੇ ਆ, ਅਰੈਸਟ ਵਾਰੰਟ, ਔਰ ਰੈੱਡ ਕਾਰਨਰ ਨੋਟਿਸ ਵੀ ਜਾਰੀ ਹਨ ਜੀ। ਹੁਣ ਆਪਣੀ ਇਸ ਪ੍ਰੈਸ ਕਾਨਫਰੰਸ ਵਿੱਚ ਹੀ ਬੰਦੇ ਮੌਜੂਦ ਆ, ਕੁਲਵੰਤ ਸਿੰਘ ਆ, ਇਹਨਾਂ ਦੇ ਖਿਲਾਫ NIA ਨੇ ਜਾਰੀ ਕੀਤਾ ਹੋਇਆ ਨੋਟਿਸ, ਔਰ ਮੇਰੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ 2 ਸਾਲ ਪਹਿਲਾਂ। ਔਰ HTR ਪੋਸਟ ਸਾਡੇ ਲਾਉਂਦੇ ਆ ਉਹ ਮੇਰੇ ਦਿੱਲੀ ਦੇ ਵਿੱਚ, ਜਦੋਂ 15 ਅਗਸਤ ਆਉਂਦੀ ਆ ਤੇ 26 ਅਗਸਤ 15 ਅਗਸਤ ਤੇ 26 ਜਨਵਰੀ ਨੂੰ। ਸੋ ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਸਿੰਘ ਹੈਗੇ ਆ, ਅਮਰੀਕਾ ਵਿੱਚ ਵੀ ਹੈਗੇ ਆ, ਔਰ ਗਵਾਂਢੀ ਮੁਲਕ ਪਾਕਿਸਤਾਨ ਵਿੱਚ ਵੀ ਹੈਗੇ ਆ, ਤੇ ਜਿਨ੍ਹਾਂ ਦੇ ਉਹ ਪੋਸਟਰ ਉੱਥੇ ਲਵਾਉਂਦੇ ਆ ਦਿੱਲੀ, ਤੇ ਉਹ ਕਹਿੰਦੇ ਸਾਨੂੰ ਵਾਂਟਡ ਆ ਤੇ ਅਸੀਂ ਸਾਨੂੰ ਇਹਨਾਂ ਦੀ ਲੋੜ ਆ। ਪਰ ਦੇਖੋ ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ ਸੀ ਤੇ ਉਹਦਾ ਇਨਾਮ ਰੱਖਿਆ ਨਹੀਂ 10 ਲੱਖ ਰੁਪਈਆ। ਉਹ ਕੋਈ ਰੂਪ ਪੁੱਛਦਾ ਹੈ ਨਾ ਸੀ। ਪਹਿਲੀ ਗੱਲ ਇੱਥੋਂ ਕੰਡੈਮ ਹੁੰਦੀ ਆ ਕਿ ਜਿਹੜਾ ਇਨਾਮ ਆ ਨਾ ਉਹ ਉਸ ਬੰਦੇ ਦਾ ਰੱਖਿਆ ਜਾਂਦਾ ਜਿਹੜਾ ਰੂਪ ਪੁੱਛ ਹੋਵੇ, ਭਗੌੜਾ ਹੋਵੇ, ਉਹਦਾ ਸ਼ਰੇਆਮ ਰਹਿੰਦਾ ਸੀ। ਇਹ ਬਿਲਕੁਲ ਸਿੱਖਾਂ ਵਿੱਚ ਦਹਿਸ਼ਤ ਪਾਉਣ ਵਾਸਤੇ ਪਹਿਲਾਂ ਨਾਮ ਰੱਖਿਆ ਗਿਆ, ਔਰ ਦਹਿਸ਼ਤ ਪਾਉਣ ਵਾਸਤੇ ਹੀ ਉਹਨੂੰ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾਂ ਜਿੱਦਾਂ ਭਾਈ ਪਰਮਜੀਤ ਸਿੰਘ ਪੰਜਵਾੜੀ ਸ਼ਹਾਦਤ ਹੋਈ ਆ ਪਾਕਿਸਤਾਨ ਦੇ ਵਿੱਚ ਨਾ, ਬਹੁਤ ਉਹਦੇ ਨਾਲ ਸੰਘਰਸ਼ ਦਾ ਘਾਟਾ ਵੀ ਪਿਆ, ਪਰ ਉਹਦੇ ਨਾਲ ਸੰਘਰਸ਼ ਮਜ਼ਬੂਤ ਵੀ ਹੋਣਾ, ਕਿਉਂਕਿ ਉਹਨੇ ਆਪਣੀ ਸਾਰੀ ਉਮਰ ਹੀ ਇਸ ਸੰਘਰਸ਼ ਨੂੰ ਲਾਈ ਆ 1986 ਤੋਂ ਲੈ ਕੇ।
ਉਹਨਾਂ ਦਾ ਭਰਾ ਸ਼ਹੀਦ ਆ, ਮਾਤਾ ਸ਼ਹੀਦ ਆ, 2 ਭਰਾ ਉਹ ਡੈਸੇਬਲ ਹੋ ਚੁੱਕੇ ਆ ਵਰਸੇ ਤਸ਼ੱਦਦ ਦੇ ਨਾਲ, ਔਰ ਉਹਨਾਂ ਦੇ ਜੋ ਰਿਸ਼ਤੇਦਾਰ ਸਾਰੇ ਆ ਉਹਨਾਂ ਤੇ ਇੰਨਾ ਤਸ਼ੱਦਦ ਕੀਤਾ ਗਿਆ ਕਿ ਉੱਥੇ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਜੋ ਭਾਰਤ ਸਰਕਾਰ ਹੈ ਹਰ ਐਂਗਲ ਤੋਂ ਜ਼ੁਲਮ ਕਰ ਰਹੀ ਆ, ਪਰ ਅਸੀਂ ਅੱਜ ਇਹ ਬਿਲਕੁਲ ਕਲੀਅਰ ਕਰਦੇ ਹਾਂ ਕਿ ਨਾ ਸਾਨੂੰ ਭਾਰਤ ਸਰਕਾਰ ਜਾਂ ਪੰਜਾਬ ਪੁਲਿਸ ਦਾ ਕੋਈ ਤਸ਼ੱਦਦ ਕੋਈ ਜ਼ੁਲਮ ਡਰਾ ਸਕਿਆ, ਨਾ ਠੜਕਾ ਸਕਿਆ, ਨਾ ਅਗਾਂਹ ਵਾਸਤੇ ਕਦੀ ਵੀ ਅਸੀਂ ਇਹਨਾਂ ਤੋਂ ਡਰਦੇ ਆ, ਨਾ ਇਹਨਾਂ ਨੂੰ ਮੂਹਰੇ ਕਦੀ ਝੁਕਾਂਗੇ, ਨਾ ਵਿਕਾਂਗੇ। ਬਿਲਕੁਲ ਇਹ ਗੱਲ ਭੁਲੇਖਾ ਕੱਢ ਦੇਣ, ਕਿਉਂਕਿ ਮੇਰੀ ਅੱਜ ਵੀ ਸਿੱਖ ਕੌਮ ਨੂੰ ਬੇਨਤੀ ਆ ਨਿਮਰਤਾ ਸਹਿਤ ਕਿ ਜਦੋਂ ਵੀ ਕਿਸੇ ਦੇ ਸਵਾਸ ਪੂਰੇ ਹੋਣੇ ਆ, ਸਵਾਸ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਆ, ਜਦੋਂ ਉਹ ਪੂਰੇ ਹੋਣੇ ਆ ਕਿਸੇ ਦੇ, ਉਹ ਕਿਵੇਂ ਹੋਣੇ ਆ, ਕਿੱਥੇ ਹੋਣੇ ਆ ਤੇ ਕਦੋਂ ਹੋਣੇ ਆ, ਉਹ ਬਹਾਨਾ ਬਾਨਾ ਤੇ ਨਾਜੀਜ਼ਾਂ ਨੇ ਇਕੱਠੇ ਹੋਣਾ ਹੈ। ਜਦੋਂ ਸਾਰਾ ਕੁਝ ਪਹਿਲਾਂ ਤੈਅ ਕੀਤਾ ਹੋਇਆ ਅਕਾਲ ਪੁਰਖ ਵੱਲੋਂ, ਤੇ ਡਰ ਡਰਾਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਵਕਦੀ। ਸੋ ਇਸ ਕਰਕੇ ਜੋ ਆਪਣੇ ਸ਼ਹੀਦ ਹੋਏ ਆ ਉਹਨਾਂ ਦੀ ਸੋਚ ਤੇ ਪਹਿਰਾ ਦਈਏ। ਜਿਹੜਾ ਸੰਘਰਸ਼ ਲੜਦੇ ਲੜਦੇ ਉਹ ਆਪਣਾ ਆਪ ਨਿਸ਼ਾਵਰ ਕਰ ਗਿਆ, ਉਸ ਨੂੰ ਅੱਗੇ ਤੋਰਨ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਲੋੜ ਆ। ਜਿਹੜੇ ਵੀ ਆਜ਼ਾਦ ਸਿੱਖ ਰਾਜ ਖਾਲਸਾ ਲਈ ਯਤਨ ਕਰ ਰਹੇ ਆ ਪੰਜਾਬ ਦੀ ਧਰਤੀ ਤੇ ਜਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦਾ ਸਾਥ ਦੇਣ ਦੀ ਲੋੜ ਆ। ਔਰ ਜਿਸ ਤਰ੍ਹਾਂ ਇਸ ਸਟੇਟਮੈਂਟ ਵਿੱਚ ਅਸੀਂ ਸ਼ੁਰੂਆਤ ਇੱਥੋਂ ਕੀਤੀ ਆ ਕਿ ਸਿੱਖ ਅਤੇ ਸ਼ਹਾਦਤ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਗੂੜਾ ਸੰਬੰਧ ਆ। ਜੇ ਸਿੱਖ ਇਤਿਹਾਸ ਨੂੰ ਪੜ੍ਹਿਆ ਜਾਵੇ ਤਾਂ ਉਹ ਸ਼ਹਾਦਤਾਂ ਦਾ ਹੀ ਇੱਕ ਦਸਤਾਵੇਜ਼ ਆ। ਸੋ ਸ਼ਹਾਦਤਾਂ ਜਿਹੜਾ ਮੁੱਢ ਆ ਉਹ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰੰਭਿਆ, ਮੁੱਢ ਵਧਿਆ, ਜਿਹੜਾ ਪੜਾ ਚੱਲਦਾ ਅੱਜ ਦੀ ਘੜੀ ਤੱਕ ਆਇਆ। ਔਰ ਭਾਈ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਦੀ ਜੰਗੀ ਆਜ਼ਾਦੀ ਦੇ ਆਖਰੀ ਸ਼ਹੀਦ ਬਣ ਗਏ। ਔਰ ਇਸ ਸਾਲ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ, ਉਹ ਇਸ ਸਾਲ ਦੇ ਪਹਿਲੇ ਸ਼ਹੀਦ ਆ, ਤੇ ਭਾਈ ਹਰਦੀਪ ਸਿੰਘ ਨਿੱਜਰ ਦੂਜੇ ਸ਼ਹੀਦ ਆ। ਔਰ ਪਰ ਇਹ ਆਖਰੀ ਸ਼ਹੀਦ ਨਹੀਂ, ਇਹ ਲੜੀ ਮੁੱਕਣੀ ਨਹੀਂ, ਨਾ ਹੀ ਮੁੱਕੀ ਆ, ਔਰ ਨਾ ਹੀ ਕੌਮ ਇਹਨਾਂ ਗੱਲਾਂ ਤੋਂ ਘਬਰਾਉਂਦੀ ਆ। ਔਰ ਜਦੋਂ ਯਾਦ ਆ ਕਿ ਆਪਾਂ ਨੂੰ ਪੁਰਾਤਨ ਇਤਿਹਾਸ ਦੇ ਵਿੱਚ ਜਦੋਂ ਅੱਧੀ ਕੌਮ ਸ਼ਹੀਦ ਹੋ ਗਈ ਸੀ ਇੱਕ ਲੂਗਾਰੇ ਦੇ ਵਿੱਚ ਵੀ, ਤਾਂ ਉਸ ਵੇਲੇ ਜੋ ਸਿੱਖਾਂ ਨੇ ਅਰਦਾਸ ਕੀਤੀ ਸੀ ਉਹ ਇਹੀ ਸੀਗੀ ਕਿ ਗੁਰੂ ਸਾਹਿਬ ਜੀ ਆਪ ਜੀ ਦੇ ਪਾਣੀ ਅੰਦਰ 4 ਪਹਿਰ ਜਦ ਸੁੱਖਾਂ ਦਾ ਬਰੀਤ ਹੋਇਆ, ਆਈ ਰਹਿਣ ਪਾਣੀ ਅੰਦਰ ਬਰੀਤ ਕਰੋਣੀ। ਔਰ ਉਹ ਗੁਰੂ ਸਾਹਿਬ ਦਾ ਭਾਣਾ ਮੰਨਦਿਆਂ ਹੋਇਆ ਸਿੱਖਾਂ ਨੇ ਉਦੋਂ ਵੀ ਆਪਣਾ ਸੰਘਰਸ਼ ਜਾਰੀ ਰੱਖਿਆ ਸੀ, ਅੱਜ ਵੀ ਇਸੇ ਤਰ੍ਹਾਂ ਰੱਖਣਗੇ। ਜੋਗਾ ਸਿੰਘ ਜੀ, ਸਟੇਟ ਜਦ ਆਪਣੀਆਂ ਏਜੰਸੀਆਂ ਨੂੰ ਇਸ ਤਰੀਕੇ ਦੇ ਨਾਲ ਵਰਤਦੀ ਹੈ, ਗੈਂਗਸਟਰ ਬਣਾ ਲੈਂਦੀਆਂ ਆਪਣੀਆਂ ਏਜੰਸੀਆਂ ਨੂੰ, ਤਦ ਵਿਦੇਸ਼ਾਂ ਦੇ ਵਿੱਚ ਬੈਠੇ ਜੋ ਸਿੰਘ ਨੇ, ਜੋ ਸੰਘਰਸ਼ ਦਾ ਹਿੱਸਾ ਰਹੇ ਨੇ, ਉਹਨਾਂ ਦੇ ਕੋਲ ਆਪਣੇ ਸਰਕਾਰਾਂ ਤੱਕ ਕੋਈ ਆਵਾਜ਼ ਪਹੁੰਚਾਉਣ ਦਾ ਬਣਦਾ, ਜਾਂ ਤੁਹਾਡੇ ਜਥੇਬੰਦੀਆਂ ਦੇ ਵੱਲੋਂ, ਜਿਵੇਂ ਪਹਿਲਾਂ ਵੀ ਗੱਲ ਹੋ ਰਹੀ ਸੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਸਿੰਘਾਂ ਨੂੰ ਦੱਸਿਆ ਗਿਆ ਉੱਥੋਂ ਦੀਆਂ ਏਜੰਸੀਆਂ ਦੇ ਵੱਲੋਂ ਕਿ ਤੁਸੀਂ ਥੋੜਾ ਸਤਰਕ ਰਹੇ ਹੋ, ਕਿ ਯੂਕੇ ਦੇ ਵਿੱਚ ਵੀ ਅਜਿਹਾ ਸਤਰਕਤਾ ਦਿੱਤੀ ਜਾ ਰਹੀ ਹੈ ਕਈ ਸਿੰਘਾਂ ਨੂੰ ਲੈ ਕੇ? ਹਾਂਜੀ, ਇੱਕ ਸਿੰਘ ਦਾ ਮੈਂ ਨਾਮ ਨਹੀਂ ਲਵਾਂਗਾ, ਜਦ ਦੀ ਇਜਾਜ਼ਤ ਤੋਂ ਬਗੈਰ ਉਹਨੂੰ ਸੱਦ ਕੇ ਕਿਹਾ ਗਿਆ ਵੀ ਤੂੰ ਘਰੋਂ ਬਾਹਰ ਨਹੀਂ ਜਾਣਾ, ਜੇ ਜਾਣਾ ਤਾਂ ਆਪਣੇ ਨਾਲ ਕਿਸੇ ਬੰਦੇ ਨੂੰ ਲੈ ਕੇ ਜਾਣਾ। ਤੇ ਮਸਲਾ ਤਾਂ ਇਹ ਵੀ ਜੇ ਉਹ ਦੱਸ ਰਹੇ ਆ ਤਾਂ ਉਹਦੇ ਲੋਕ ਕਰ ਕੀ ਰਹੇ ਆ। ਜੇ ਕੈਨੇਡਾ ਵਾਲਿਆਂ ਨੇ ਦੱਸਿਆ ਪ੍ਰਵਿੰਟ ਤਾਂ ਉਹਨੇ ਕੀਤਾ ਨਹੀਂ, ਇਹਦਾ ਦੱਸਣਾ ਤਾਂ ਕਾਫੀ ਨਹੀਂ, ਤਾਂ ਉਹਦੇ ਲਈ ਉਹਨੂੰ ਬੰਦੋਬਸਤ ਤਾਂ ਕੋਈ ਕੀਤਾ ਨਹੀਂ। ਪਰ ਸਾਡਾ ਜਿਹੜਾ ਕਹਿਣ ਦਾ ਭਾਵ ਇਹ ਹੈ ਕਿ ਬੇਸ਼ੱਕ ਦੀ ਸਾਡਾ ਸਾਰਿਆਂ ਦਾ ਵੀ ਕਤਲ ਹੋ ਜਾਵੇ, ਜਿਹੜੀ ਖਾਲਸਤਾਨ ਦੀ ਲਹਿਰ ਆ, ਜਿਹੜੀ 1984 ਦੇ ਘੱਲੂ ਘਰ ਤੋਂ ਬਾਅਦ ਹੁਣ ਇਹਦੀ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਇਹ ਜਨੂਨ ਹੈ, ਉਹਨਾਂ ਸ਼ਹੀਦਾਂ ਦੇ ਖੂਨ ਜਿਹੜਾ ਉਹ ਨੀਆਂ ਦੇ ਵਿੱਚ ਪਿਆ, ਉਹਨਾਂ ਗਦਾਰੀ ਨਹੀਂ ਕਰ ਸਕਦੇ। ਦੂਸਰੀ ਗੱਲ ਆ, ਜਦੋਂ ਆਪਾਂ ਇੱਥੇ ਬਹੁਤ ਅੰਮ੍ਰਿਤਧਾਰੀ ਸਿੰਘ ਬੈਠੇ ਆ, ਜਦੋਂ ਆਪਾਂ ਅੰਮ੍ਰਿਤ ਛਕਦੇ ਆ ਆਪਾਂ ਕਹਿੰਦੇ ਜੀ ਸਿਰ ਗੁਰੂ ਨੂੰ ਦਿੱਤਾ। ਜੇ ਸਿਰ ਗੁਰੂ ਨੂੰ ਦਿੱਤਾ ਫਿਰ ਸਹੀ ਗੱਲ ਕਰਨੀ ਵੀ ਆਪਣੀ ਜ਼ਿੰਮੇਵਾਰੀ ਆ। ਹਾਂ ਦਾ ਨਾਰਾ ਮਾਰਨਾ ਆਪਾਂ ਅਸੀਂ ਨਹੀਂ ਕਹਿੰਦੇ ਤੁਸੀਂ AK-47 ਚੁੱਕੋ, ਅਸੀਂ ਚਾਹੁੰਦੇ ਹਾਂ ਦਾ ਨਾਰਾ ਤਾਂ ਮਾਰੋ, ਰੌਲਾ ਤਾਂ ਪਾਓ, ਸੜਕਾਂ ਤੇ ਤਾਂ ਆਏ ਲੋਕ, ਸੜਕਾਂ ਤੇ ਤਾਂ ਆਉਣ। ਆਪਾਂ ਦੁਨੀਆ ਨੂੰ ਤਾਂ ਦੱਸ ਸਕੀਏ। ਜੇ ਕਸ਼ਮੀਰ ਦੇ ਵਿੱਚ ਕੋਈ ਉਹ ਕੋਲ ਦਿੰਦੇ ਆ 90-95% ਲੋਕ ਆ ਜਾਂਦੇ ਆ, ਜੇ ਆਪਣੀ ਕੋਈ ਕੋਲ ਹੁੰਦੀ ਆ 10% ਨਹੀਂ ਆਉਂਦੇ। ਜਾਣੀ ਆਪਣੀ ਜ਼ਿੰਮੇਵਾਰੀ ਵੀ ਸਮਝਣ ਦੀ ਲੋੜ ਆ। ਮੇਰੀ ਕੀ ਜ਼ਿੰਮੇਵਾਰੀ ਆ, ਮੇਰੀ ਸੰਸਥਾ ਦੀ ਕੀ ਜ਼ਿੰਮੇਵਾਰੀ ਆ, ਸਾਡੇ ਪਰਿਵਾਰ ਦੀ ਕੀ ਜ਼ਿੰਮੇਵਾਰੀ ਆ। ਜਿਹੜਾ ਉਹਨਾਂ ਦਾ ਚੈਲੰਜ ਆ ਕਬੂਲ ਆ ਸਾਨੂੰ, ਪਰ ਸਾਡੇ ਕਿਸੇ ਦੇ ਚਿਹਰੇ ਤੇ ਕੋਈ ਭੈ ਜਾਂ ਡਰ ਨਹੀਂ ਹੈ, ਤਾਂ ਨਾ ਅਸੀਂ ਡਰਾਂਗੇ। ਤਾਂ ਸਗੋਂ ਇਹ ਜਿਹੜੀ ਮੌਤ ਆ, ਇਹ ਜਦੋਂ ਨਾ ਕੋਈ ਬੰਦਾ ਅਕਾਲ ਚਲਾਣਾ ਕਰ ਜਾਂਦਾ 2 ਸਾਲ ਬਾਅਦ ਉਹਦਾ ਕੋਈ ਨਾਂ ਨਹੀਂ ਲੈਂਦਾ। ਇਹ ਜਿਹੜੇ ਸਿੰਘ ਸ਼ਹੀਦ ਹੋਏ ਆ, ਜਿੰਨਾ ਚਿਰ ਧਰਤੀ ਤੇ ਸੂਰਜ ਆ ਉਹਨਾਂ ਚਿਰ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਨਾਂ ਰਹਿਣਾ। ਉਹ ਤਾਂ ਸਦਾ ਲਈ ਅਮਰ ਹੋ ਗਏ, ਪਰ ਉਹਦਾ ਚਲੋ ਲੋਸ ਤਾਂ ਹੁੰਦਾ, ਪਰਿਵਾਰ ਨੂੰ ਲੋਸ ਹੁੰਦਾ, ਕੌਮ ਨੂੰ ਲੋਸ ਹੁੰਦਾ, ਪਰ ਉਹਦੇ ਨਾਲ ਚੜ੍ਹਦੀ ਕਲਾ ਵੀ ਕੌਮ ਚ ਆਉਂਦੀ, ਨਿਖਾਰ ਵੀ ਆਉਂਦਾ।
5ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਤਸ਼ਾਹ ਨੇ ਫਿਰ ਮੀਰੀ ਪੀਰੀ ਦਾ ਸਿਧਾਂਤ ਦਿੱਤਾ। 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਫਿਰ ਸਿੱਖਾਂ ਨੂੰ ਯੁੱਧ ਕਰਨ ਲਈ ਜਾਣਕਾਰੀ ਦਿੱਤੀ ਜਾਂ ਉਹਨਾਂ ਨੂੰ ਦੱਸਿਆ ਵੀ ਹੁਣ ਆਪਾਂ ਨੂੰ ਆਪਣਾ ਜਿਹੜਾ ਹੱਕ ਹੈ ਇਸ ਤਰ੍ਹਾਂ ਲੈਣਾ ਪੈਣਾ। ਸੋ ਜਦੋਂ ਆਪਣੇ ਤੇ ਹਮਲੇ ਹੁੰਦੇ ਆ, ਕੌਮ ਸਚੇਤ ਹੁੰਦੀ ਆ, ਆਪਾਂ ਆਪਣੇ ਹੱਕਾਂ ਲਈ ਤਤਪਰ ਹੁੰਦੇ ਆ, ਆਪਾਂ ਉਹਦੇ ਲਈ ਜਿਹੜਾ ਵੀ ਆਪਾਂ ਨੂੰ ਤਰੀਕਾ ਵਰਤਣ ਦੀ ਲੋੜ ਆ ਕਰਾਂਗੇ। ਮੈਂ ਗੱਲ ਫੇਰ ਰਿਪੀਟ ਕਰ ਦੇਵਾਂ, ਅਸੀਂ ਕਿਸੇ ਨੌਜਵਾਨਾਂ ਨੂੰ ਇਹ ਨਹੀਂ ਕਹਿ ਰਹੇ ਵੀ ਤੁਸੀਂ ਕਿਸੇ ਤੇ ਹਮਲਾ ਕਰ ਦਿਓ ਜਾਂ ਕਿਸੇ ਦਾ ਕਤਲ ਕਰ ਦਿਓ। ਅੱਛਾ ਨਾ, ਹਾਂ ਦਾ ਰਾਰਾ ਮਾਰੋ। ਜੇ ਸਾਰੀ ਕੌਮ ਸੜਕਾਂ ਤੇ ਆ ਜਾਵੇ, ਜਦੋਂ ਪ੍ਰੋਟੈਸਟ ਹੁੰਦਾ ਆ, ਇੱਥੇ 5-7 ਲੱਖ ਸਿੱਖ ਆ, 2 ਲੱਖ ਸਿੱਖ ਆਵੇ, ਕਿੱਦਾਂ ਨਹੀਂ ਆਵਾਜ਼ ਜਾਂਦੀ ਦੁਨੀਆ ਤੱਕ, ਕਿੱਦਾਂ ਨਹੀਂ ਆਵਾਜ਼ ਪਹੁੰਚਦੀ। ਪੰਜਾਬ ਦੇ ਵਿੱਚ ਇੰਨੇ ਸਿੱਖ ਆ, ਜੇ ਕੋਈ ਕੋਲ ਆਉਂਦੀ ਉੱਥੇ ਲੱਖਾਂ ਸਿੱਖ ਇਕੱਠੇ ਹੋਣ, ਕਿੱਦਾਂ ਨਹੀਂ ਕੋਈ ਆਪਣੀ ਆਵਾਜ਼ ਸੁਣੂਗਾ। ਆਪਾਂ ਨੂੰ ਆਪਣੀ ਜ਼ਿੰਮੇਵਾਰੀ, ਆਪਣਾ ਫਰਜ਼ ਪਛਾਣਨ ਦੀ ਲੋੜ ਹੈ ਵੀ ਮੈਂ ਕੀ ਕਰ ਰਿਹਾ। ਹਰ ਇੱਕ ਬੰਦਾ ਆਪਣਾ ਫਰਜ਼ ਪੂਰਾ ਕਰੇ ਤਾਂ ਸਾਰੀ ਕੌਮ ਰਲ ਕੇ ਆਪਾਂ ਬਹੁਤ ਵੱਡੀ ਪ੍ਰਾਪਤੀ ਕਰ ਸਕਦੇ ਹਾਂ। ਇਹ ਸਾਰੀ ਕੌਮ ਦਾ ਮਸਲਾ ਸਾਡੇ ਪੰਜਾਂ ਚਾਂਝਾ ਤੁਹਾਡੇ 100-200 ਸਿੰਘ ਦਾ ਨਹੀਂ ਹੈ। ਕੌਮੀ ਤੌਰ ਤੇ ਆਪਾਂ ਇਹ ਚੈਲੰਜ ਪੂਰਾ ਕਰਨਾ, ਕੌਮੀ ਤੌਰ ਤੇ ਦਾ ਜਵਾਬ ਦੇਣਾ। ਆਪਣੇ ਬਿਲਕੁਲ ਸਾਡੇ ਮਨ ਦੇ ਵਿੱਚ ਕੋਈ ਡਰ ਨਹੀਂ। ਅਸੀਂ ਅੱਗੇ ਨਾਲੋਂ ਜ਼ਿਆਦਾ ਤਤਪਰ ਹੋਏ ਹਾਂ, ਅੱਗੇ ਨਾਲੋਂ ਜ਼ਿਆਦਾ ਦ੍ਰਿੜ ਹੋਏ ਹਾਂ। ਅੱਗੇ ਜੇ ਅਸੀਂ 70-80% ਕਰਦੇ ਸੀ, ਹੁਣ 90-100 ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਖਾਲਸਤਾਨ ਮੂਵਮੈਂਟ ਦਾ ਪ੍ਰਚਾਰ ਕਰੀਏ। ਹਾਂਜੀ, ਹੋਰ ਕੋਈ ਸਵਾਲ? ਅਖੀਰਲਾ ਸਵਾਲ ਹੈ ਮੇਰਾ, ਇਹਨਾਂ ਮੁਲਕਾਂ ਦੇ ਲਈ ਬਾਇਲੈਟਰਲ ਟ੍ਰੇਡ ਜ਼ਰੂਰੀ ਨੇ, ਇਹਨਾਂ ਦੇ ਇੰਟਰਨਲ ਅਫੇਅਰਸ ਜ਼ਰੂਰੀ ਨੇ, ਇਹਨਾਂ ਦੇ ਡਿਪਲੋਮੈਟ ਜਿਹੜਾ ਕੈਡਰ ਹੈ ਉਹ ਉਸ ਨੂੰ ਬਚਾ ਕੇ ਰੱਖਣਾ ਚਾਹੁੰਦਾ ਹੈ। ਉਹਨਾਂ ਮੁਲਕਾਂ ਦੇ ਵਿੱਚ ਵੀ ਸਿੱਖ ਮਾਈਨੋਰਿਟੀਜ਼ ਹੀ ਨੇ, ਤਾਂ ਕੀ ਉਹ ਇਸ ਚੀਜ਼ ਨੂੰ ਵੇਖ ਰਹੇ ਨੇ ਕਿ ਮਾਈਨੋਰਿਟੀਜ਼ ਜਿਨ੍ਹਾਂ ਦੀ ਭਾਰਤ ਦੇ ਵਿੱਚ ਨਹੀਂ ਸੁਣੀ ਜਾ ਰਹੀ, ਤਾਂ ਅਸੀਂ ਉਹਨਾਂ ਦੇ ਲਈ ਆਪਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਉਂ ਕਿਸੇ ਮੁਲਕ ਦੇ ਨਾਲ ਖਰਾਬ ਕਰੀਏ? ਅਮਰੀਕ ਸਿੰਘ ਜੀ ਵੀ ਇਸ ਦਾ ਜਵਾਬ ਦੇ ਸਕਦੇ। ਦੇਖੋ, ਬੇਨਤੀ ਹੈ ਕਿ ਸਰਕਾਰਾਂ ਜਿਹੜੀਆਂ ਆਉਂਦੀਆਂ ਉਹਨਾਂ ਨੇ ਆਪਣੇ ਹਿਸਾਬ ਨਾਲ ਸੋਚਣਾ ਹੁੰਦਾ, ਇਹਦੇ 'ਚ ਕੋਈ ਦੂਜੀ ਰਾਏ ਨਹੀਂ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਆਪਣੇ ਜਿਹੜੇ ਯਤਨ ਆ ਉਹ ਆਪਾਂ ਛੱਡ ਦੇਣੇ ਆ, ਕਿਉਂਕਿ ਸਰਕਾਰਾਂ ਨੇ ਆਪਣੇ ਹਿਸਾਬ ਨਾਲ, ਜਿੱਥੇ ਵਪਾਰ ਦੀ ਗੱਲ ਹੁੰਦੀ ਹੈ ਉਹਨਾਂ ਨੇ ਵਪਾਰਕ ਆਪਣਾ ਜਿਹੜਾ ਹਿੱਤ ਹੈ ਉਹਨੂੰ ਪਹਿਲਾਂ ਰੱਖਣਾ। ਪਰ ਜੇ ਆਪਾਂ ਬਿਲਕੁਲ ਉਹਨਾਂ ਨੂੰ ਚੈਲੰਜ ਨਹੀਂ ਕਰਦੇ ਤੇ ਉਹ ਫਿਰ ਖੁੱਲ੍ਹੇ ਤੌਰ ਤੇ ਕਰਨਗੇ। ਲੇਕਿਨ ਜੇ ਆਪਾਂ ਚੈਲੰਜ ਕਰਦੇ ਹਾਂ, ਤੁਹਾਨੂੰ ਪਤਾ ਕਿ ਹਰ ਹਫ਼ਤੇ ਅਸੀਂ ਉਹਨਾਂ ਨੂੰ ਉਹਨਾਂ ਦਾ ਇਸ਼ੂ ਜਿਹੜਾ ਉਹਨੂੰ ਚੈਲੰਜ ਕਰੀਦਾ ਕਿ ਤੁਸੀਂ ਇਸ ਢੰਗ ਨਾਲ ਨਹੀਂ ਕਰ ਸਕਦੇ, ਕਿਉਂਕਿ ਸਿੱਖਾਂ ਦੀ ਇਸ ਮੁਲਕ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਤੇ ਬਹੁਤ ਵੱਡੀ ਦੇਣ ਆ, ਇਹਨੂੰ ਤੁਸੀਂ ਝਟਲਾ ਨਹੀਂ ਸਕਦੇ। ਪਰ ਆਪਾਂ ਉਸ ਮੁਲਕ ਦੀ ਗੱਲ ਕਰਦੇ ਹਾਂ ਜਿਸ ਮੁਲਕ ਦਾ ਬਹੁਤ ਇੱਕ ਲੰਮਾ ਚੌੜਾ ਸਿੱਖਾਂ ਨਾਲ ਸੰਬੰਧ ਆ। 1914 ਤੋਂ ਲੈ ਕੇ ਸਿੱਖਾਂ ਦੀ ਬਹੁਤ ਵੱਡੀ ਇਸ ਮੁਲਕ ਦੀ ਆਜ਼ਾਦੀ ਲਈ ਔਰ ਇਸ ਮੁਲਕ ਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ। ਔਰ ਇਹਨਾਂ ਨੂੰ ਪਤਾ ਆ, ਇਹ ਵੀ ਨਹੀਂ ਵੀ ਆਪਾਂ ਕੋਈ ਆਪਾਂ ਬਣਾ ਕੇ ਗੱਲ ਕਰ ਰਹੇ ਹਾਂ, ਇਹ ਇਸ ਗੱਲ ਲਈ ਅਵੇਅਰ ਆ। ਔਰ ਤੁਹਾਡੇ ਨਾਲ ਜਦੋਂ ਤੁਸੀਂ ਇਹਨਾਂ ਨਾਲ ਗੱਲ ਕਰੋਗੇ, ਉਹ ਚਾਹੇ ਕਿਸੇ ਥਾਂ ਤੇ ਵੀ ਜਾਣ, ਸਿੱਖਾਂ ਦੀ ਕੁਰਬਾਨੀ ਦੀ ਗੱਲ ਜਿਹੜੀ ਆ, ਸਿੱਖਾਂ ਦੀ ਦੇਣ ਦੀ ਗੱਲ ਕਰਦੇ ਆ। ਲੇਕਿਨ ਜਦੋਂ ਇਹਨਾਂ ਦੀ ਗੱਲ ਟ੍ਰੇਡ ਦੀ ਆਉਣੀ ਆ, ਉਦੋਂ ਉਹਨਾਂ ਨੇ ਉਸ ਗੱਲ ਨੂੰ ਪਹਿਲ ਨਹੀਂ ਦੇਣੀ। ਜਦੋਂ ਆਪਾਂ ਨੂੰ ਸਵਾਲ ਵੀ ਕਰੀਦਾ ਵੀ ਤੁਸੀਂ ਆਹ ਮਸਲਾ ਤੁਸੀਂ ਸਰਕਾਰ ਨਾਲ ਕਿਉਂ ਨਹੀਂ ਉਠਾਉਂਦੇ, ਇਹਨਾਂ ਨੇ ਉਸ ਵੇਲੇ ਉਹ ਮਸਲਾ ਜਿਹੜਾ ਆ ਉਹਨੂੰ ਇਸ ਢੰਗ ਨਾਲ ਹੀ ਉਠਾਉਣਾ ਜਿੱਥੇ ਇਹਨਾਂ ਦਾ ਜਿਹੜੇ ਪ੍ਰੈਕਟਿਕਲੀ ਜਾ ਰਹੇ ਆ ਜਾਂ ਜਿਹੜੀ ਗੱਲ ਲਈ ਮੀਟਿੰਗਾਂ ਹੁੰਦੀਆਂ, ਇਹਨਾਂ ਨੇ ਪਹਿਲਾਂ ਉਹ ਸਾਈਨ ਕਰਾਉਣੇ ਆ, ਫਿਰ ਗੱਲ ਕਰਨੀ। ਤੁਸੀਂ ਹੁਣ ਮੋਦੀ ਦੇਖਿਆ ਉੱਥੇ ਗਿਆ ਆ, ਹਾਲਾਂਕਿ ਉਹਨਾਂ ਨੂੰ ਪਤਾ ਉੱਥੇ ਤਕਰੀਬਨ 78 ਡੈਮੋਕ੍ਰੇਟ ਜਿਹੜੇ ਆ ਉਹਨਾਂ ਨੇ ਸਾਈਨ ਕਰਕੇ ਦਿੱਤਾ ਕਿ ਇਹਨਾਂ ਦਾ ਜਿਹੜਾ ਹਿਊਮਨ ਰਾਈਟ ਦਾ ਜਿਹੜਾ ਰਿਕਾਰਡ ਆ ਸਭ ਤੋਂ ਇਸ ਵੇਲੇ ਵਰਸ ਆ। ਲੇਕਿਨ ਸਰਕਾਰ ਨੂੰ ਕਿਉਂਕਿ ਸਭ ਤੋਂ ਵੱਡਾ ਖਤਰਾ ਇਸ ਵੇਲੇ ਹੈਗਾ ਜਿਹੜੀਆਂ ਉਹ ਤਾਕਤਾਂ ਇਕੱਠੀਆਂ ਹੋ ਰਹੀਆਂ, ਇਹ ਇਸ ਗੱਲ ਨੂੰ ਇਹਨਾਂ ਲਈ ਪ੍ਰਾਇਓਰਟੀ ਆ ਕਿ ਇੰਡੀਆ ਨੂੰ ਕਿਸੇ ਢੰਗ ਨਾਲ, ਜਿੱਥੇ ਰਸ਼ੀਆ ਤੇ ਚੀਨ ਤੇ ਜੇ ਇੰਡੀਆ ਵੀ ਹੋ ਜਾਂਦਾ ਤੇ ਇੱਕ ਬਹੁਤ ਵੱਡੀ ਜਿਹੜੀ ਆ ਤਾਕਤ ਬਣਦੀ ਆ, ਜਿਹਨੂੰ ਇਹ ਚੈਲੰਜ ਸਮਝਦੇ ਆ ਤੇ ਜਿਹਨੂੰ ਆਪਾਂ ਨੂੰ ਵੀ ਸਮਝਣ ਦੀ ਲੋੜ ਆ। ਆਪਾਂ ਉਸ ਸਿਸਟਮ ਦੇ ਵਿੱਚ ਆ ਜਿੱਥੇ ਇਹਨਾਂ ਨੇ ਹਰ ਹਾਲਤ ਵਿੱਚ ਇੰਡੀਆ ਨੂੰ ਯਤਨ ਕਰਨਾ ਕਿ ਇਹ ਭਾਵੇਂ ਇੰਡੀਆ ਦਾ ਜਿਹੜਾ ਇਸ ਵੇਲੇ ਦਾ ਜੋ ਸਿਸਟਮ ਆ ਉਹ ਤਕਰੀਬਨ ਉਹਨਾਂ ਦੀ ਓਪਨਲੀ ਨਹੀਂ, ਇੰਟਰਨਲੀ ਜਿਹੜੀ ਸਾਂਝ ਆ ਉਹ ਰਸ਼ੀਆ ਨਾਲ ਆ। ਪਰ ਇਹਨਾਂ ਦਾ ਕੁਝ ਇਹ ਹੈ ਕਿ ਕਿਤੇ ਇਹ ਸਾਰੇ ਤਿੰਨੇ ਇਕੱਠੇ ਨਾ ਹੋ ਜਾਣ। ਜੇ ਤਿੰਨੇ ਇਕੱਠੇ ਹੁੰਦੇ ਸਾਡੇ ਲਈ ਇਹ ਖਤਰਾ ਬਣ ਸਕਦੇ ਆ। ਸੋ ਇਸ ਕਰਕੇ ਇੰਡੀਆ ਨੂੰ ਇਹਨਾਂ ਨੇ ਇਸ ਢੰਗ ਨਾਲ ਜ਼ਰੂਰ, ਚਾਹੇ ਕਹਿ ਲਓ ਕੋਈ ਵਰਤਣਾ ਜਾਂ ਇਹਨਾਂ ਨੇ ਉਹਨਾਂ ਨਾਲ ਇਸ ਢੰਗ ਦੇ ਰਿਲੇਸ਼ਨ ਰੱਖਣੇ ਆ।
ਲੇਕਿਨ ਉਹਦੇ ਬਾਵਜੂਦ ਜਿਹੜਾ ਆਪ ਜੀ ਦਾ ਸਵਾਲ ਆ ਉਹ ਇਹ ਆ ਕਿ ਉਹਦੇ ਬਾਵਜੂਦ ਵੀ ਆਪਾਂ ਨਿਰੰਤਰ ਇਹਨਾਂ ਨੂੰ ਚੈਲੰਜ ਕਰੀ ਜਾਣਾ ਕਿ ਤੁਸੀਂ ਸਿੱਖਾਂ ਨੂੰ ਇਸ ਢੰਗ ਨਾਲ ਸਕੇਟਬੋਰਡ ਨਹੀਂ ਬਣਾ ਸਕਦੇ, ਤੁਸੀਂ ਸਾਨੂੰ ਬਲੀ ਦੇ ਬੱਕਰੇ ਬਣਾ ਕੇ ਇਹਨਾਂ ਨਾਲ ਸਮਝੌਤੇ ਨਹੀਂ ਕਰ ਸਕਦੇ, ਕਿਉਂਕਿ ਸਾਡਾ ਬਹੁਤ ਵੱਡਾ ਯੋਗਦਾਨ ਆ ਔਰ ਸਾਡੇ ਮਸਲਿਆਂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਆਪਾਂ ਚੈਲੰਜ ਇਹਨਾਂ ਨੂੰ ਕਰੀ ਜਾਣਾ, ਇਹਨਾਂ ਦੇ ਮਸਲੇ ਜਿਹੜੇ ਆਪਾਂ ਹਮੇਸ਼ਾ ਉਠਾਈ ਜਾਣਾ, ਤਾਂ ਕਿ ਕੱਲ ਨੂੰ ਖੁੱਲ੍ਹੇ ਤੌਰ ਤੇ ਇਹ ਨਾ ਕਹਿਣ ਵੀ ਸਾਨੂੰ ਕੋਈ ਪੁੱਛਣ ਵਾਲਾ ਹੈ ਨਹੀਂ। ਸੋ ਇਹ ਆਪਾਂ ਨੂੰ ਨਿਰੰਤਰ ਜਿਹੜਾ ਆ ਉਹ ਜਾਰੀ ਰੱਖਣਾ ਪਊਗਾ। ਅਮਨਦੀਪ ਸਿੰਘ ਜੀ, ਜਸਟ ਟੂ ਐਡ, ਭਾਈ ਅਮਰੀਕ ਸਿੰਘ, ਇਹਨਾਂ ਨੇ ਆਪਣੇ ਲਈ ਇੱਕ ਸਪੈਸ਼ਲ ਡੈਸਕ ਬਣਾਤਾ ਹੁਣ, ਜਿਹੜਾ ਸਿੱਖਾਂ ਤੇ ਨਜ਼ਰ ਰੱਖੇਗਾ ਵੀ ਸਿੱਖਾਂ ਦੀ ਖਾੜਕੂਵਾਦ ਟੈਰਰਿਜ਼ਮ ਤੇ। ਜਿਹੜੀ ਯੂਕੇ ਦੀ ਸਰਕਾਰ ਆ, ਇਹਨਾਂ ਨੂੰ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ, ਇਹਨਾਂ ਨੂੰ ਆਪਣੇ ਟ੍ਰੇਡ ਦਾ ਇੰਪੋਰਟੈਂਸ ਆ। ਜੇ ਸਿੱਖਾਂ ਨਾਲ ਹਮਦਰਦੀ ਹੁੰਦੀ ਤਾਂ ਇਹ ਡੈਸਕ ਨਾ ਬਣਾਉਂਦੇ। ਸੋ ਆਪਣੇ ਮਨ 'ਚ ਇਹ ਕਿਸੇ ਦੇ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇਹਨਾਂ ਨੂੰ ਆਪਣਾ ਟ੍ਰੇਡ ਪਹਿਲਾਂ ਆ, ਇਹਨਾਂ ਨੂੰ ਸਿੱਖਾਂ ਦੇ ਹਿਊਮਨ ਰਾਈਟਸ ਨਹੀਂ ਪਹਿਲਾਂ। ਜੇ ਸਿੱਖ ਹਿਊਮਨ ਰਾਈਟਸ ਪਹਿਲਾਂ ਹੁੰਦੇ ਤਾਂ ਕਿ ਡੈਸਕ ਸਪੈਸ਼ਲ ਨਾ ਤਿਆਰ ਕਰਦੇ ਸਿੱਖਾਂ ਤੇ ਨਜ਼ਰ ਰੱਖਣ ਲਈ। ਹੁਣ ਤੁਹਾਡੀ ਮੇਰੀ ਤੇਰੀ ਸਾਰਿਆਂ ਦੀ ਰਿਪੋਰਟ ਇੰਡੀਆ ਨੂੰ ਜਾਂਦੀ ਹੋਣੀ ਆ ਜੀ, ਆਹ ਬੰਦਾ ਕੀ ਕਰ ਰਿਹਾ, ਆਹ ਬੰਦਾ ਕੀ ਕਰ ਰਿਹਾ। ਪੋਸੀਬਲ ਹੈ ਡੈਸਕ ਕੱਲ੍ਹ ਹੀ ਬਣਾਇਆ, ਸਿੱਖਾਂ ਤੇ ਨਿਗਾਹ ਰੱਖਣ ਲਈ ਬਣਾਇਆ। ਜੇ ਨਿਗਾਹ ਰੱਖਣਗੇ ਫਿਰ ਇਨਫੋਰਮੇਸ਼ਨ ਐਕਸਚੇਂਜ ਕਰਨਗੇ, ਨਹੀਂ ਤਾਂ ਲੋੜ ਹੀ ਨਹੀਂ। ਸੋ ਸਿੱਖਾਂ ਨੂੰ ਬਲੀ ਦੇ ਬੱਕਰੇ ਇਹ ਬਣਾਉਣ 'ਚ ਇਹਨਾਂ ਨੇ ਕੋਈ ਗਰੇਜ ਨਹੀਂ ਕਰਨਾ। ਸੋ ਆਪਾਂ ਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਥੈਂਕ ਯੂ। ਜਿਸ ਤਰ੍ਹਾਂ ਭਾਈ ਸਾਹਿਬ ਦੱਸਿਆ ਵੀ ਪਿਛਲੇ ਟਾਈਮ ਸਿੱਖਾਂ ਨੇ ਕੁਰਬਾਨੀਆਂ ਬਹੁਤ ਕੀਤੀਆਂ, ਕੁਰਬਾਨੀਆਂ ਸ਼ਹੀਦੀਆਂ ਬਹੁਤ ਦਿੱਤੀਆਂ, ਤੇ ਇਹ ਜੋ 2 ਸ਼ਹੀਦੀਆਂ ਹੋਣੀਆਂ, ਇਹਦੇ ਪਹਿਲਾਂ ਵੀ ਜਦੋਂ ਵੀ ਕੁਰਬਾਨੀਆਂ ਸ਼ਹੀਦੀਆਂ ਦਿੱਤੀਆਂ, ਉਹਦੀ ਇੱਕ ਵਜ੍ਹਾ ਸੀ ਕਿ ਅਤਿਆਚਾਰ ਹੁੰਦਾ ਸੀ ਸਾਡੇ ਉੱਪਰ ਜਾਂ ਕਿਸੇ ਕੰਟਰੀਆਂ ਲੜਦੇ ਸੀ। ਅੱਜ 2 ਸ਼ਹੀਦੀਆਂ ਹੋ ਗਈਆਂ ਜੋ ਆਪ ਜਥੇਬੰਦੀਆਂ ਬੈਠੀਆਂ ਕਿਸੇ ਟਾਈਮ ਆਪ ਖੜਕੂ ਸੰਘਰਸ਼ ਨਾਲ ਸੰਬੰਧ ਰਹੀਆਂ, ਕਿ ਇਹਦੀਆਂ ਸ਼ਹੀਦੀਆਂ ਦਾ ਬਦਲਾ ਇੱਕ ਡੈਮੋਕ੍ਰੇਟਿਕ ਢੰਗ ਨਾਲ ਲਵਾਂਗੇ ਜਾਂ ਮੋਰਚੇ ਲਾ ਕੇ ਲਵਾਂਗੇ, ਜਾਂ ਸਾਨੂੰ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਅਗਵਾਈ ਉਹ ਧਾਰਨ ਕਰਨੀ ਪਊਗੀ। ਜੋ ਬਿਲਕੁਲ ਜੋ ਖਾਲਸਾਈ ਪਰੰਪਰਾਵਾਂ ਆ ਉਹ ਤਾਂ ਲਾਗੂ ਹੋਣਗੀਆਂ ਨਾ, ਕਿੱਦਾਂ ਹੁੰਦੀਆਂ ਕਿਵੇਂ ਹੁੰਦੀਆਂ ਇਹ ਮੌਕੇ ਤੋਂ ਪਤਾ ਲੱਗਦਾ। ਗੱਲ ਪਰ ਵਾਹਿਗੁਰੂ ਜਾਣਦੇ ਆ ਕਿ ਉਹਨੇ ਕਿਹਦੇ ਹੱਥ 'ਤੇ ਰੱਖ ਕੇ ਭਾਈ ਦਿਲਾਵਰ ਸਿੰਘ ਬਣਾ ਦੇਣਾ, ਕਿਹਦੇ ਹੱਥ ਸਿਰ 'ਤੇ ਹੱਥ ਰੱਖ ਕੇ ਭਾਈ ਸਤਵੰਤ ਸਿੰਘ ਤੇ ਭਾਈ ਬਿਆਨ ਸਿੰਘ ਪੈਦਾ ਕਰ ਦੇਣੀ। ਸੋ ਇਸ ਕਰਕੇ ਆਪਾਂ ਨੂੰ ਬਿਲਕੁਲ ਹੌਸਲਾ ਨਹੀਂ ਹਾਰਨਾ ਚਾਹੀਦਾ, ਦ੍ਰਿੜ ਰਹਿਣਾ ਚਾਹੀਦਾ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਪ੍ਰਤੀ, ਖਾਲਿਸਤਾਨ ਪ੍ਰਤੀ। ਔਰ ਇਹ ਗੁਰੂ ਸਾਹਿਬ ਦੇ ਹੱਥ 'ਚ ਆ ਕਿ ਉਹਨਾਂ ਨੇ ਗਾਂਹ ਕੀ ਕਰਨਾ। ਆਪਣੇ ਕੋਲ ਸਾਰੀਆਂ ਆਪਸ਼ਨ ਓਪਨ ਆ, ਤਾਂ ਆਪਾਂ ਨੂੰ ਆਪਣੇ ਤੌਰ ਤੇ ਬਿਲਕੁਲ ਸੁਚੇਤ ਰਹਿਣਾ ਚਾਹੀਦਾ। ਜਿਹੜੀ ਵੀ ਸਿੱਖਾਂ ਨੂੰ ਜਦੋਂ ਜਿਹੜੀ ਆਪਸ਼ਨ ਵਰਤਣ ਦੀ ਲੋੜ ਆ, ਗੁਰੂ ਸਾਹਿਬ ਵੱਲੋਂ ਜਿਹੜੀ ਆਪਾਂ ਨੂੰ ਗਾਈਡੈਂਸ ਆ ਜਾਂ ਹਦਾਇਤ ਆ, ਆਪਾਂ ਨੂੰ ਵਰਤਣੀ ਚਾਹੀਦੀ। ਹਾਂਜੀ, ਜਿਹੜੀ ਗੱਲ ਅੱਜ ਆਪਾਂ ਕਰਨ ਜਾ ਰਹੇ ਹਾਂ ਨਾ ਕਿ ਭਾਈ ਪੰਜਵੜ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ, ਇਹ 2 ਕਤਲ ਜਿਹੜੇ ਰੀਸੈਂਟਲੀ ਉਹ ਤੋਂ ਪਹਿਲਾਂ ਵੀ ਪਿਛਲੇ ਸਾਲਾਂ 'ਚ ਵੀ ਹੋਏ ਆ, ਜਿਹੜੇ ਗੋਲੀਆਂ ਮਾਰ ਕੇ ਇੱਕ ਦੂਜੇ ਤੋਂ ਬਾਅਦ ਲਗਾਤਾਰ ਇਹਨਾਂ ਦੇ ਵਿਚਾਲੇ ਭਾਈ ਅਵਤਾਰ ਸਿੰਘ ਜੀ ਖੰਡਾ ਦਾ ਹਸਪਤਾਲ ਵਿੱਚ ਮੌਤ ਹੋਣੀ, ਇਹ ਤਿੰਨੇ ਜਿਹੜੀਆਂ ਮੌਤਾਂ ਹੋਈਆਂ ਆਪਣੇ 54 ਹਫ਼ਤਿਆਂ ਦੇ ਵਿੱਚ, ਇਹਨਾਂ ਨੇ ਸੋਚਣ ਲਈ ਮਜਬੂਰ ਤਾਂ ਜ਼ਰੂਰ ਸਾਨੂੰ ਕੀਤਾ ਵੀ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ, ਤਾਂ ਸੋਚਣ ਦੀ ਲੋੜ ਆ, ਪਰ ਅਸੀਂ ਮਜੂਸ ਨਹੀਂ। ਇੱਥੇ ਬਹੁਤ ਸਾਰੇ ਲੋਕ ਇੰਗਲੈਂਡ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਤਸ਼ੱਦਦ ਵੀ ਝੱਲਿਆ ਤੇ ਜਿਨ੍ਹਾਂ ਨੇ ਆਪਣੇ ਘਰ ਦੇ ਵੀ ਸ਼ਹੀਦ ਕਰਵਾਏ ਆ। ਜੇ ਅਸੀਂ ਇੰਨੇ ਡਰਾਕਲ ਹੁੰਦੇ ਤਾਂ ਅਸੀਂ ਅੱਜ ਸਰਕਾਰਾਂ ਦੇ ਖਿਲਾਫ ਨਾ ਬੋਲਦੇ ਵੀ ਸਾਡੇ ਤਾਂ ਘਰ ਦੇ ਮਾਰ ਦਿੱਤੇ। ਸੋ ਇਹ ਦੁਸ਼ਮਣ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਕੀਤੇ ਹੋਏ ਵਾਰ ਦਾ ਬਦਲਾ ਨਹੀਂ ਲੈਂਦੇ। ਇਹ ਕਦੇ ਵੀ ਨਹੀਂ ਹੋਇਆ ਵੀ ਸਿੱਖ ਕੌਮ ਨੇ ਆਪਣੇ ਤੇ ਹੋਏ ਵਾਰ ਦਾ ਜਵਾਬ ਨਹੀਂ ਦਿੱਤਾ। ਉਹ ਜਵਾਬ ਕਿਵੇਂ ਦੇਣਾ, ਕਿੱਥੇ ਦੇਣਾ, ਕਦੋਂ ਕਿਵੇਂ ਦੇਣਾ, ਇਹ ਸਮੇਂ ਨਹੀਂ ਦੱਸਣਾ, ਤਾਂ ਗੁਰੂ ਸਾਹਿਬ ਨੂੰ ਪਤਾ ਹੈ। ਇਹਨਾਂ ਬਾਰੇ ਮੀਡੀਆ ਤੇ ਨਹੀਂ ਦੱਸਿਆ ਜਾਂਦਾ ਹੁੰਦਾ ਵੀ ਕਿਹੜਾ ਕੀ ਕਿੱਥੇ ਕੀ ਕਰੂਗਾ। ਸੋ ਆਪਣੀਆਂ ਆਪਣੀਆਂ ਡਿਊਟੀਆਂ ਸਮਝੀਏ ਤਾਂ ਸਾਡੇ ਜਿੰਨੀਆਂ ਵੀ ਜਥੇਬੰਦੀਆਂ, ਜਿੰਨੀ ਵੀ ਸਿੱਖ ਕੌਮ ਬੈਠੀ ਆ ਬਾਹਰਲੇ ਮੁਲਕਾਂ ਵਿੱਚ ਜਾਂ ਹਿੰਦੁਸਤਾਨ ਵਿੱਚ, ਉਹ ਆਪਣੇ ਆਪਣੇ ਤਰੀਕੇ ਨਾਲ ਸਿੱਖ ਕੌਮ ਦੀ ਆਜ਼ਾਦੀ ਲਈ ਕੰਮ ਕਰ ਰਹੀ ਹੈ, ਚਾਹੇ ਪੰਜਾਬ ਹੋਵੇ ਚਾਹੇ ਬਾਹਰ ਹੋਈਏ। ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਐਕਟਿਵ ਹੋਣ ਦੀ ਲੋੜ ਆ। ਉਹ ਜ਼ਰੂਰ ਆਪਣੇ ਘਰਾਂ ਤੋਂ ਬਾਹਰ ਨਿਕਲੋ,
ਜਦੋਂ ਵੀ ਕਾਲ ਆਉਂਦੀ ਆ ਉੱਤੇ 200-400 ਬੰਦਾ ਨਹੀਂ, 2-4,000 10,000 ਬੰਦਾ ਇਕੱਠਾ ਹੋਵੋ। ਫਿਰ ਸਾਨੂੰ ਕਿਸੇ ਹਥਿਆਰ ਦੀ ਲੋੜ ਨਹੀਂ, ਕਿਸੇ ਮਜਾਇਲ ਦੀ ਲੋੜ ਨਹੀਂ। ਫਿਰ ਤੁਹਾਡਾ ਜਿਹੜਾ ਇਕੱਠ ਆ ਨਾ ਉਹੀ ਤੁਹਾਡੀ ਗੱਲ ਕਰੂਗਾ। ਜਿਵੇਂ ਹਿੰਦੁਸਤਾਨ ਵਿੱਚ ਵੋਟਾਂ ਲੈ ਕੇ ਝੂਠ ਝਾਟ ਬੋਲ ਕੇ ਜਥੇਬੰਦੀਆਂ ਮੋਹਰੇ ਆਉਂਦੀਆਂ, ਪਾਰਟੀਆਂ ਆਉਂਦੀਆਂ ਤੇ ਮੁੜ ਕੇ ਮਰਜ਼ੀ ਕਰਦੀਆਂ, ਉਹ ਵੀ ਇਕੱਠ 'ਚੋਂ ਹੀ ਆਉਂਦੀਆਂ। ਸੋ ਆਪਾਂ ਇਹ 'ਤੇ ਇਕੱਠ ਕਰਕੇ, ਆਪਾਂ ਇਹ 'ਤੇ ਪ੍ਰੋਟੈਸਟ ਜਾਂ ਮੀਟਿੰਗਾਂ ਐਮਪੀਆਂ ਨਾਲ ਕਰਕੇ, ਜੇ ਇੱਕ ਇਲਾਕੇ ਵਿੱਚ ਐਮਪੀ ਨਾਲ 100-200 ਬੰਦਾ ਗੁਰਦੁਆਰੇ ਬੈਠ ਕੇ ਮੀਟਿੰਗ ਕਰੀ, ਉਹਨੂੰ ਪਤਾ ਵੀ ਇਹ ਬੰਦੇ ਕੱਲ੍ਹ ਨੂੰ ਸਾਡੀ ਪਾਰਟੀ ਦੇ ਖਿਲਾਫ ਭੁਗਤਣਗੇ, ਉੱਥੇ ਵੀ ਅਸੀਂ ਟਾਈਮ ਕੱਢਿਆ ਕਰੀਏ। ਪ੍ਰਬੰਧਕਾਂ ਦਾ ਕੰਮ ਹੈ ਪ੍ਰਬੰਧ ਕਰਨਾ, ਤੇ ਜਿਹੜੇ ਮੇਰੇ ਫਿਰ ਪਹਿਲਾਂ ਵੀ ਜਿੱਦਾਂ ਬੇਨਤੀ ਕੀਤੀ, ਨੌਜਵਾਨਾਂ ਦਾ ਕੰਮ ਆ ਉਹਨਾਂ ਨੂੰ ਐਮਪੀਆਂ ਨੂੰ ਕਨਵਿੰਸ ਕਰਨਾ ਤੇ ਸਿੱਖ ਕੌਮ ਦੀ ਗੱਲ ਦੱਸਣੀ। ਆਪਾਂ ਇੱਕੋ ਗੱਲ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਸਟੇਜ ਤੇ ਹੀ ਨਾ ਇਕੱਲਾ ਬੋਲਿਆ ਕਰੀਏ, ਇਕੱਲੇ ਰਾਗੀ ਢਾਡੀਆਂ ਸੁਣ ਕੇ ਆਪਾਂ ਉਹਨਾਂ ਨੇ ਪੁਰਾਣਾ ਇਤਿਹਾਸ ਨਾਲ ਤਾਂ ਉਹ ਸੁਣ ਕੇ ਖੁਸ਼ ਨਾ ਹੋਈਏ। ਜਿਹੜਾ ਅੱਜ ਦਾ ਮੀਡੀਆ, ਸੋਸ਼ਲ ਮੀਡੀਆ ਤੇ ਜਿਹੜੇ ਇੱਥੇ ਦੇ ਪੋਲੀਟੀਕਲ ਲੋਕ ਆ, ਉਹਨਾਂ ਨੂੰ ਗੁਰੂ ਘਰ ਸੱਦੋ, ਆਪਣੇ ਕਮਿਊਨਿਟੀ ਦੇ ਪਲੇਟਫਾਰਮ ਤੇ ਸੱਦੋ ਤੇ ਨੌਜਵਾਨਾਂ ਨੂੰ ਉਹਦੇ ਨਾਲ ਬਿਠਾ ਲਓ ਕਿ ਉਹ ਸਿੱਖ ਕੌਮ ਦੀ ਗੱਲ ਕਰਨ, ਤਾਂ ਕਿ ਆਪਾਂ ਆਪਣਾ ਕੇਸ ਜਿਹੜਾ ਇਹਨਾਂ ਸਰਕਾਰਾਂ ਮੂਹਰੇ ਵੀ ਰੱਖ ਸਕੀਏ। ਇਹ ਸਰਕਾਰਾਂ ਬੇਸ਼ੱਕ ਆਪਣਾ ਬਿਜ਼ਨਸ ਮੂਹਰੇ ਰੱਖਦੀਆਂ ਆ, ਲੇਕਿਨ ਜਿਹੜੀ ਗਰਾਊਂਡ ਰਿਪੋਰਟ ਹੁੰਦੀ ਉਹ ਤੋਂ ਵੀ ਭੱਜ ਨਹੀਂ ਸਕਦੀਆਂ। ਸੋ ਆਪਾਂ ਆਪਣਾ ਕੰਮ ਕਰੀ ਜਾਈਏ, ਬਾਕੀ ਗੁਰੂ ਦਾ ਭਾਣਾ ਆ, ਉਹਨੇ ਕੀ ਵਰਤਾਉਣਾ ਆ, ਆਪਾਂ ਆਪਣੇ ਤੋਂ ਕੁਤਾਹੀ ਨਾ ਕਰੀਏ। ਆਪਾਂ ਰਜਾਈ 'ਚ ਬੈਠੇ ਰਹੀਏ, ਚਲੋ ਕੁਲਦੀਪ ਤੋਂ ਚਲ ਗਿਆ, ਜੋਗਾ ਤੋਂ ਚਲ ਗਿਆ, ਅਮਰੀਕ ਤੋਂ ਚਲ ਗਿਆ, ਇਹਨਾਂ ਨੇ ਜਾ ਹੀ ਆਉਣਾ, ਇਹਨਾਂ ਨੇ ਬੋਲ ਹੀ ਆਉਣਾ। ਹਰ ਇੱਕ ਬੰਦੇ ਦਾ ਆਉਣਾ ਤੇ ਹਰ ਇੱਕ ਦਾ ਬੋਲਣਾ, ਹਰ ਇੱਕ ਦਾ ਆ ਕੇ ਪਹਿਰਾ ਦੇਣਾ, ਉਹਦੀ ਆਪਣੀ ਇੰਡੀਵਿਜੂਅਲ ਜਿਹੜੀ ਹਾਜ਼ਰੀ ਉਹ ਜ਼ਰੂਰੀ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਜਿਹੜੀ ਤੁਹਾਨੂੰ ਪਤਾ ਜਿਹਦਾ ਇੰਡੀਆ ਆ ਉਹ ਕਾਮਨਵੈਲਥ ਕੰਟਰੀ ਆ, ਜਿੰਨੀਆਂ ਕਾਮਨਵੈਲਥ ਕੰਟਰੀਆਂ ਆ ਉਹ ਸਾਰੀਆਂ ਬ੍ਰਿਟਿਸ਼ ਅੰਪਾਇਰ ਦੇ ਥੱਲੇ ਫੈਲੀ ਹੈਗੀਆਂ। ਉਹਨਾਂ ਦੀਆਂ ਜਿਹੜੀਆਂ ਉਹਨਾਂ ਨਾਲ ਸੰਧੀਆਂ ਹੋਈਆਂ ਹੈਗੀਆਂ ਨਾ 99 ਸਾਲ ਦੀ ਲੀਜ਼ ਕਰਦੇ ਹੈਗੇ ਆ। 1845 ਦੇ ਵਿੱਚ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪੁੱਤਰ ਸੀ, ਉਹਨਾਂ ਸੰਧੀ ਜੀ ਕੀਤੀ ਸੀ ਕਿ ਤੁਹਾਨੂੰ 1945 ਦੇ ਵਿੱਚ ਰਾਜ ਦੇਵਾਂਗੇ। ਸਾਡੀ ਦੀ ਸੰਧੀ ਉਹਨਾਂ ਚੱਲਦੀ ਪਈ ਆ। ਉਹ 18 ਸਾਲ ਦਾ ਨਹੀਂ ਹੋਇਆ ਤਾਂ ਉਹਨੂੰ ਜਦੋਂ ਉਹਨੇ ਰਾਜ ਦੀ ਆਪਣੀ ਮੰਗ ਕੀਤੀ, ਉਹਨੂੰ ਵਾਪਸ ਲੈ ਕੇ ਗਏ, ਪਰ ਉਹਨੂੰ ਕਲਕੱਤੇ ਤੋਂ ਵਾਪਸ ਨਹੀਂ ਮੋੜ ਲਿਆਂਦਾ, ਕਿਉਂਕਿ ਉਹਨਾਂ ਨੂੰ ਰਿਪੋਰਟ ਮਿਲ ਗਈ ਕਿ ਜਿਹੜੇ ਸਿੱਖ ਕੌਮ ਇੱਦਾਂ ਦੀ ਆ, ਇਹ ਆਪਣੇ ਰਾਜੇ ਦੀ ਵੇਟ ਕਰਦੀ ਆ। ਕਿਉਂਕਿ ਮੈਂ ਆਪਣੇ ਪਰਿਵਾਰ ਦੀ 6ਵੀਂ ਪੀੜ੍ਹੀ 'ਚ ਉਸ ਵਿੱਚੋਂ ਜਿਹੜੇ ਬਜ਼ੁਰਗ ਸਾਡੇ ਖਾਲਸਾ ਫੌਜ ਦੇ ਲੜੇ ਆ, ਠੀਕ ਹੈ ਜੀ। ਸਾਡੇ ਬਜ਼ੁਰਗ ਇੱਦਾਂ ਦੇ ਸੀ ਹਲਕੀ ਕਿ ਜਦੋਂ ਸਾਡਾ ਰਾਜ ਮਹਾਰਾਜਾ ਇੱਥੇ ਲੈ ਆਏ ਤਾਂ ਬਹੁਤੇ ਸਾਡੇ ਬਜ਼ੁਰਗਾਂ ਨੇ ਗੋਰਿਆਂ ਦੀ ਨੌਕਰੀ ਨਹੀਂ ਕੀਤੀ ਸੀ ਖਾਲਸਾ ਫੌਜ ਨੇ, ਚਾਰਾ ਵੀ ਅਸੀਂ ਇਹਨਾਂ ਨਾਲ ਖੜੀ ਰਹਿਣਾ ਸੀ, ਆਪਣੇ ਰਾਜੇ ਆਏ ਤੇ ਲੜਾਂਗੇ। ਇਹਦਾ ਰਿਪੋਰਟ ਮਿਲ ਗਈ ਕਿ ਦਲੀਪ ਸਿੰਘ ਮਹਾਰਾਜ ਪੰਜਾਬ ਆ ਗਿਆ, ਇਹ ਜਿਹੜਾ ਪੰਜਾਬ ਸਾਡੇ ਤੋਂ ਨਿਕਲ ਜਾਣਾ ਤੇ ਇੰਡੀਆ ਤਾਂ ਮੁੜ ਕੇ ਸਾਡੇ ਤੋਂ ਜਾਣਾ। ਸਾਨੂੰ ਇਹ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ, ਸਾਡੀ ਹਿਸਟਰੀ ਦੀਆਂ ਕੀ ਕਰਦੀਆਂ ਹੈਗੀਆਂ। ਸੋ ਇਹ ਜਿਹੜਾ ਸਾਡੇ ਕਤਲ ਹੁੰਦੇ ਆ, ਇਹ ਵੀ ਸਾਰਾ ਉਹਦੇ ਵਿੱਚ ਹੀ ਆਉਂਦਾ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਜਿੱਦਾਂ ਕਹਿੰਦੇ ਸੂਬੇਦਾਰ ਰੱਖਿਆ ਇੰਡੀਆ ਜਿਹੜੇ ਹੈਗੇ ਆਪਣੇ ਸਾਰੇ ਰਾਜੇ, ਤੁਸੀਂ ਇਹ ਕੰਟਰੀ ਨੂੰ ਚਲਾਓ, ਜਿੱਦਾਂ ਮਰਜ਼ੀ ਕਰੋ, ਇੱਥੇ ਕੋਈ ਬਗਾਵਤ ਹੁੰਦੀ ਉਹਨੂੰ ਦੱਬੋ, ਜਿੱਦਾਂ ਮਰਜ਼ੀ ਦੱਬੋ। ਜੇ ਤੁਸੀਂ ਨਹੀਂ ਦੱਬ ਸਕੇ, ਉਹਨਾਂ ਦੇ ਵਿੱਚ ਜਿਹੜੀ ਉਹਦੀ 3-4 ਹਜ਼ਾਰ ਪੇਪਰ ਦੀ ਇਹਨਾਂ ਦੀ ਕੋਈ ਸਹਿ ਹੈਗੀ ਆ, ਸਾਰੀ ਗੱਲਾਂ ਬਾਤਾਂ ਇੱਕ ਵੀ ਇੰਡੀਆ ਨਹੀਂ ਉਤਰਦੀ ਤਾਂ ਸ਼ਾਇਦ ਉਹਨਾਂ ਤੋਂ ਵਾਪਸ ਕੁਛ ਵੀ ਕਰ ਸਕਦੇ ਆ। ਹੁਣ ਤੁਸੀਂ ਕਹਿਣਾ ਕਿ ਇੰਡੀਆ ਨੂੰ ਫਲੈਗ ਤਾਂ ਦੇ ਦਿੱਤਾ 3 ਰੰਗ ਦਾ, ਉਹ 2 ਮਹੀਨੇ ਪਹਿਲਾਂ ਫਲੈਗ ਬਣਦਾ ਜਦੋਂ ਇੰਡੀਆ ਇੰਡੀਪੈਂਡੈਂਟ ਹੁੰਦੀ ਆ। ਪਹਿਲਾਂ ਕੋਈ ਫਲੈਗ ਇੰਡੀਆ ਦਾ ਪੋਲਿਸੀ ਆਪਾਂ ਕਹਿੰਦੇ ਵੀ ਫਲੈਗ ਲਈ ਲੜੇ ਆ ਸਿੱਖ, ਨਹੀਂ, ਸਿੱਖ ਲੜੇ ਆ ਸਰ ਪੰਜਾਬ ਲਈ, ਨਿਸ਼ਾਨ ਸਾਹਿਬ ਲਈ। ਜਦੋਂ ਖਾਲਸਾ ਰਾਜ ਗਿਆ ਉਹਨੇ ਲੜੇ ਆ। ਇਹ ਜੀ ਸਾਨੂੰ ਬੜੇ ਸ਼ਾਲ ਕਪਟਰ ਨਾਲ ਇੰਡੀਆ ਦੇ ਲੜਾਇਆ। ਜਿਹੜਾ ਵਾਲਾ ਵਾਗ ਜਿਹੜਾ ਸਾਕਾ ਸੀਗਾ ਉਹ ਹਿੰਦੂਆਂ ਨੇ ਆਪ ਕਰਵਾਇਆ ਸੀ ਉਸ ਵੇਲੇ, ਕਿਉਂਕਿ ਉਸ ਵੇਲੇ ਤੱਕ ਜਿਹੜੇ ਸਿੱਖ ਇੱਕ ਲਹਿਰ ਸੀਗੀ ਉਹ ਸਿਰਫ ਆਪਣਾ ਖੁਸਿਆ ਰਾਜ ਲੈਣ ਲਈ ਲੜ ਰਹੀ ਸੀ। 1919 ਤੋਂ ਬਾਅਦ ਦੇਖੋ ਜਿਹੜੀ ਸਾਡੀ ਸਿੱਖ ਜਿਹੜਾ ਪੰਜਾਬੀ ਸੀ ਉਹ ਇੰਡੀਆ ਨੂੰ ਆਜ਼ਾਦ ਕਰਾਉਣ ਲੜਨ ਲੱਗ ਗਿਆ। ਇੰਡੀਆ ਨੂੰ ਆਜ਼ਾਦ ਕਰਾਤਾ, ਮੁੜ ਕੇ ਅਸੀਂ ਭਾਰਤ ਦੇ ਗੁਲਾਮ ਹੋ ਗਏ ਹਾਂ। ਜਿਹੜੀ ਗੁਲਾਮੀ ਹੈ ਸਾਡੀ ਇੰਨੀ ਪੀੜ੍ਹੀ ਹੋਈ ਜਾਂਦੀ ਗਾਹਾਂ ਕਿ ਉਹਦੇ ਵਿੱਚ ਸਾਨੂੰ ਆਪ ਵੀ ਨਹੀਂ ਪਤਾ ਲੱਗਦਾ ਵੀ ਜਿੱਦਾਂ ਇੱਥੇ ਸਾਰੇ ਤਾਂ ਬੈਠੇ ਆਪਾਂ ਲੱਗਦਾ ਆਪਾਂ ਵੀ ਬੜੇ ਇਕੱਠੇ ਹੋ ਗਏ ਹੈ ਨਾ, ਪਰ ਅੰਦਰੂਨੀ ਜਿੰਨਾ ਕਿ ਆਪਾਂ ਇਕੱਠੇ ਨਹੀਂ ਹੁੰਦੇ। ਇੱਥੋਂ ਜਿਹਨੂੰ ਕਹਿੰਦੇ ਗੁਰੂ ਮਹਾਰਾਜ, ਉਹਦਾ ਇੱਕ ਹੱਥ ਮਿਲਾ ਕੋਈ ਫਾਇਦਾ ਨਹੀਂ ਹੁੰਦਾ। ਹੱਥ ਦਾ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹਾਂ। ਅਮਰੀਕਾ ਨੇ ਸ਼ੇਅਰ ਕੀਤਾ ਮੋਦੀ ਨਾਲ, ਤੁਹਾਨੂੰ ਲੱਗਦਾ ਸ਼ੇਅਰ ਕੀਤਾ, ਪਰ ਨਾਲ ਉਹਨੇ ਮੋਦੀ ਦੀ ਬੇਇੱਜ਼ਤੀ ਵੀ ਕੀਤੀ ਆ। ਕਿਉਂਕਿ ਜਿਹੜਾ ਇੰਡੀਆ ਇਸ ਵੇਲੇ ਜੇ ਤੁਸੀਂ ਵਰਲਡ ਦੀ ਜੀਓ ਪੋਲਿਟਿਕਸ ਦਾ ਜੋ ਕੁਛ ਸਮਝੋ ਆ, ਉਹ ਸਾਨਾਂ ਦੇ ਭੇਡ ਵਿੱਚ ਫਸਿਆ ਬੈਠਾ ਇਸ ਵੇਲੇ। ਰਸ਼ੀਆ,
ਚਾਈਨਾ, ਅਮਰੀਕਾ। ਇੰਡੀਆ ਦੀ ਹਾਲਤ ਆਪਣੇ ਵੀ ਮਾੜੀ ਇਸ ਵੇਲੇ ਆ ਕਿ ਉਹਦੇ ਟੋਟੇ ਹੋ ਸਕਦੇ ਐਨੀ ਥਾਂ 'ਚ। ਪਰ ਹੁਣ ਆਪਾਂ ਨੇ ਸੋਚਣਾ ਨੇ, ਆਪਾਂ ਇੱਥੇ ਬੈਠੇ ਸਾਰੇ ਆ, ਜੇ ਆਪਾਂ ਸੁਹਿਰਦ ਹੈਗੇ ਆਪਣੇ ਖਿੱਤੇ ਲਈ, ਆਪਣੇ ਬਜ਼ੁਰਗਾਂ ਲਈ, ਕਦੇ ਨਹਿਰਾਂ ਤੱਕ ਨਹੀਂ ਸੁਹਿਰਦ ਹੈਗੇ ਆ, ਜਾਂ ਆਪਾਂ ਕਹਿੰਦੇ ਇੰਨੀਆਂ ਸ਼ਹੀਦੀਆਂ ਹੋ ਗਈਆਂ ਉਹਨਾਂ ਦਾ ਮੁੱਲ ਪਾਉਣਾ, ਆਪਾਂ ਇਹਦੇ ਵਿੱਚੋਂ ਆਪਾਂ ਸਿੱਖਾਂ ਨੇ ਕਿੱਦਾਂ ਫਾਇਦਾ ਲੈਣਾ? ਸ਼ਹੀਦੀ ਹੁੰਦੀਆਂ ਗਈਆਂ, ਹੁੰਦੀਆਂ ਰਹਿਣੀਆਂ ਗਾਹਾਂ ਵਾਸਤੇ। ਹੁਣ ਇੱਥੇ ਦੀ ਗੱਲ ਕਰਦੇ ਗੌਰਮੈਂਟ ਨਾਲ ਆਪਾਂ ਡਾਇਲੋਗ ਤੋੜ ਲਿਆ ਪਾਸਟ ਵਿੱਚ, ਯੂਕੇ ਗੌਰਮੈਂਟ ਨਾਲ ਡਾਇਲੋਗ ਤੋੜ ਬੈਠੇ ਪਾਸਟ ਵਿੱਚ, ਕਿਉਂਕਿ ਆਪਾਂ ਨੂੰ ਇਹਨਾਂ ਦੇ ਨਾਲ ਡਿਪਲੋਮੈਟਿਕ ਡਾਇਲੋਗ ਕਰਦੇ ਰਹਿਣਾ ਚਾਹੀਦਾ ਸੀਗਾ ਕਿ ਜਿਹੜਾ ਆਪਣੇ ਅੰਗੇਜ ਨਾ ਹੋਵੇ। ਡਰ ਵੀ ਸਾਡੀ ਰਿਪੋਰਟ ਆ, ਪੁਲਿਸ ਵਾਲੇ ਦੱਸਦੇ ਕਿ ਜਦੋਂ ਡਾਇਲੋਗ ਤੋੜਿਆ ਤੁਸੀਂ ਸਿੱਖਾਂ ਨੇ, ਡਰ ਵੀ ਇਕੱਲੇ ਸੈਕਟਰ ਦੀ ਰਿਪੋਰਟ ਜਾ ਰਹੀ ਪੁਲਿਸ ਕੋਲ, ਪਹਿਲਾਂ ਵੀ ਜਾਂਦੀ ਸੀ, ਇਹ ਮੈਂ ਡਰ ਵੀ ਸਿੱਧੀ ਦੀ ਗੱਲ ਹੈ। ਹੁਣ ਤੁਸੀਂ ਰਿਲੇਸ਼ਨਸ਼ਿਪ ਇਸ ਗੌਰਮੈਂਟ ਨਾਲ ਕਿੱਦਾਂ ਬਣਾਉਣੇ ਆ, ਡਿਵੈਲਪ ਕਰਨੇ ਕੋਲ ਆਪਾਂ ਇੱਥੇ ਰਹਿੰਦੇ ਆ, ਠੀਕ ਹੈ, ਸਾਡੇ ਇਹਨਾਂ ਨਾਲ ਸਾਡਾ ਰਿਲੇਸ਼ਨਸ਼ਿਪ ਨਹੀਂ ਹੈਗਾ। ਹੁਣ ਰਸ਼ੀਆ, ਚਾਈਨਾ, ਇੰਡੀਆ, ਪਾਕਿਸਤਾਨ ਆਪਸ ਵਿੱਚ ਮਿਲਦੇ ਆ ਨਾ, ਡਿਪਲੋਮੈਟ ਤੌਰ 'ਤੇ ਗੱਲ ਕਰਦੇ ਆ ਨਾ, ਸਾਡੀ ਡਿਪਲੋਮੈਸੀ ਥੋੜੀ ਫੇਲ ਹੋਈ ਹੈ ਸਾਡੀ। ਇਹ ਡਿਪਲੋਮੈਸੀ ਅਸੀਂ ਕਾਮਯਾਬ ਕਰਾਂਗੇ। ਹੁਣ ਦੀਪ ਸਿੱਧੂ ਜੋਰ ਲਾ ਕੇ ਆਪਣਾ ਅਮਰਪਾਲ ਭਾਈ ਬਰਸਾ ਗਿਆ, ਉਹਨੇ ਜੋਰ ਲਾਇਆ ਬਹੁਤ। ਫਿਰ ਇੱਥੇ ਆਪਣੇ ਅਵਤਾਰ ਸਿੰਘ ਖੰਡਾ ਆ, ਉਹਨੇ ਤੁਹਾਨੂੰ ਕਿੰਨੇ ਪ੍ਰਚਾਰ ਕੀਤੇ, ਕਹਿੰਦੇ ਵਧੀਆ ਤਰੀਕੇ ਨਾਲ ਉਹ ਨੌਜਵਾਨ ਕਰਦੇ, ਕਿਉਂਕਿ 11 ਤੋਂ ਉਹ ਸਾਡੇ ਕੋਲ ਆਇਆ, ਜਦ ਦਾ ਸਾਡੇ ਨਾਲ ਰਿਹਾ। ਉਹ ਕਹਿਣ ਦਾ ਮਤਲਬ ਮੇਰਾ ਕਿ ਆਪਾਂ ਇਹਨਾਂ ਗੌਰਮੈਂਟਾਂ ਨੂੰ ਆਪਣਾ ਕੇਸ ਕਿੱਦਾਂ ਰੱਖ ਸਕਦੇ, ਜਿਹੜਾ ਆਪਾਂ ਇਹਨਾਂ ਨਾਲ ਸੰਬੰਧ ਨਾ ਵਿਗੜਨ। ਠੀਕ ਹੈ, ਇਹਨਾਂ ਨੇ ਜਿੱਦਾਂ ਤੁਸੀਂ ਗੱਲ ਕੀਤੀ ਵੀ ਆਪਣੇ ਭਾਈ ਵੀਰ ਸਿੰਘ ਨੇ ਵੀ ਇਹਨਾਂ ਨੂੰ ਬਿਜ਼ਨਸ ਹੈਪੀ ਹੈਗੇ ਆ, ਪਰ ਸਾਡੀ ਗੱਲ ਵੀ ਸੁਣਨ ਕਿ ਉਹ ਇੰਡੀਆ ਨੂੰ ਆਪਣੇ ਤੌਰ 'ਤੇ ਜਵਾਬ ਦੇਣ। ਜਿੱਦਾਂ ਜਦੋਂ ਝੰਡੇ ਦਾ ਗੱਲ ਹੋਈ ਆ ਤਾਂ ਆਈ ਥਿੰਕ ਆਸਟ੍ਰੇਲੀਆ ਦਾ ਉਹ ਸੀਗਾ ਉਹਨਾਂ ਦਾ ਡਿਪਲੋਮੈਟ ਜਿਹੜੀ ਕਿਹਾ ਸੀ ਕਿ ਸਾਡੀਆਂ ਕੰਟਰੀਆਂ ਦੇ ਵਿੱਚ ਇਹ ਨੋਰਮਲ ਗੱਲ ਹੈਗੀ ਆ ਕਿ ਤੁਹਾਨੂੰ ਪ੍ਰੋਟੈਕਸ਼ਨ ਨਹੀਂ ਦਿੱਤੀ। ਐਕਚੁਅਲੀ ਮੈਨੂੰ ਚੇਤਾ ਕਿ ਜਦੋਂ ਮੁਜ਼ਾਹਰਾ ਕਰ ਰਿਹਾ ਜੂਨ ਦੇ ਵਿੱਚ, ਖੰਡੇ ਦਾ ਮੈਨੂੰ ਨਾ ਕਹਿੰਦਾ ਕਿ ਭਾਜੀ ਵੀ ਰਾਜਾ ਰਾਮ ਸਿੰਘ ਦਾ ਨੰਬਰ ਦਿਓ। ਮੈਂ ਕਿਹਾ ਇੱਕ ਪਤਾ ਕਰਦਾ ਕਿੱਥੇ ਹੈਗਾ ਨੰਬਰ ਦਾ। ਮੈਂ ਤਰਸੇ ਨੂੰ ਕਿਹਾ ਪਤਾ ਕਰ ਪੰਜਾਬ ਨੂੰ ਕਰਕੇ ਕੀ ਗੱਲ ਹੋਈ। ਮੈਂ ਕਿਹਾ ਕਹਿੰਦਾ ਕਿ ਜਿਹੜੀ ਇੰਡੀਆ ਦੀ ਐਮਬੈਸੀ ਦੀ ਇੰਗਲੈਂਡ ਦੀ ਆ, ਇੰਡੀਆ ਦੀ ਸਿਕਿਉਰਟੀ ਲਾਤੀ ਆ, ਤਾਂ ਆਪਾਂ ਉੱਥੇ ਨਾ ਕਹਿੰਦੇ ਭੇਜਣੇ ਆ। ਸੋ ਆਪਾਂ ਨੂੰ ਇਹ ਵੀ ਰਿਲੇਸ਼ਨਸ਼ਿਪ ਰੱਖਣੀ ਚਾਹੀਦੀ ਇਹਨਾਂ ਨਾਲ ਇੱਦਾਂ ਦੀ ਕਿ ਅਸੀਂ ਸਿੱਖ ਜਿਹੜੇ ਤੁਹਾਡੇ ਲਈ ਖੜਦੇ ਆ, ਤੁਸੀਂ ਸਾਡੇ ਵੈਕਦੇ ਆਓ। ਬਾਕੀ ਜੋ ਨਹੀਂ ਕਰਨਾ ਬਿਜ਼ਨਸ ਹੱਥ ਲਈ ਉਹ ਤਾਂ ਤੁਹਾਨੂੰ ਪਤਾ ਹੈਗਾ। ਸਭ ਤੋਂ ਵੱਡੀ ਮੇਨ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਜਿਹੜੇ ਨੌਜਵਾਨ ਹੈਗੇ ਸਾਡੇ ਆ, ਜਿਨ੍ਹਾਂ ਦੇ ਕੋਲ ਕੋਈ ਇਹੋ ਜਿਹੀ ਕੈਪੇਬਿਲਿਟੀ ਹੈਗੀ ਆ, ਜਿਸੇ ਤਰ੍ਹਾਂ ਦੀ ਕਿਸੇ ਫੀਲਡ ਦੇ ਵਕੀਲ ਆ, ਲਾਇਰ ਆ, ਉਹ ਮੂਹਰੇ ਆਓ, ਉਹ ਵਧੀਆ ਤਰੀਕੇ ਨਾਲ, ਵਧੀਆ ਸਲੀਕੇ ਨਾਲ ਡਾਇਲੋਗ ਕਰ ਸਕਣ ਗੌਰਮੈਂਟ ਨਾਲ। ਕਿਉਂਕਿ ਅਸੀਂ ਇੱਦਾਂ ਸਾਡੇ ਗ੍ਰੈਸਪ ਤਾਂ ਹੈਗੀ ਸਾਡੇ ਕੋਲ ਪੰਜਾਬ ਤੋਂ ਨਾ ਸੀ, ਅਤੇ ਉਹ ਥੋੜ੍ਹਾ ਜਿਹਾ ਆਪਾਂ ਜੇ ਸੈੱਟ ਕਰ ਸਕੀਏ ਸਾਰੇ, ਉਹ ਵਧੀਆ ਤਰ੍ਹਾਂ ਮੂਹਰੇ ਆਉਣ। ਬਾਕੀ ਜਿਹੜੇ ਸਿਆਣੇ ਬੰਦੇ ਹੈਗੇ ਆ ਉਹ ਪਿੱਛੇ ਗਾੜੀ ਰਾਹ ਬਣ ਸਕਦੇ ਆ, ਸਲਾਹ ਦੇ ਸਕਦੇ ਆ, ਇੱਦਾਂ ਕਰੋ। ਪਰ ਮੇਰੇ ਖਿਆਲ ਨੌਜਵਾਨ ਜਿਹੜੇ ਹੈਗੇ ਆ ਉਹ ਵਧੀਆ, ਜਿੱਦਾਂ ਉਹ ਭਾਈ ਸਾਹਿਬ ਹੈਗੇ ਵਧੀਆ ਬੋਲਦੇ, ਮੈਂ ਸੁਣੇ ਕਈ ਵਾਰੀ ਬਹੁਤ ਵਧੀਆ ਠੰਮੇ ਨਾਲ ਬੋਲਦੇ ਹੈਗੇ ਆ। ਇੱਦਾਂ ਦੇ ਨੌਜਵਾਨ ਚਾਹੀਦੇ ਜਿਹੜੇ ਕਿ ਇਹਨਾਂ ਨੂੰ ਵੀ ਗੋਰਿਆਂ ਨੂੰ ਕੰਪੈਲ ਕਰ ਸਕਣ। ਵਾਹਿ ਖਾਲਸਾ। ਅੱਜ ਦੇਖੋ ਬੇਨਤੀ ਇਸ ਤਰ੍ਹਾਂ ਮਨਜੀਤ ਉਹਨਾਂ ਦੀ ਵੀ ਜਿਹੜਾ ਡਾਇਲੋਗ ਦੀ ਗੱਲ ਆ ਵੀ ਸਰਕਾਰ ਨਾਲ ਤਾਂ ਬੜੇ ਤਕਰੀਬਨ ਦੋਨੋਂ ਤੁਹਾਨੂੰ ਵੀ ਦੇ ਦੇ, ਉਹਨਾਂ ਨੂੰ ਵੀ ਦੇ ਦੇਣੇ, ਜਵਾਬ ਦੇ ਲੈਣ ਦੇ। ਇੱਕ ਸ਼ੋਰਟ ਸਵਾਲ ਰੱਖੋ। ਮਨਜੀਤ ਉਹਨਾਂ ਦਾ ਸਵਾਲ ਬਹੁਤ ਵੈਲਿਡ ਹੈ, ਜਿਹੜਾ ਕਿ ਮੇਰਾ ਖਿਆਲ ਸਾਰੇ ਇਹ ਤਾਂ ਦੁਬਦਾ ਪੈ ਜਾਂਦੀ ਜੀ ਆਪਾਂ ਫਿਰ ਕਲੀਅਰ ਨਹੀਂ ਕਰਦੇ ਨਾ, ਇਸ ਕਰਕੇ ਮੇਰਾ ਵੀ ਮੈਂ ਛੋਟ 'ਚ ਰੱਖੂਗਾ। ਆਪਣੇ ਮਨਜੀਤ ਸਿੰਘ ਜੀ ਸਰਕਾਰ ਨਾਲ ਬੜੀ ਮਿਹਨਤ ਕਰਕੇ ਜਿੱਦਾਂ ਜਿਹੜੀ ਡਾਇਲੋਗ ਬਣਾਈ ਸੀ, ਅਤੇ ਉਹਦੇ ਲਈ ਵੀ ਬੜਾ ਸਾਨੂੰ ਐਫਰਟ ਕਰਨੀ ਪਈ ਆ ਐਜ਼ ਏ ਜਿੱਦਾਂ ਤਕਰੀਬਨ ਪੰਥਕੀ ਜਥੇਬੰਦੀਆਂ, ਕਿਉਂਕਿ ਉੱਥੇ ਸਰਕਾਰ ਨਾਲ ਡਾਇਲੋਗ ਜਿਹੜੇ ਸਿੱਖਾਂ ਦੇ ਬਿਹਾਫ 'ਤੇ ਲੋਕ ਕਰ ਰਹੇ ਸੀਗੇ, ਉਹ ਸਹੀ ਮਾਇਨੇ ਦੇ ਵਿੱਚ ਆਪਣੇ ਨੁਮਾਇੰਦੇ ਨਹੀਂ ਸੀ। ਜੋ ਭਾਵਨਾ ਦੇਖੋ, ਹੁਣ ਆ ਇੱਕ ਵੱਡਾ ਇਕੱਠ ਬੈਠਾ, ਅਸੀਂ ਜੇ 2-4 ਸਿੰਘ ਮੂਹਰੇ ਬੈਠੇ ਆ, ਜੇ ਤੁਹਾਡੀ ਅਸੀਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਤੇ ਸਹੀ ਮਾਇਨੇ ਦੇ ਵਿੱਚ ਅਸੀਂ ਤੁਹਾਡੀ ਨੁਮਾਇੰਦਗੀ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਸੰਗਤ ਦੀ ਜਿਹੜੀ ਭਾਵਨਾ ਹੁੰਦੀ ਉਹਦੀ ਤਰਜਮਾਨੀ ਕਰਨੀ ਹੁੰਦੀ, ਉਹ ਜਿੱਥੇ ਮਰਜ਼ੀ ਵੀ ਜਾਣ, ਫਿਰ ਨੁਮਾਇੰਦਾ ਉਹਨੂੰ ਕਿਹਾ ਜਾਂਦਾ। ਜਿਹੜੇ ਨੁਮਾਇੰਦੇ ਸਰਕਾਰ ਦੇ ਨਾਲ ਡਾਇਲੋਗ ਕਰਦੇ ਸੀ, ਉਹ ਆਪਣੀ ਜੋ ਸਿੱਖਾਂ ਦੀ ਸਹੀ ਮਾਇਨੇ ਦੀ ਭਾਵਨਾ ਨਹੀਂ ਸੀ, ਉਹਦੀ ਤਰਜਮਾਨੀ ਨਹੀਂ ਸੀ ਕਰਦੇ। ਸੋ ਬੜਾ ਉੱਥੇ ਇੱਕ ਸਟਰਗਲ ਹੋਇਆ। ਸਟਰਗਲ ਹੋ ਕੇ ਉੱਥੇ ਅਸੀਂ ਰੱਖ ਲਓ ਵੀ ਬਹੁਤ ਫੋਰਸਫੁਲੀ ਐਂਟਰ ਹੋਏ ਸੀ ਵਿੱਚ, ਅਤੇ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਸਾਡੇ ਨਾਲ ਐਵਰੀ 3 ਮੰਥ ਉਹ ਜਦੋਂ ਮਤਲਬ ਰਾਊਂਡ ਟੇਬਲ ਜਿਹੜੀ ਸੀ ਉਹ ਡਾਇਲੋਗ ਕਰਨਗੇ। ਉਹਦੇ ਵਿੱਚ ਏਜੰਡਾ ਜਿਹੜਾ ਸੀਗਾ ਉਹ ਬਣਾ ਕੇ ਉਹਨੂੰ ਭੇਜਿਆ ਜਾਂਦਾ ਸੀ। ਉਸ ਏਜੰਡੇ 'ਤੇ ਫਿਰ ਉਹ ਮਸਲੇ ਜਿਹੜੇ ਹੁੰਦੇ ਸੀ ਉਹਨਾਂ 'ਤੇ ਗੱਲਬਾਤ ਕੀਤੀ ਜਾਂਦੀ ਸੀ।
ਸਰਕਾਰ ਨੂੰ ਇਦਾਂ ਲੱਗਣ ਲੱਗ ਪਿਆ ਵੀ ਇਹਨਾਂ ਬੰਦਿਆਂ ਨੇ ਸਾਨੂੰ ਕਾਰਨਰ ਕਰ ਲਿਆ, ਕਿਉਂਕਿ ਅਸੀਂ ਹੌਲੀ ਹੌਲੀ ਉਹ ਲੋਕ ਜਿਹੜੇ ਸੀ ਜਿਹੜੇ ਵਿੱਚ ਤਕਰੀਬਨ ਸਿਰਫ ਦਾ ਸਿਰਫ ਜਿਨ੍ਹਾਂ ਦਾ ਨਿੱਜੀ ਆਪਣਾ ਵਪਾਰ ਸੀਗਾ ਉਹ ਹੀ ਵਿੱਚ ਬੈਠੇ ਸੀਗੇ, ਉਹਨਾਂ ਨੂੰ ਪਰੇ ਕਰਕੇ ਉੱਥੇ ਉਹ ਨੌਜਵਾਨ ਲਿਆਂਦੇ ਜਿਹੜੇ ਤਕਰੀਬਨ ਪੰਥ ਨੂੰ ਸਮਰਪਿਤ ਤੇ ਪੰਥ ਨੂੰ ਜਵਾਬ ਦੇ ਸੀਗੇ। ਲੇਕਿਨ ਸਰਕਾਰ ਨੂੰ ਉਹ ਭਾਉਂਦੀ ਨਹੀਂ ਸੀ ਗੱਲ। ਪੈਂਡੈਮਿਕ ਤੋਂ ਥੋੜਾ ਚਿਰ ਪਹਿਲਾਂ ਇਹਨਾਂ ਨੇ ਉਹ ਮੀਟਿੰਗਾਂ ਜਿਹੜੀਆਂ ਅਸੀਂ ਹੌਲੀ ਸਲਿੱਪ ਕਰਤੀਆਂ। ਫਿਰ ਇਹਨਾਂ ਨੇ ਇਹ ਕਿਹਾ ਕਿ ਅਸੀਂ ਜਥੇਬੰਦੀਆਂ ਤੋਂ ਹੁਣ ਨੋਮੀਨੇਸ਼ਨਾਂ ਮੰਗਣੀਆਂ, ਫਿਰ ਅਸੀਂ ਡਿਸਾਈਡ ਕਰਾਂਗੇ ਕਿਹੜੇ ਬੰਦੇ ਅਸੀਂ ਰਾਉਂਡ ਟੇਬਲ ਤੇ ਲੈਣੇ ਆ। ਅਸੀਂ ਫਿਰ ਅਪਲਾਈ ਕਰਾਤਾ, ਅਸੀਂ ਵੀ ਸਾਰੇ ਅਪਲਾਈ ਕਰਾਤਾ। ਇਹਨਾਂ ਨੇ ਫਿਰ ਵੀ ਇਹ ਕਿਹਾ ਵੀ ਹੁਣ ਜਿਹੜੇ ਨਾਂ ਫਿਰ ਵੀ ਬਹੁਤ ਆ ਗਏ ਆ, ਇਹ ਬੰਦੇ ਸਾਨੂੰ ਫਿਰ ਫਿੱਟ ਨਹੀਂ ਬਣੇ। ਇਹਨਾਂ ਨੇ ਫਿਰ ਉਹ ਸ਼ਾਰਟ ਲਿਸਟ ਨਹੀਂ ਕੀਤਾ। ਫਿਰ ਪੈਂਡੈਮਿਕ ਆ ਗਿਆ। ਹੁਣ ਪੈਂਡੈਮਿਕ ਤੋਂ ਬਾਅਦ ਲਗਾਤਾਰ ਨਿਰੰਤਰ ਅਸੀਂ ਸਰਕਾਰ ਨੂੰ ਕਿਹਾ ਵੀ ਸਿੱਖਾਂ ਦੇ ਮਸਲੇ ਅਸੀਂ ਕਿੱਦਾਂ ਨਜਿੱਠੀਏ। ਤੁਸੀਂ ਕਹਿੰਦੇ ਇੱਕ ਪਾਸੇ ਵੀ ਸਿੱਖਾਂ ਦੇ ਮਸਲਿਆਂ ਦਾ ਸਾਨੂੰ ਪਤਾ ਨਹੀਂ ਲੱਗਦਾ, ਪਰ ਤੁਸੀਂ ਆਪ ਸਿਸਟਮ ਬਣਾਇਆ ਸੀ। ਤੁਸੀਂ ਕਿਹਾ ਸੀ ਅਸੀਂ ਮਿਨਿਸਟਰ ਜਿਹੜੇ ਕਮਿਊਨਿਟੀ ਮਿਨਿਸਟਰ ਹੈਗੇ ਉਹ ਤੁਹਾਡੇ ਨਾਲ ਬੈਠਿਆ ਕਰਨਗੇ, ਬਹੁਤ ਚੰਗੀ ਗੱਲ ਸੀ। ਅਸੀਂ ਵੀ ਚਾਹੁੰਦੇ ਤੁਸੀਂ ਆਪਣੀ ਗੱਲ ਦੱਸੋ, ਅਸੀਂ ਜੋ ਕੌਮ ਦੀ ਗੱਲ ਹੈ ਤੁਹਾਡੇ ਨਾਲ ਆ ਕੇ ਕਰਾਂਗੇ। ਉਹਨਾਂ ਨੇ ਉਹ ਡਾਇਲੋਗ ਬੰਦ ਕਰ ਦਿੱਤੀ ਪੈਂਡੈਮਿਕ ਤੋਂ ਬਾਅਦ। ਹਾਲੇ ਤੱਕ ਵੀ ਨਿਰੰਤਰ ਸਾਡੀ ਕੋਸ਼ਿਸ਼ ਜਾਰੀ ਆ। ਤੁਸੀਂ ਬਿਲਕੁਲ 100% ਸਹੀ ਆ ਵੀ ਸਰਕਾਰ ਨਾਲ ਗੱਲਬਾਤ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ। ਸਾਨੂੰ ਪਤਾ ਭਲੀ ਭਾਂਤ ਔਰ ਬਿਲਕੁਲ ਦਰਸਤ ਆ, ਪਰ ਸਰਕਾਰ ਸਿਰਫ ਚਾਹੁੰਦੀ ਉਹ ਲੋਕਾਂ ਨੂੰ, ਉਹਨਾਂ ਨੇ ਉਹ ਐਕੈਡੈਮਿਕ ਬੰਦੇ ਲਿਆਂਦੇ, ਉਹ ਬੰਦਿਆਂ ਦੇ ਨਾਂ ਲੈਂਦੇ ਜਿਨ੍ਹਾਂ ਦੇ ਤੁਸੀਂ ਨਾਂ ਕਦੀ ਸੁਣੇ ਵੀ ਨਹੀਂ ਹੋਣੇ। ਮੈਂ ਲਿਸਟ ਤੁਹਾਨੂੰ, ਮੈਂ ਦਵਿੰਦੀ ਜੋ ਕਹਿ ਕੇ ਤੁਹਾਨੂੰ ਲਿਸਟ ਭੇਜ ਦੂੰਗਾ। ਕੋਈ ਲੀਡ ਤੋਂ ਕੱਢ ਲਿਆ, ਕੋਈ ਕਿੱਥੋਂ ਲਿਆ, ਅਸੀਂ ਕਦੀ ਉਹ ਬੰਦੇ ਨਹੀਂ ਸੁਣੇ। ਉਹ ਕਹਿੰਦੇ ਜੀ ਆ ਐਕੈਡੈਮਿਕ ਆ ਫਲਾਨੀ ਰਿਸਰਚ ਆ, ਭਾਵੇਂ ਉਹਦੀ ਲੱਖ ਰਿਸਰਚ ਆ ਸਾਡੀ ਕਰੀਮ ਆ ਲੋਕ ਆ ਜਿਹੜੇ ਅੱਜ ਤੱਕ ਲੜੇ ਆ ਕੌਮ ਲਈ, ਆ ਲੋਕ ਆ। ਇਹਨਾਂ ਦੇ ਵਿੱਚੋਂ ਜੇ ਇਹਨਾਂ ਚੋਂ ਨਹੀਂ ਉੱਥੇ ਬੰਦੇ ਜਿਹੜੇ ਤੁਹਾਡੀ ਭਾਵਨਾ ਦੀ ਤਰਜਮਾਨੀ ਕਰਦੇ, ਉੱਥੇ ਨਹੀਂ ਉਹ ਕੰਮ ਹੀ ਫੇਰ ਹੋਣਾ ਹੈ ਜਿਹੜਾ ਪਹਿਲਾਂ ਹੁੰਦਾ ਸੀਗਾ। ਉਹਨਾਂ ਨੇ ਉਹ ਬੰਦੇ ਪੈਕ ਕੀਤੇ, ਅਸੀਂ ਉਹਨੂੰ ਰਿਜੈਕਟ ਕਰਤਾ। ਅਸੀਂ ਕਿਹਾ ਇਹਨਾਂ ਬੰਦਿਆਂ ਨੂੰ ਤਾਂ ਕਮੇਟੀ ਦੇ ਵਿੱਚ ਜਾਣਦਾ ਹੀ ਕੋਈ ਨਹੀਂ। ਇੱਕ ਬੀਬੀ ਲੈ ਆਂਦੀ, ਉਹ ਬੀਬੀਆਂ ਦੋ ਦੇ ਨਾਂ ਲਿਆਂਦੇ। ਅਸੀਂ ਕਿਹਾ ਇਹਨਾਂ ਬੀਬੀਆਂ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ, ਇਹ ਤੁਸੀਂ ਕਿੱਦਾਂ ਕਹਿ ਸਕਦੇ ਸਿੱਖਾਂ ਦੇ ਨੁਮਾਇੰਦੇ ਆ। ਸੋ ਇਸ ਕਰਕੇ ਸਰਕਾਰਾਂ ਨਾਲ ਬਹੁਤ ਵੱਡਾ ਇੱਕ ਸਟਰਗਲ ਆ। ਸਰਕਾਰ ਚਾਹੁੰਦੇ ਮਾਫ ਕਰਨਾ, ਮੈਂ ਲਫ਼ਜ਼ੋਂ ਬਾਤਾਂ ਨਹੀਂ, ਸਰਕਾਰ ਚਾਹੁੰਦੇ ਆਪਣੇ ਚਮਚੇ ਮਾਫ ਕਰਨਾ ਲਫ਼ਜ਼ ਜਿਹੜਾ ਵੀਡੀਓ ਵਧੀਆ ਨਹੀਂ ਲੱਗਦਾ। ਉਹ ਜਦੋਂ ਸਾਨੂੰ ਉਹ ਲੋਕ ਚਾਹੀਦੇ, ਉਹਨਾਂ ਨੇ ਅੱਜ ਤਾਈਂ ਉਹੀ ਰੱਖੇ ਆ ਪੂਰੇ, ਤੇ ਆਪਾਂ ਉਹਨਾਂ ਨਾਲ ਮੱਥਾ ਲਾਇਆ ਡਟ ਕੇ, ਕਿਉਂਕਿ ਆਪਾਂ ਨੂੰ ਕੋਈ ਪਰਵਾਹ ਨਹੀਂ, ਨਾ ਹੀ ਆਪਾਂ ਕੁਝ ਉੱਤੇ ਬਣਨਾ, ਕੁਝ ਲੈਣਾ ਨਹੀਂ। ਕੌਮ ਦੀ ਗੱਲ ਕਰਨੀ ਨਿਰੰਤਰ, ਕਿਉਂਕਿ ਆਪਣੇ ਪੁਰਖਿਆਂ ਦਾ ਮਨਜੀਤ ਸਿੰਘ ਜੀ ਬੜਾ ਇੱਕ ਇਹੋ ਜਿਹਾ ਮਾਣ ਮਤਾ ਉਹਨਾਂ ਨੇ ਸਾਡੀ ਹਿਸਟਰੀ ਸਰਜੀ ਆ। ਆਪਾਂ ਉਹਨੂੰ ਜੇ ਆਪਾਂ ਹੋਰ ਨਹੀਂ ਉਹਨੂੰ ਦਾਗੀ ਨਹੀਂ ਹੋਣ ਦੇਣਾ। ਆਪਾਂ ਬਹੁਤ ਵੱਡੀ ਉਹਨਾਂ ਨੇ ਇੱਕ ਹਿਸਟਰੀ ਸਰਜੀ ਸਾਡੇ ਲਈ, ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ। ਜੇ ਅਸੀਂ ਉਹਨੂੰ ਗਾਂ ਨਹੀਂ ਤੋੜ ਸਕਦੇ, ਸਾਡੇ ਸਮਰੱਥਾ ਨਹੀਂ, ਅਸੀਂ ਉਹਨੂੰ ਦਾਗੀ ਵੀ ਨਹੀਂ ਕਰਨਾ। ਇਹ ਆਪਣੀ ਹਰ ਸਿੱਖ ਦੀ ਭਾਵਨਾ ਚਾਹੀਦੀ ਆ ਕਿ ਸਾਡੇ ਪੁਰਖਿਆਂ ਦਾ ਮਾਣ ਮਤਾ ਇਤਿਹਾਸ ਐਡੀ ਕੁਰਬਾਨੀ ਦੇ ਕੇ ਉਹਨਾਂ ਨੇ ਸਰਜਿਆ, ਜਿਹਦੇ ਨਾਲ ਆਪਣਾ ਸਿਰ ਚਾਹੁੰਦਾ, ਤੇ ਆਪਾਂ ਉਹਨਾਂ ਨੂੰ ਬਰਕਰਾਰ ਤਾਂ ਰੱਖੀਏ। ਇਸ ਕਰਕੇ ਸਰਕਾਰਾਂ ਨਾਲ ਨਿਰੰਤਰ ਸਾਡੀ ਜਿਹੜੀ ਆ ਉਹ ਸ਼ੁਰੂ ਆ, ਤੇ ਉਹਨਾਂ ਨੂੰ ਅਸੀਂ ਕਾਰਨਰ ਕਰਦੇ ਆ, ਜ਼ੋਰ ਵੀ ਪਾ ਰਹੇ ਆ ਵੀ ਸਾਡੇ ਨਾਲ ਬੈਠੋ, ਹਰ ਗੱਲ ਤੇ ਬੈਠ ਕੇ ਗੱਲ ਹੋਣੀ ਚਾਹੀਦੀ। ਤੁਸੀਂ ਇਹ ਨਹੀਂ ਵੀ ਆ ਕੋਈ ਕੰਸਲਟੇਸ਼ਨ ਹੁੰਦੀ ਨਹੀਂ, ਕਾਨੂੰਨ ਲਿਆ ਇਦਾਂ ਨਹੀਂ ਲਿਆ ਸਕਦੇ। ਪਹਿਲਾਂ ਸਿੱਖਾਂ ਨਾਲ ਬੈਠ ਕੇ ਗੱਲ ਕਰੋ, ਇਹ ਮਸਲੇ ਜਿਹੜੇ ਆ ਇਹਦੇ ਨਾਲ ਅਗਰੀ ਕਰੋ, ਕੰਸਲਟੇਸ਼ਨ ਹੋਣੀ ਚਾਹੀਦੀ ਆ। ਫਿਰ ਅਸੀਂ ਦੱਸਾਂਗੇ ਕਿਹੜਾ ਕਾਨੂੰਨ ਕਦੋਂ ਤੇ ਕਿੱਦਾਂ ਹੋਣਾ ਚਾਹੀਦਾ। ਹਾਂ ਤੁਸੀਂ ਸਰਕਾਰ ਨੇ ਬਣਾਉਣਾ, ਪਰ ਸਲਾਹ ਤਾਂ ਕਰੋ। ਤੁਸੀਂ ਤਾਂ ਬਣਾ ਕੇ ਸਾਨੂੰ ਦੱਸਦੇ ਆ, ਇਹ ਸਾਨੂੰ ਐਕਸੈਪਟ ਨਹੀਂ। ਸੋ ਇਸ ਕਰਕੇ ਨਿਰੰਤਰ ਇਹਦੇ ਲਈ ਕੋਈ ਸਾਡੀ ਜਾਰੀ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੀ ਅਹਿਮ ਹੈ ਕਿ ਜੋ ਅੱਜ ਭਾਵੇਂ ਸਾਡੇ ਪਿਛਲੇ ਸਮੇਂ ਦੇ ਅੰਦਰ ਤਕਰੀਬਨ 2-2.5 ਲੱਖ ਦੇ ਕਰੀਬ ਸਿੱਖ ਨੌਜਵਾਨਾਂ ਨੇ ਫੇਕ ਐਨਕਾਊਂਟਰ ਬਣਾ ਕੇ ਸਾਨੂੰ ਖਤਮ ਕੀਤਾ ਗਿਆ, ਪਰ ਅੱਜ ਭਾਰਤ ਸਰਕਾਰ ਦੀ ਵੱਡੀ ਸਿਰਦਰਦੀ ਇਹ ਹੈਗੀ ਆ ਕਿ ਜਿਹੜੇ ਲੋਕ ਅੱਜ ਵਿਦੇਸ਼ਾਂ ਦੇ ਵਿੱਚ ਰਹਿ ਕੇ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ ਨੀਂਹ ਰੱਖੀ ਸੀ, ਉਹਦੇ ਉੱਤੇ ਡਟ ਕੇ ਪਹਿਰਾ ਦੇ ਰਹੇ ਆ। ਪਰ ਹੈਰਾਨੀ ਦੀ ਗੱਲ ਇਹ ਆ ਕਿ ਅੱਜ ਭਾਰਤ ਦੀਆਂ ਜਿਹੜੀਆਂ ਇੰਟੈਲੀਜੈਂਸੀਆਂ, ਚਾਹੇ ਉਹ NI ਹੋਵੇ, ਰੀਸੈਂਟਲੀ ਆਪਾਂ ਨੂੰ ਪਤਾ ਚੰਗੀ ਤਰ੍ਹਾਂ ਉਹ ਲੰਡਨ ਦੇ ਵਿੱਚ ਆ ਕੇ NI ਇੱਥੇ ਲੰਡਨ ਦੇ ਵਿੱਚ ਬੈਠੀ ਆ। ਬਰਤਾਨੀਆ ਦੀ ਸਰਕਾਰ ਵੱਲੋਂ ਉਹਨਾਂ ਨੂੰ CCTV ਨੇ ਐਕਸੈਸ ਦਿੱਤੇ ਗਏ ਆ। ਉਹ ਅੱਜ ਉਹਨਾਂ ਦੀ ਪਿਕਚਰਸ ਰਿਲੀਜ਼ ਕਰ ਰਹੇ ਆ, ਸੋਸ਼ਲ ਮੀਡੀਆ ਦੇ ਉੱਤੇ ਦੇ ਰਹੇ ਆ, ਨੰਬਰ ਦੇ ਰਹੇ ਆ ਆਪਣੇ WhatsApp ਕੇ, ਇਹਨਾਂ ਦੇ ਸਾਨੂੰ ਤੁਸੀਂ ਐਡਰੈਸ ਵਗੈਰਾ ਦੱਸੋ। ਇੱਥੋਂ ਤੱਕ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਇੱਥੇ ਵਿਦੇਸ਼ਾਂ ਦੇ ਵਿੱਚੋਂ ਪਹੁੰਚ ਚੁੱਕੀਆਂ। ਹੁਣ ਰੀਸੈਂਟਲੀ ਜਿਹੜਾ ਸਾਡੇ ਭਾਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਪੰਜਵੜ ਸਾਹਿਬ ਦਾ ਹੋਇਆ ਪਾਕਿਸਤਾਨ ਦੇ ਵਿੱਚ, ਕਾਤਲ ਅਜੇ ਤੱਕ ਪਤਾ ਨਹੀਂ ਲੱਗਾ। ਉਦੋਂ ਪਹਿਲਾਂ ਹਰਮੀਤ PhD ਦਾ ਕਤਲ ਹੋਇਆ ਲਿਬਰੇਸ਼ਨ ਫੋਰਸ ਦਾ, ਉਹਨਾਂ ਦਾ ਅਜੇ ਤੱਕ ਕੋਈ ਕਾਤਲ ਸਾਹਮਣੇ ਨਹੀਂ ਆਇਆ। ਭਾਵੇਂ ਉਹ ਰਾਹ ਦੇ ਸਿਰ ਲਾਈ ਜਾਂਦੇ ਆ,
ਪਾਕਿਸਤਾਨ ਵਾਲੇ ਰਾਰੇ ਸੈਰ ਲਾਈ ਜਾਂਦੇ, ਇੰਡੀਅਨ ਵਾਲੇ ਸਾਨੂੰ ਕਹੀ ਜਾਂਦੇ ਆ ਇਹ ਜੀ ISI ਦੇ ਬੰਦੇ ਆ। ਇਹ ਰਲ ਕੇ ਗੇਮਾਂ ਹੋ ਰਹੀਆਂ। ਸੋ ਇਸ ਕਰਕੇ ਸਾਨੂੰ ਅੱਜ ਬਹੁਤ ਅਹਿਮ ਜਿਹੜਾ ਅੱਜ ਇਸ ਮੁੱਦੇ ਦੇ ਉੱਤੇ ਸੋਚ ਵਿਚਾਰਨ ਦੀ ਲੋੜ ਆ ਕਿ ਦੁਸ਼ਮਣ ਜਿਹੜਾ ਅੱਜ ਸਾਡੇ ਘਰ ਦੇ ਵਿੱਚ ਟਵੀਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਹਿ ਰਿਹਾ, ਪਹਿਲਾਂ ਪਾਕਿਸਤਾਨ, UK, ਹੁਣ ਕੈਨੇਡਾ ਦੇ ਵਿੱਚ ਉਹਨਾਂ ਨੇ ਕਤਲ ਕੀਤੇ ਆ, ਕੋਈ ਉਹਨਾਂ ਦੇ ਉੱਤੇ ਐਕਸ਼ਨ ਨਹੀਂ, ਕੋਈ ਉਹਨਾਂ ਦੇ ਉੱਤੇ NSA ਨਹੀਂ, ਕੋਈ ਉਹਨਾਂ ਦੇ UAP ਨਹੀਂ ਲੱਗਦਾ। ਪਰ ਜੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਕੋਈ ਆਪਦਾ ਪੀਸਫੁਲੀ ਗੱਲ ਕਰ ਰਿਹਾ, ਉਹਦੇ ਉੱਤੇ ਕੇਸ ਦਰਜ ਕੀਤੇ ਜਾਂਦੇ ਆ। ਮੇਰੇ ਕੋਲ ਔਨ ਰਿਕਾਰਡ ਆ, ਮੈਂ ਮੀਡੀਆ ਨੂੰ ਵੀ ਦਿਖਾ ਸਕਦਾ। ਲਖਵਿੰਦਰ ਸਿੰਘ ਡੱਲੇਵਾਲ ਉਹਨੇ ਵੀ ਗੱਲ ਕੀਤੀ ਆ। NIA ਵੱਲੋਂ ਰੀਸੈਂਟਲੀ ਜਿਹੜਾ ਸਾਡਾ ਨਾਂ ਚਾੜੇਗਾ ਵਾਟਰ ਲਿਸਟ ਦੇ ਵਿੱਚ, ਇਹ ਜਿਹੜੀ NIA ਏਜੰਸੀ ਆ ਹੌਲੀ ਹੌਲੀ ਬੰਦਿਆਂ ਨੂੰ ਟਾਰਗੇਟ ਕਰਦੀ ਆ। ਜਿੱਦਾਂ ਭਾਈ ਅਵਤਾਰ ਸਿੰਘ ਖੰਡੇ ਦਾ ਪਹਿਲਾਂ ਹਾਈਲਾਈਟ ਕੀਤਾ ਗਿਆ, ਤਿਰੰਗਾ ਉੱਥੋਂ ਲਾਇਆ ਗਿਆ, ਉਹਦੇ ਵਿੱਚ ਖੰਡੇ ਦਾ ਕੋਈ ਹੱਥ ਨਹੀਂ ਸੀ। ਸਾਰੀਆਂ ਹੁਣ ਜਿਹੜੀ NIA ਆਈ ਆ ਉਹਨਾਂ ਨੇ ਵੀ ਉਹ ਇਗਨੋਰ ਕੀਤਾ ਕਿ ਉਹਦੇ ਵਿੱਚ ਹੈ ਨਹੀਂ ਸੀ। ਸੋ ਇਸ ਕਰਕੇ ਭਾਈ ਨਿੱਜਰ ਨੂੰ ਵੀ ਪਹਿਲਾਂ ਇੰਟੈਲੀਜੈਂਸੀ ਨੇ ਸਤਰਕ ਕੀਤਾ, ਭਾਈ ਤੂੰ ਆਪਦੀ ਜਾਨ ਮਾਲ ਦੀ ਰੱਖਿਆ ਕਰ, ਏਜੰਸੀਆਂ ਤੇਰੇ ਮਗਰ ਪਈਆਂ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਉਹ ਏਜੰਸੀਆਂ ਸਤਰਕ ਕਰ ਸਕਦੀਆਂ ਬੰਦੇ ਨੂੰ, ਹੁਣ ਅਸੀਂ ਇੱਥੇ ਬੈਠੇ ਹਾਂ, ਜੇ ਭੜਕ ਨੂੰ ਅਸੀਂ ਸਰਕਾਰ ਨੂੰ ਅੱਜ ਮੀਡੀਆ ਦੇ ਰਾਹੀਂ ਵੀ ਇਹ ਗੱਲ ਦੱਸਣੀ ਚਾਹੁੰਦੇ, ਸਰਕਾਰਾਂ ਦੇ ਭੁਲੇਖੇ ਬਹੁਤ ਵੱਡੇ ਆ ਕਿ ਅਸੀਂ ਭਾਵੇਂ ਵਿਦੇਸ਼ਾਂ ਦੇ ਵਿੱਚ ਉਹ ਸਰਕਾਰ ਚਾਹੁੰਦੀ ਆ ਕਿ ਆਪਣੀਆਂ ਏਜੰਸੀਆਂ ਰਾਹੀਂ ਕਤਲ ਕਰਾ ਸਕਦੇ ਆ, ਇਹਨਾਂ ਨੂੰ ਸ਼ਹੀਦ ਕਰ ਸਕਦੇ ਆ, ਇਹਨਾਂ ਦੀ ਆਵਾਜ਼ ਬੰਦ ਕਰ ਸਕਦੇ ਆ। ਪਰ ਅਸੀਂ ਸਰਕਾਰਾਂ ਨੂੰ ਅੱਜ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ, ਇਹ ਸਰਕਾਰਾਂ ਦਾ ਬਹੁਤ ਵੱਡਾ ਭੁਲੇਖਾ ਆ। ਨਾ ਸਿੰਘ ਕਦੇ ਪਿਛਲੀਆਂ ਸਰਕਾਰਾਂ ਤੋਂ ਮੁੱਕਿਆ, ਬੜੇ ਹੁਕਮਰਾਨ ਆਏ ਆ, ਸਿੰਘਾਂ ਨੂੰ ਖਤਮ ਕਰਦੇ। ਇਹ ਜਿਹੜੀ ਖਾਲਿਸਤਾਨ ਦੀ ਲਹਿਰ ਆ, ਭਾਵੇਂ ਜਿੰਨੇ ਮਰਜ਼ੀ ਸਰਕਾਰ ਸ਼ਹੀਦ ਕਰ ਦੇਵੇ, ਅਸੀਂ ਸਿਰ ਤੇ ਕੱਪੜ ਬੰਨ੍ਹ ਕੇ ਸੰਘਰਸ਼ ਦੇ ਵਿੱਚ ਤੁਰੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਜਿਹੜਾ ਲਗਾਤਾਰ ਆਵਾਜ਼ ਆ ਖਾਲਿਸਤਾਨ ਦੀ ਵਿਦੇਸ਼ਾਂ ਦੇ ਵਿੱਚ ਰਹਿ ਕੇ ਬੁਲੰਦ ਕਰਦੇ ਰਹਾਂਗੇ। ਚਾਹੇ NIA ਸਾਡੇ ਨਾਂ ਵਾਂਟੜੀ 'ਚ ਪਾ ਦੇਵੇ, ਚਾਹੇ ਕੋਈ ਭਾਰਤ ਦੀ ਹੋਰ ਕੋਈ ਇੰਟੈਲੀਜੈਂਸੀ ਪਾ ਦੇਵੇ। ਇਹ ਸਿਰਫ ਤੇ ਸਿਰਫ ਵਿਦੇਸ਼ੀ ਸਿੱਖਾਂ ਨੂੰ ਡਰਾਉਣ ਦਾ, ਧਮਕਾਉਣ ਦਾ, ਦਬਾਉਣ ਦਾ ਯਤਨ ਕੀਤਾ ਜਾ ਰਿਹਾ ਉੱਥੋਂ ਦੀਆਂ ਸਰਕਾਰਾਂ ਵੱਲੋਂ। ਇੱਥੋਂ ਦੀਆਂ ਸਰਕਾਰਾਂ ਨਾਲ ਰਲ ਕੇ ਮੈਂ ਅੱਜ ਗੁਜ਼ਾਰਿਸ਼ ਕਰਨੀ ਚਾਹੁੰਦਾ FSO ਨੂੰ ਵੀ, ਜਾਂ ਹੋਰ ਜਿਹੜੀਆਂ ਪੰਥਕ ਜਥੇਬੰਦੀਆਂ, ਉਹ ਇੱਥੋਂ ਦੇ ਲੋਕਲ ਜਿਹੜੇ ਅਦਾਰੇ ਆ, ਚਾਹੇ ਉਹ ਪੁਲਿਸ ਡਿਪਾਰਟਮੈਂਟ ਆ, ਉਹਨਾਂ ਤੱਕ ਵੀ ਤੁਹਾਨੂੰ ਇਹ ਜਿਹੜੀ ਜਾਣਕਾਰੀ ਦੇਣੀ ਚਾਹੀਦੀ ਆ। ਜਾਂ ਇਹ ਨਾ ਹੋਵੇ ਕਿ ਆਪਣੇ ਜਿਹੜੇ ਹੋਰ ਸਿੰਘ ਆ ਉਹਨਾਂ ਦੇ ਉੱਤੇ ਉੱਥੋਂ ਦੀਆਂ ਸਰਕਾਰਾਂ ਵੱਲੋਂ ਜਿਹੜੇ ਹਮਲੇ ਜਿਹੜੇ ਆ ਉਹ ਕੀਤੇ ਜਾਣ ਆਉਣ ਵਾਲੇ ਸਮੇਂ ਦੇ ਵਿੱਚ। ਪਰ ਮੇਨ ਜਿਹੜਾ ਅੱਜ ਦਾ ਆਪਣਾ ਮੁੱਦਾ ਇਹੀ ਸੀਗਾ ਕਿ ਅੱਜ ਆਪਾਂ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਆ, ਆਪਾਂ ਉੱਥੋਂ ਦੀ ਭਾਰਤ ਸਰਕਾਰ ਨੂੰ ਮੈਸੇਜ ਕੀ ਦੇਣਾ ਹੈ। ਮੈਸੇਜ ਇਹੀ ਆ, ਅਸੀਂ ਜਿਹੜੇ ਦੌੜਨਾ ਨਹੀਂ, ਅਸੀਂ ਝੁਕਣਾ ਨਹੀਂ, ਅਸੀਂ ਡਰਨਾ ਨਹੀਂ ਕਿਸੇ ਗੱਲੋਂ, ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਇੱਕ ਸਾਡਾ ਸ਼ਹੀਦ ਜਿਹੜੀ ਆ ਉੱਥੋਂ ਦੀ ਸਰਕਾਰ ਕਰੂਗੀ, ਹਜ਼ਾਰਾਂ ਜਿਹੜੇ ਸਾਡੇ ਨੌਜਵਾਨ ਹੋ ਰਿਹਾ ਉਹ ਖਾਲਿਸਤਾਨ ਦੀ ਜੰਗੇ ਆਜ਼ਾਦੀ ਲਈ ਪੈਦਾ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਇੱਕ ਮਿੰਟ ਰੁਕੋ, ਇੱਕ ਮਿੰਟ ਇਹਨੂੰ ਕਰ ਦੇਣਾ ਸਰ। ਮੈਂ ਸਿਰਫ ਆਪਣੇ ਮਠੜਾ ਸਾਹਿਬ ਕਲੀਅਰ ਹੀ ਕਰਨਾ, ਜਿਹੜੀ ਬਹੁਤ ਵੈਲਿਡ ਪੁਆਇੰਟ ਹੈ ਜਿਹੜਾ NIA ਦਾ, ਕਿਉਂਕਿ ਅਸੀਂ 350 ਤਕਰੀਬਨ ਜਥੇਬੰਦੀਆਂ ਦੇ ਗੁਰੂ ਘਰਾਂ ਨੇ ਇਹ ਜਿਹੜਾ ਸਪੈਸ਼ਲੀ ਜਿਹੜਾ ਅਸੀਂ ਪਿੱਛੇ ਚਿੱਠੀ ਹੁਣ ਮਤਲਬ ਪ੍ਰਾਈਮ ਮਿਨਿਸਟਰ ਲਿਖੀ, ਉਹਦੇ ਵਿੱਚ ਇਹ ਹਾਈਲਾਈਟ ਕੀਤਾ ਵੀ ਇੱਕ ਸੋਵਰਨ ਗਵਰਨਮੈਂਟ, ਇੱਕ ਦੂਜੇ ਮੁਲਕ ਦੀ ਇੱਕ ਏਜੰਸੀ ਆ ਕੇ ਉੱਥੇ ਤੁਹਾਡੇ ਐਕਸੈਸ ਲੈ ਕੇ ਉਹ ਇੱਥੇ ਕੰਮ ਕਰ ਰਹੀ ਆ। ਇਹ ਤੋਂ ਵੱਡੀ ਤੁਹਾਡੇ ਲਈ ਸ਼ਰਮ ਵਾਲੀ ਗੱਲ ਨਹੀਂ ਸਾਹਿਬ। ਉਹਦੇ ਵਿੱਚ 2 ਪੈਰੇ ਇਹਦੇ ਤੇ ਸਿਰਫ ਲਿਖੇ ਆ, ਉਹ ਤੁਹਾਡੀ ਗਿਆਤ ਲਈ ਆ। ਉਹਨਾਂ ਨੂੰ ਉਹ ਚਿੱਠੀ ਚਲੇ ਗਈ ਆ ਕਿ ਤੁਹਾਨੂੰ ਇਹਦੇ ਨਾਲ ਸ਼ਰਮ ਨਾਲ ਮਰ ਜਾਣਾ ਚਾਹੀਦਾ ਕਿ ਤੁਹਾਡੀ ਬਾਹਰਲੀ ਏਜੰਸੀ ਆ ਕੇ ਤੁਸੀਂ ਉਹਨੂੰ ਲੌਕ ਕੀਤਾ, ਉਹ ਇੱਥੇ ਵਰਕ ਕਰ ਰਹੀ ਆ। ਜਦੋਂ ਕਿ ਤੁਸੀਂ ਹਮੇਸ਼ਾ ਡਿਲਾਈ ਕੀਤਾ, ਜਦੋਂ ਅਸੀਂ ਕੋਈ ਮੁੱਦਾ ਇਹਦੇ ਲਈ ਰੇਜ਼ ਕੀਤਾ ਤੁਸੀਂ ਕਿਹਾ ਨਹੀਂ, ਦੂਜੇ ਜਿਹੜੀ ਸੋਵਰਨ ਗਵਰਨਮੈਂਟ ਦੇ ਵਿੱਚ ਅਸੀਂ ਇੰਟਰਫੀਅਰ ਨਹੀਂ ਕਰਦੇ, ਜਦੋਂ ਕਿ ਇੰਡੀਆ ਇੱਥੇ ਇੰਟਰਫੀਅਰ ਕਰ ਰਹੀ ਆ, ਉਹਦੇ ਸਬੂਤ ਤੁਹਾਡੇ ਕੋਲ ਆ। ਹਾਂਜੀ ਜੈਦਾ ਜੀ, ਇੱਕ ਗੱਲ ਮੈਂ ਸੌਰੀ ਹੋਰ ਵਿੱਚ ਐਡ ਕਰ ਲਵਾਂ। ਦੇਖੋ ਅਸੀਂ ਇੱਥੋਂ ਦੀ ਸਰਕਾਰ ਨੂੰ ਵੀ ਔਰ ਮੀਡੀਆ ਦੇ ਰਾਹੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ, ਤਕਰੀਬਨ ਕੋਈ 20 ਸਾਲ ਤੋਂ ਯੂਕੇ ਦੀ ਧਰਤੀ ਤੇ ਜਲਾਵਤ ਨਹੀਂ ਭੋਗ ਰਿਹਾ, ਕੋਈ 30 ਸਾਲ ਤੋਂ। ਅਸੀਂ 20 ਸਾਲ ਤੋਂ ਇੱਥੇ ਬੈਠੇ, 3 ਸਾਲ ਪਹਿਲਾਂ NIA ਨੇ ਦਿੱਲੀ ਦੇ ਵਿੱਚ ਪਟਿਆਲਾ ਹਾਊਸ ਕੋਰਟ ਦੇ ਵਿੱਚ ਸਾਡੇ ਉੱਤੇ UAP ਐਕਟ ਲਾ ਕੇ ਜਿੰਨੀਆਂ ਵੀ ਦੁਨੀਆ ਭਰ ਦੀਆਂ ਧਾਰਾਂ ਸਾਰੀਆਂ ਉਹ ਲਾਈਆਂ। ਅਸੀਂ ਇੱਥੇ ਰਹਿ ਰਹੇ ਹਾਂ, ਮਤਲਬ ਕਿ ਇੱਥੋਂ ਆਪਦਾ ਪੀਸਫੁਲੀ ਆਪਦੀ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰ ਰਹੇ ਹਾਂ। ਜੇ ਅਸੀਂ ਕੋਈ ਇਲੀਗਲ ਕੰਮ ਕਰੀਏ ਸਰਕਾਰ ਇੱਥੋਂ ਨਹੀਂ ਸਾਡੀ ਐਕਸ਼ਨ ਲੈ ਸਕਦੀ। ਪਰ ਵੱਡੀ ਸ਼ਰਮ ਦੀ ਗੱਲ ਇਹ ਹੈ ਸਰਕਾਰ ਵਾਸਤੇ ਭਾਰਤ ਦੇ ਕਿ ਇੱਥੇ ਬੈਠਿਆਂ ਦੇ ਉੱਤੇ ਕੇਸ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ, ਜਿੱਥੇ ਜਗਤਾਰ ਸਿੰਘ ਜੱਗੀ ਜੌਹਲ ਦੇ ਉੱਤੇ ਕੇਸ ਦਰਜ ਕੀਤੇ ਉੱਥੋਂ ਦੀ NIA ਨੇ, ਉੱਥੇ ਸਾਡੇ ਉੱਤੇ ਕੀਤੇ ਸੀ। ਪਿਛਲੇ ਸਮੇਂ 'ਚ 6 ਸਿੰਘ UK ਦੇ ਸੀ, 3 ਕੈਨੇਡਾ ਦੇ ਸੀ, 9 7 ਅਮਰੀਕਾ ਦੇ ਸੀ। ਔਰ ਉਹੀ ਜਿਹੜੇ ਕੇਸ ਆ ਉਹਦੇ ਅਗੇਂਸਟ ਪਿੰਡਾਂ 'ਚ ਸਾਡੇ ਛਾਪੇਮਾਰੀਆਂ ਕਰਕੇ ਘਰਾਂ ਦੇ ਮੂਹਰੇ ਨੋਟਿਸ ਲਾ ਕੇ ਹੁਣ ਉਹਨਾਂ ਨੇ ਉਹੀ ਵੈਬਸਾਈਟ ਦੇ ਉੱਤੇ NIA ਨੇ ਆਪਣੇ ਬਕਾਇਦਾ ਸਾਰੇ ਨੰਬਰ ਪਾ ਕੇ ਉਹ ਸਾਨੂੰ ਜਿਹੜਾ ਵਾਂਟਡ ਕਰਾਰ ਦਿੱਤਾ। ਸੋ ਇਸ ਕਰਕੇ ਜਿਹੜੀਆਂ ਇੰਟੈਲੀਜੈਂਸੀਆਂ ਹੌਲੀ ਹੌਲੀ ਇਹ ਕੋਸਪੈਕਟ ਕਰਕੇ ਨਿਸ਼ਾਨੇ ਤੇ ਲੈ ਕੇ ਬੰਦੇ ਨੂੰ ਮੀਡੀਆ 'ਚ ਬਦਨਾਮ ਕਰਕੇ ਇਹ ਟਾਰਗੇਟ ਕਰ ਰਹੇ, ਇਹਦੇ ਉੱਤੇ ਜ਼ਰੂਰ ਤੁਸੀਂ ਗੌਰ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਘ ਜੀ ਇੰਨੀ ਬੇਨਤੀ ਕਰਦੇ ਹਾਂ, ਲੰਬਾ ਨਹੀਂ ਜਾਣਾ ਤੇ ਜਦੋਂ ਸਾਨੂੰ ਇਸ ਚੀਜ਼ ਦਾ ਇਲਮ ਹੈ ਕਿ ਜਿਹੜੀਆਂ ਏਜੰਸੀ ਫੋਰਨ ਕਰਦੀਆਂ ਨੇ ਸਿੰਘਾਂ ਨੂੰ ਇੱਥੇ ਵੀ ਕੀਤਾ ਗਿਆ ਤਾਂ ਉਹਨਾਂ ਏਜੰਸੀ ਦੇ ਨਾਲ ਸਾਡਾ ਸੰਪਰਕ ਕਿਉਂ ਨਹੀਂ ਬਣ ਰਿਹਾ? ਨੰਬਰ 1। ਨੰਬਰ 2, ਕੈਨੇਡਾ ਦੇ ਵਿੱਚ ਮਿਨਿਸਟਰ ਸਾਹਿਬ ਦਾ ਕਤਲ ਕਰ ਦਿੱਤਾ ਗਿਆ, ਅਜੇ ਤੱਕ ਸਾਨੂੰ ਇਹ ਨਹੀਂ ਦੱਸਿਆ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਕੋਈ ਬੰਦਾ ਅਰੈਸਟ ਹੋਇਆ ਜਾਂ ਨਹੀਂ ਹੋਇਆ। ਅਰੈਸਟ ਨਹੀਂ ਹੋਇਆ। ਸੋ ਜਿਹੜੀਆਂ ਏਜੰਸੀ ਇਹ ਕਹਿੰਦੀਆਂ ਨੇ ਕਿ ਤੁਸੀਂ ਹੁਸ਼ਿਆਰ ਰਹੋ, ਉਹਨਾਂ ਏਜੰਸੀ ਨੂੰ ਪਤਾ ਹੋਊਗਾ ਕਿ ਸੱਜਣ ਨੂੰ ਹੁਸ਼ਿਆਰ ਨਹੀਂ ਕੀ ਅਸੀਂ ਲੋਕ ਜਿਹੜੇ ਸਾਡੇ ਬੰਦੇ ਨੂੰ ਇੱਥੇ ਕਿਹਾ ਗਿਆ ਹੈ ਉਹਦੇ ਵਾਸਤੇ ਇੱਥੇ ਵੀ ਗੌਰਮੈਂਟ ਤੋਂ ਕੋਸ਼ਿਸ਼ ਕੀਤਾ ਕਿ ਸਾਡੇ ਬੰਦੇ ਤੇ ਇਹਨੂੰ ਖਤਰਾ ਹੈ ਤਾਂ ਕਿਹਦੇ ਤੋਂ ਖਤਰਾ? ਹਾਂਜੀ, ਇਹ ਤਾਂ ਜਿਹੜੇ ਬੰਦੇ ਨੂੰ ਕਿਹਾ ਗਿਆ ਉਹ ਇਹ ਸਵਾਲ ਪੁੱਛ ਸਕਦਾ। ਵੈਸੇ ਜਿਹੜੀ ਚਿੱਠੀ ਅਸੀਂ ਲਿਖੀ ਆ FSO ਵੱਲੋਂ ਪਾਈ ਆ, ਜਿਹੜੀ ਭਾਈ ਬਰੀਕ ਸਿੰਘ ਨੇ ਜਾਣਕਾਰੀ ਦਿੱਤੀ, ਉਹਦੇ ਵਿੱਚ ਇਹੀ ਖਦਸ਼ਾ ਜ਼ਾਹਰ ਕੀਤਾ ਗਿਆ। ਜਿੱਦਾਂ ਮੈਂ ਪਹਿਲਾਂ ਵੀ ਸ਼ੁਰੂਆਤ 'ਚ ਕਿਹਾ ਸੀ ਕਿ ਜੇ ਏਜੰਸੀਆਂ ਦੱਸ ਰਹੀਆਂ ਤੁਹਾਨੂੰ ਖਤਰਾ ਆ, ਫਿਰ ਉਹਦਾ ਕੋਈ ਬੰਦੋਬਸਤ ਨਹੀਂ ਕਰਦਾ, ਏਜੰਸੀਆਂ ਦਾ ਫੇਲੀਅਰ ਆ। ਪਰ ਹੁਣ ਭਾਈ ਨਿੱਜਰ ਦੇ ਕਤਲ ਤੋਂ ਬਾਅਦ ਜਿਹੜੀ ਚਿੱਠੀ ਪਾਈ ਆ, ਓਬਵੀਅਸਲੀ ਹੁਣ ਵੈਂਸਡੇ ਨੂੰ ਜਿਹੜੀ ਉੱਥੇ ਆਪਣੀ ਲੌਬੀ ਵੀ ਆ, ਉਹਦੇ ਵਿੱਚ ਜਿਹੜੇ MP ਆਉਣਗੇ ਉਹਨਾਂ ਦੇ ਨਾਲ ਵੀ ਆਪਾਂ ਇਹ ਸਾਰੇ ਰਲ ਮਿਲ ਕੇ, ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਕਿ ਉੱਥੇ ਜਾ ਕੇ ਅੰਗਰੇਜ਼ੀ ਵਿੱਚ ਜਿਹੜੇ MP ਆ ਉਹਨਾਂ ਦੇ ਨਾਲ ਆਪਾਂ ਚਲੋ ਉਹਨਾਂ ਨਾਲ ਅੰਗਰੇਜ਼ੀ 'ਚ ਹੀ ਕਰਨੇ। ਮੇਰਾ ਭਾਵ ਕਹਿਣ ਦਾ ਕਿ ਵਧੀਆ ਬੋਲੀ ਦੇ ਵਿੱਚ ਉਹਨਾਂ ਨਾਲ ਡਾਇਲੋਗ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਤਾਂ ਆਪਣੇ ਇਲਾਕੇ ਦੇ MP ਨੂੰ ਮਿਲ ਕੇ, ਸਾਰੇ ਆਪਣੇ MPਆਂ ਨੂੰ ਮਿਲ ਕੇ, ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਮੈਂ 1-2 MP ਜਿਹੜੇ ਮੈਨੂੰ ਵੈਂਸਡੇ ਮਿਲੇ ਸੀ ਉਹਨਾਂ ਨੂੰ ਮੈਂ ਵੈਂਸਡੇ ਲਈ ਕੀਤੀ ਤਾਂ ਗੱਲ ਵੀ ਮੇਰਾ ਸਵਾਲ ਹੈ ਕਿ ਜਿਹੜੇ ਪਰਿਵਾਰ ਦੇ ਮੈਂਬਰ ਨੂੰ ਪਿੰਪੋਇੰਟ ਕੀਤਾ ਜਾਂਦਾ ਹੈ ਜੀ, ਕੀ ਉਸ ਪਰਿਵਾਰ ਤੋਂ ਕੋਈ ਪੜ੍ਹਿਆ ਲਿਖਿਆ ਬੰਦਾ ਉਹ ਜਿਹੜਾ ਪਿੰਪੋਇੰਟ ਕਰ ਰਿਹਾ ਉਹਨੂੰ ਪੁੱਛ ਸਕਦਾ ਹੈ ਕਿ ਸਾਨੂੰ ਕੀ ਤੋਂ ਖਤਰਾ ਹੈ? ਹਾਂਜੀ, ਜਿਹੜੇ ਪਰਿਵਾਰ ਨੂੰ ਕਿਹਾ ਗਿਆ ਉਹਨਾਂ ਦੇ ਕੋਲ ਵਕੀਲਾਂ ਦੀ ਸਹੂਲਤ ਹੈਗੀ ਆ, ਤਾਂ ਉਹ ਤੋਂ ਬਾਕੀ ਪਤਾ ਕਰਕੇ ਮੈਨੂੰ ਪਤਾ ਨਹੀਂ ਕੀ ਕੀਤਾ, ਪਰ ਇਦਾਂ ਮੈਨੂੰ ਖੁਦ ਦੱਸਿਆ ਵੀ ਉਹਨੂੰ ਦੱਸ ਕੇ, ਉਹਨੂੰ ਸੱਦ ਕੇ ਦੱਸਿਆ ਗਿਆ ਵੀ ਤਾਂ ਬਾਹਰ ਨਹੀਂ ਜਾਣਾ, ਜੇ ਜਾਣਾ ਤਾਂ ਕਿਸੇ ਬੰਦੇ ਨੂੰ ਨਾਲ ਲੈ ਕੇ ਜਾਣਾ। ਜੇ ਮੈਂ ਉਦੋਂ ਜ਼ਿਆਦਾ ਗੱਲ ਕਵਾਂ ਫਿਰ ਉਵੇਂ ਅਫਵਾਹ ਹੋਊਗੀ, ਇਦੋਂ ਜ਼ਿਆਦਾ ਮੈਨੂੰ ਜਾਣਕਾਰੀ ਨਹੀਂ। ਬਸ ਅਸੀਂ ਉਹਨਾਂ ਨੂੰ ਤੁਹਾਡੇ ਕੁਐਸਚਨ ਤੋਂ ਬਾਅਦ ਸੁਝਾਅ ਜ਼ਰੂਰ ਦੇਵਾਂਗੇ ਕਿ ਉਹਨਾਂ ਨੂੰ ਜ਼ਰੂਰ ਪੁੱਛਿਆ ਜਾਵੇ ਵੀ ਤੁਸੀਂ ਮੈਨੂੰ ਕਹਿ ਰਹੇ ਬਾਹਰ ਨਹੀਂ ਜਾਣਾ, ਕਿਉਂ ਕਹਿ ਰਹੇ ਆ, ਦਾ ਕੀ ਕਾਰਨ ਹੈ। ਧੰਨਵਾਦ। ਜੋਗਿੰਦਰ ਸਿੰਘ ਜੀ, ਮੈਂ ਥੋੜ੍ਹਾ ਜਿਹਾ ਐਡ ਕਰਨਾ ਇਹਦੇ ਨਾਲ, ਕਿਉਂਕਿ ਦੇਖੋ ਸਰਕਾਰ ਜਿਹੜੀ ਹੈਗੀ ਆ ਉਹ ਜਦੋਂ ਤੁਸੀਂ ਇਸ ਸਾਹਮਣਾ ਇਕੱਠ ਕਰਕੇ ਤੁਸੀਂ ਆਪਣਾ ਪੱਖ ਜਿਹੜਾ ਰੱਖਦੇ ਆ, ਇਹਦੇ ਨਾਲ ਬੜੀ ਇੱਕ ਸਾਨੂੰ ਪਲੱਸ ਪੁਆਇੰਟ ਮਿਲਣਾ ਕਿ ਸਰਕਾਰ ਨੂੰ ਅਸੀਂ ਹੁਣ ਮਜਬੂਰ ਕਰ ਸਕਦੇ ਸਾਡੇ ਨਾਲ ਬੈਠੋ। ਸਰਕਾਰ ਨੂੰ ਟੇਬਲ ਤੇ ਬਿਠਾਉਣਾ ਤੇ ਉਹਦੇ ਤੋਂ ਬਣਦੇ ਜਵਾਬ ਜਿਹੜੇ ਲੈਣੇ ਉਹ ਅਤੀ ਜ਼ਰੂਰੀ ਆ, ਤੇ ਉਹਨਾਂ ਚਿਰ ਹੋਣੇ ਨੇ ਜਿੰਨਾ ਚਿਰ ਕੌਮ ਇਦਾਂ ਇਕੱਠ ਕਰਕੇ ਅੱਜ ਦੀ ਜਿਹੜੀ ਆ ਪ੍ਰੈਸ ਕਾਨਫਰੰਸ ਆ, ਇਹ ਇੱਕ ਮੀਲ ਪੱਥਰ ਆ ਮੈਂ ਕਹੂੰਗਾ। ਜੇ ਇਸ ਢੰਗ ਨਾਲ ਪ੍ਰੈਸ ਨੇ ਸਾਰੀ ਨੇ ਤੇ ਤੁਸੀਂ ਸਾਰਿਆਂ ਨੇ ਇਹ ਇੱਕ ਸਾਬਤ ਕੀਤਾ ਵੀ ਇਹ ਸਿੱਖ ਕੌਮ ਜਿਹੜੀ ਹੈਗੀ ਆ ਉਹ ਜੋ ਚੈਲੰਜ ਤੁਸੀਂ ਕੀਤਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਆ, ਖੜੇ ਆ। ਔਰ ਕੋਈ ਇਹੋ ਜਿਹਾ ਸਾਨੂੰ ਜਿਹੜਾ ਇਹਨਾਂ ਨੂੰ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਕਰ ਰਿਹਾ ਨਾ ਖਾਲਿਸਤਾਨੀ ਡਰ ਗਏ ਅੰਦਰ ਵੜ ਕੇ, ਕਿਤੇ ਕੁੱਡਾਂ ਬੜੀਆਂ ਸ਼ਰੇਆਮ ਉਸੇ ਤਰ੍ਹਾਂ ਫਿਰਦੇ ਸਾਰੇ, ਕੋਈ ਫੋਰਸਾਂ ਨਹੀਂ, ਕੋਈ ਨਹੀਂ। ਲੇਕਿਨ ਸਰਕਾਰ ਤੋਂ ਜਵਾਬ ਜ਼ਰੂਰ ਮੰਗਦੇ ਆ ਕਿ ਸਰਕਾਰ ਇਹਨਾਂ ਮਸਲਿਆਂ ਤੇ ਕਿੱਥੇ ਖੜੀ ਆ। ਸੋ ਇਸ ਕਰਕੇ ਇਹ ਬਹੁਤ ਇੱਕ ਪਲੱਸ ਪੁਆਇੰਟ ਆ ਕਿ ਆਪਾਂ ਸਰਕਾਰ ਨੂੰ ਬਹੁਤ ਆਉਣ ਵਾਲੇ ਦਿਨਾਂ ਵਿੱਚ ਹੀ ਅਸੀਂ ਉਹਨੂੰ ਲਗਾਤਾਰ ਕਿਹਾ, ਅਸੀਂ ਉਹਨੂੰ ਡੈਡਲਾਈਨ ਵੀ ਦੇ ਦਿੱਤੀ ਆ ਕਿ ਸਾਨੂੰ ਜਵਾਬ ਇੰਨੀ ਤਰੀਕ ਤੱਕ ਚਾਹੀਦਾ, ਜੇ ਨਹੀਂ ਤੇ ਉਸ ਤੋਂ ਬਾਅਦ ਫਿਰ ਬਹੁਤ ਵੱਡਾ ਘਰਾਓ ਜਾਂ ਇਕੱਠ ਜਿਹੜਾ ਕਰਕੇ ਪਾਰਲੀਮੈਂਟ ਦਾ ਫਿਰ ਆਪਾਂ ਪ੍ਰੋਗਰਾਮ ਲਿਖਾਂਗੇ, ਜਿਹਦੇ ਵਿੱਚ ਫਿਰ ਇਸ ਹਿਸਾਬ ਨਾਲ ਉਹਨੂੰ ਦੱਸਾਂਗੇ ਵੀ ਸਿੱਖ ਕੌਮ ਦਾ ਬੱਚਾ ਜਿਹੜਾ ਉਹ ਖਾਲਿਸਤਾਨੀ ਆ। ਗਿਣਤੀ ਦੇ ਨਹੀਂ ਇਸ ਕਮਰੇ 'ਚ, ਇਹ ਤਾਂ ਪ੍ਰੈਸ ਕਾਨਫਰੰਸ ਆ, ਪਰ ਬੱਚਾ ਕੌਮ ਦਾ ਘਰ ਚਾਹੁੰਦਾ ਤੇ ਤੁਸੀਂ ਇਦਾਂ ਸਾਡੇ ਸਿੰਘ ਸ਼ਹੀਦ ਕਰਕੇ ਸਾਨੂੰ ਮੰਜ਼ਿਲ ਤੋਂ ਜਿਹੜਾ ਹੈਗਾ ਪਰੇ ਨਹੀਂ ਕਰ ਸਕਦੇ। ਆਪਾਂ ਪ੍ਰੈਸ ਇੱਥੇ ਕਰਦੇ ਆ ਲਈ ਕੋਈ ਵੀ ਦੇਖੋ, ਇੱਕ ਕੰਪਲੇਂਟ ਹੁੰਦੀ ਤੁਹਾਡੀ, ਅਸੀਂ ਭਾਰਤ ਦੇ ਲੋਕਾਂ ਨੂੰ ਜਾਗਰਤ ਕਿੱਦਾਂ ਕਰਨਾ, ਸਿੱਖ ਬਾਤ ਤੇ ਜਾਗਰਤ ਹੈ ਉਹ ਉੱਥੇ ਆ ਜਿਹੜੀਆਂ ਗੱਲਾਂ ਜਿੱਦਾਂ ਹੁਣ ਆਪਾਂ ਇੱਦਾਂ ਕਰਦੇ ਆ, ਚੈਨਲ ਜਦੋਂ ਕੱਟੇਗਾ ਤੇ ਤੁਸੀਂ ਗੁੱਸੇ ਹੋਵੋਗੇ, ਚੈਨਲ ਲਾਏਗਾ ਤੇ ਚੈਨਲ ਬੰਦ ਹੈ। ਕਿੰਨੇ ਚੈਨਲ ਬੰਦ ਹੋਏ ਆ? ਜਦੋਂ ਸਾਡੀ ਆਵਾਜ਼ ਵਾਈਡਰ ਨਹੀਂ ਜਾਏਗੀ, ਸਾਨੂੰ ਕੋਈ ਇਸ ਏਜੰਡੇ ਤੇ ਵੀ ਕੰਮ ਕਰਨਾ ਚਾਹੀਦਾ ਵੀ ਜਦੋਂ ਅਸੀਂ ਪ੍ਰੈਸ ਰਿਲੀਜ਼ ਕਰਦੇ ਆ ਉਸ ਵੇਲੇ ਜਿਹੜੀ ਸ਼ਬਦਾਂ ਦੀ ਚੋਣ ਆ ਉਹ ਵਧੀਆ ਹੋਣੀ ਚਾਹੀਦੀ ਹੈ। ਤੇ ਦੂਜੀ ਗੱਲ, ਭਾਰਤ ਸਰਕਾਰ ਇੱਥੇ ਆਣ ਕੇ ਬਾਹਰਲੀਆਂ ਕੰਟਰੀਆਂ ਸਾਨੂੰ ਟਾਰਗੇਟ ਕਰ ਰਹੀ ਹੈ। ਤੁਸੀਂ ਸਰਕਾਰਾਂ ਦੇ ਨਾਲ ਗੱਲ ਵੀ ਕਰਦੇ ਹੋ, ਲੰਬੇ ਸਮੇਂ ਤੋਂ ਅਸੀਂ ਵੀ ਦੇਖਦੇ ਹਾਂ ਕਿ ਸਾਨੂੰ ਜਿਹੜਾ ਐਕਸ਼ਨ ਇੱਥੇ ਦੀ ਸਰਕਾਰ ਤੇ ਕੋਈ ਸੋਲਿਡ ਲੈਣਾ ਚਾਹੀਦਾ, ਜਾਂ ਇੱਥੇ ਆਪਾਂ ਪ੍ਰੈਸ ਰਿਲੀਜ਼ਾਂ ਦੇ ਵਿੱਚ, ਜਾਂ ਸਾਨੂੰ ਜੇ 6 ਲੱਖ ਸਿੱਖ ਸਾਡਾ ਵਸਦਾ, ਇਲੈਕਸ਼ਨ ਆਉਂਦੇ ਨੇ
ਜ਼ਰੂਰਤ ਇਹਨਾਂ ਨੂੰ ਸਾਡੀ ਰਹਿੰਦੀ ਹੈ ਗੁਰਦੁਆਰਿਆਂ ਦੇ ਵਿੱਚੋਂ, ਸਾਡੀਆਂ ਸਟੇਜਾਂ ਤੋਂ। ਇਹ ਬੰਦਿਆਂ ਨੂੰ ਬਿਲਕੁਲ ਜੇ ਨਹੀਂ ਕਿਸੇ ਤਣ ਪਤਨ ਕਰਨ ਲੱਗਦੀ ਤੇ ਬਾਈਕਾਟ ਕਰਨਾ ਚਾਹੀਦਾ। ਤੇ ਜੇ ਆਪਾਂ ਹੁਣ ਤੋਂ ਮੁਜ਼ਾਹਰਾ ਕਰਨਾ ਵੀ ਆ, ਜੇ ਭਾਰਤੀ ਸਰਕਾਰ ਕਹਿੰਦੀ, ਇੱਥੇ ਦੀ ਸਰਕਾਰ ਸਾਨੂੰ ਇਹ ਤੇ ਦੱਸਦੀ ਆ ਵੀ ਇੰਟੈਲੀਜੈਂਸ ਇਹਨਾਂ ਦੀ ਕਿ ਤੁਹਾਨੂੰ ਤੁਸੀਂ ਬਾਹਰ ਨਾ ਨਿਕਲੋ। ਭਾਈ ਹਰਦੀਪ ਸਿੰਘ ਨਿੱਜਰ ਨੂੰ ਵੀ ਇੱਥੇ ਵਾਲੇ ਸਿੰਘ ਨੂੰ ਅਸੀਂ ਵੀ ਮਿਲ ਕੇ ਆਏ, ਭਾਈ ਦੁੱਗਾ ਸਿੰਘ ਮੇਰੇ ਨਾਲ ਸੀ ਉਸ ਵੇਲੇ। ਪਰ ਇਹ ਇੰਟੈਲੀਜੈਂਸ ਹੀ ਸਾਡੀ ਸੇਫਟੀ ਲਈ ਕਰਦੀ ਕੀ ਹੈ? ਇੱਕ ਬਹੁਤ ਵੱਡਾ ਸਵਾਲ ਹੈ ਇਹ। ਸੋ ਮੇਰੀ ਬੇਨਤੀ ਹੈ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਇਹਨਾਂ ਦੇ ਤਕਰੀਬਨ ਜਿੱਤੇ ਨੇ ਜਿਹੜੇ ਬੱਚੇ ਮੈਂ ਬੇਨਤੀ ਕਰਨੀ ਸੀ ਇਹਨਾਂ ਨੇ ਕਹੀ ਦਿੱਤੇ ਆ। ਪਰ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਤੁਹਾਨੂੰ ਪਤਾ ਕਿ ਪਹਿਲੇ ਸਮੇਂ ਦੇ ਵਿੱਚ ਰਾਊਂਡ ਟੇਬਲ ਮੀਟਿੰਗ ਹੁੰਦੀ ਸੀਗੀ, ਸਰਕਾਰ ਕੁਝ ਸਿੰਘਾਂ ਨਾਲ ਦੇਣ ਨੂੰ ਤਿਆਰ ਨਹੀਂ ਹੈਗੀ, ਹੈ ਨਾ। ਹੁਣ ਜਿਹੜੀ ਮੈਂ ਬੇਨਤੀ ਕਰਨੀ ਆ, ਇਹ ਲਾਈਟਲੀ ਨਾ ਲਿਓ, ਹੈ ਨਾ। ਕਿ ਅਸੀਂ ਕਹਿੰਦੇ ਕਿ ਹਰਮਿੰਦਰ ਸਿੰਘ ਮਿੰਟੂ, ਹਰਮੀਤ ਸਿੰਘ PhD, ਪਰਮਜੀਤ ਸਿੰਘ ਪੰਜਵਰ, ਹੈ ਨਾ, ਹਰਦੀਪ ਸਿੰਘ ਨਿੱਜਰ, ਇਹਨਾਂ ਨੂੰ ਸਰਕਾਰ ਨੇ ਸ਼ਹੀਦ ਕਰਵਾਇਆ। ਜੇ ਕੋਈ ਹੱਥ ਸੀਗਾ ਜਿਹੜੇ ਹਿਸਾਬ ਨਾਲ ਹੋਇਆ ਸਭ ਕੁਛ, ਹੈ ਨਾ। ਹੁਣ ਮੇਰੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਤੁਹਾਡੀ ਹਾਲੇ ਲੋੜ ਆ, ਹੈ ਨਾ। ਤੁਸੀਂ ਇਹ ਕਹਿਣਾ ਜੋ ਸਿੱਖ ਆ ਉਹ ਡਰਦਾ ਨਹੀਂ, ਜੋ ਡਰਦਾ ਉਹ ਸਿੱਖ ਨਹੀਂ, ਦੈਟਸ ਐਬਸੋਲੂਟਲੀ ਫਾਈਨ। ਬਟ ਕੌਮ ਦੇ ਵੀ ਕੋਈ ਫਰਜ਼ ਹੁੰਦੇ ਆ ਕਿ ਤੁਸੀਂ ਆਪਣੇ ਬਾਰੇ ਵੀ ਸੋਚੋ ਕਿ ਕੋਈ ਪ੍ਰਾਈਵੇਟ ਸਿਕਿਉਰਿਟੀ, ਜੇ ਕੌਮ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰੇ, ਜੇ ਹਿੱਟ ਲਿਸਟ ਸੱਚੀ ਤੁਸੀਂ ਮੰਨਦੇ ਕੋਈ ਹਿੱਟ ਲਿਸਟ ਹੈਗੀ ਆ, ਫਿਰ ਆਪਣਾ ਵੀ ਥੋੜਾ ਮਾੜਾ ਮੋਟਾ ਵਿਚਾਰੋ ਕਿ ਕਿਸ ਹਿਸਾਬ ਨਾਲ ਅਸੀਂ ਚੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਨੌਜਵਾਨ ਜੇ ਆਪਣੇ ਬਜ਼ੁਰਗਾਂ ਬਾਰੇ ਇਹਨਾਂ ਸੋਚਦੇ ਹਨ ਤਾਂ ਬਹੁਤ ਬਹੁਤ ਧੰਨਵਾਦ। ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜੇ ਅਸੀਂ ਆਪਣੀਆਂ ਸਿਕਿਉਰਟੀਆਂ ਲੈ ਕੇ ਘੁੰਮਣ ਲੱਗ ਪਏ ਤਾਂ ਜਿਹੜੀ ਕੌਮ ਹੈ ਉਹਨੂੰ ਅਸੀਂ ਸੁਨੇਹਾ ਕੀ ਦੇਵਾਂਗੇ? ਉਹ ਕਿੰਨਾ ਕੁ ਡਰ ਰਹਿਤ ਮਹਿਸੂਸ ਕਰੂਗੀ। ਜਿਹੜੇ ਸਵਾਸ ਜੋਗਾ ਸਿੰਘ ਨੇ ਦੱਸਿਆ, ਜਿਹੜੇ ਮਹਾਰਾਜ ਨੇ ਲਿਖੋ ਲੈਣੇ ਆ, ਅਸੀਂ ਆਪਣਾ ਖਿਆਲ ਜਿੰਨਾ ਕੁ ਵੀ ਆਪਣੇ ਤੌਰ ਤੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਦਿਨੇ ਸਵੇਰੇ ਜਿੱਥੇ ਨਿਕਲਣ ਦਾ ਖਿਆਲ ਰੱਖਾਂਗੇ। ਲੇਕਿਨ ਇੰਨਾ ਵੀ ਨਹੀਂ ਆਪਾਂ ਇਹ ਚੀਜ਼ ਤੋਂ ਘਬਰਾਉਣਾ ਕਿ ਜੇ ਆਪਾਂ ਸਿਕਿਉਰਿਟੀ ਲੈ ਲਈ ਆਪਣੀ ਮੌਤ ਨਹੀਂ ਆਉਣੀ। ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸੋਚਿਆ ਸੀ ਵੀ ਸਿੱਖ ਮੈਂ ਮੁਕਾ ਹੀ ਦਿੱਤੇ ਆ, ਉਹਦੇ ਘਰ 'ਚ ਹੀ ਪੈਦਾ ਹੋ ਗਿਆ ਨਾ। ਇਸ ਕਰਕੇ ਬਿਆਨ ਸਿੰਘ ਨੇ ਲੱਖਾ ਸਿੰਘ, ਹਜ਼ਾਰਾ ਸਿੰਘ ਸ਼ਹੀਦ ਕਰਵਾਏ ਸਰਕਾਰ ਨੇ, ਉੱਥੇ ਮਹਾਰਾਜ ਨੇ ਪੈਦਾ ਕਰ ਦਿੱਤੇ। ਇਸ ਕਰਕੇ ਜਿਹਦੇ ਜਿੰਨੇ ਸਵਾਸ ਆਉਣੇ ਉਹ ਤਾਂ ਆਉਣੇ ਆ, ਘਬਰਾਉਣ ਦੀ ਲੋੜ ਨਹੀਂ। ਅੱਜ ਅਸੀਂ ਪੇਸ਼ ਹੋਣ ਦਾ ਮਤਲਬ ਅੱਜ ਮਤਲਬ ਸਾਡੇ ਇੱਥੇ ਹੈਗੇ। ਇੱਕ ਤਾਂ ਭਾਈ ਹਰਦੀਪ ਸਿੰਘ, ਭਾਈ ਪੰਜਵਰ ਨਾਲ ਜਾਂ ਆਉਣ ਵਾਲੇ ਸਮੇਂ ਜੋ ਬੀਤਣਾ ਉਹਦੇ ਬਾਰੇ ਵਿਚਾਰਾਂ ਕਰਨੀਆਂ। ਦੂਜਾ, ਕੋਈ ਇਹ ਮਹਿਸੂਸ ਨਾ ਕਰੇ ਵੀ ਅਸੀਂ ਇਕੱਠੇ ਹੋ ਕੇ ਮੀਡੀਆ 'ਚ ਆਏ ਆ ਵੀ ਪਤਾ ਲੱਗੇ ਵੀ ਅਸੀਂ ਗਰਾਊਂਡ ਤੇ ਆ, ਨਾ ਕਿ ਸਾਡੇ 'ਚ ਕੋਈ ਅੰਦਰ ਵੜ ਗਿਆ ਜਾਂ ਕੋਈ ਡਰ ਗਿਆ, ਜਿਹੜੀ ਕਿ ਬਹੁਤ ਜ਼ਰੂਰੀ ਆ। ਅਸੀਂ ਡਰਦੇ ਵੀ ਨਹੀਂ ਤੇ ਅੰਦਰ ਵੀ ਨਹੀਂ ਬੜੇ। ਅਸੀਂ 4-5 ਨਹੀਂ, ਹੋਰ ਵੀ ਜਿੰਨੇ ਸਾਡੇ ਇੱਥੇ ਭਾਈਬੰਦ ਬੈਠੇ ਆ 40-30 ਸਾਲ ਤੋਂ ਕੌਮ ਦੀ ਸੇਵਾ ਕਰ ਰਹੇ, ਉਹ ਵੀ ਨਹੀਂ ਡਰੇ, ਸਾਡੇ ਨਾਲ ਵੀ ਤੇ ਬੈਠੇ ਆ। ਸੋ ਜਿੰਨੇ ਜ਼ਿਆਦਾ ਗਿਣਤੀ 'ਚ ਹੋਵਾਂਗੇ ਓਨੀ ਉਹਨਾਂ ਨੂੰ ਸਾਨੂੰ ਹੱਥ ਪਾਉਣਾ ਔਖਾ ਹੋਊਗਾ। ਸੋ ਤੁਹਾਡਾ ਨੌਜਵਾਨਾਂ ਦਾ, ਅੰਮ੍ਰਿਤਪਾਲ ਸਿੰਘ ਉਹਨਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਤੁਸੀਂ ਸੁਝਾਅ ਦਿੱਤਾ ਅਸੀਂ ਆਪਣਾ ਖਿਆਲ ਵੀ ਰੱਖਾਂਗੇ। ਲੇਕਿਨ ਆਪਾਂ ਪੂਰੀ ਕੌਮ ਦਾ ਫਿਕਰ ਕਰੀਏ, ਸਾਨੂੰ ਪੂਰੀ ਕੌਮ ਦਾ ਫਿਕਰ ਕਰਨ ਦੀ ਲੋੜ ਆ। ਜਿਹੜੇ ਦੁਨੀਆ ਦੇ ਸਿਆਸੀ ਲੋਕ, ਸਿਆਸੀ ਸਰਕਾਰਾਂ ਸਾਨੂੰ ਆਪਣਾ ਵਰਤ ਕੇ ਤੇ ਦੂਜੀਆਂ ਸਰਕਾਰਾਂ ਨਾਲ ਆਪਣੇ ਟ੍ਰੇਡ ਕਰ ਰਹੀਆਂ, ਉਹਨਾਂ ਬਾਰੇ ਸਾਨੂੰ ਸੋਚਣ ਦੀ ਲੋੜ ਆ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਹਰਦੀਪ ਸਿੰਘ ਹੋਣੀ ਆ, ਹੋਰ ਕੋਈ ਹੈ ਨਹੀਂ। ਹੁਣ ਅੱਛਾ 5-7 ਮਿੰਟ 'ਚ ਆਪਾਂ ਨੂੰ ਬੇਨਤੀ ਆ ਵੀ ਆਪਾਂ ਛੋੜ 'ਚ ਰੱਖਣਾ, ਥੋੜਾ ਲੰਬੀਆਂ ਕਹਾਣੀਆਂ ਨਾ ਪਾਇਓ ਤੇ ਟਾਈਮ ਆਪਣਾ ਕਾਫੀ ਹੋ ਗਿਆ, 1.5 ਘੰਟਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਣੇ 2-3 ਸਿੰਘ ਆਏ ਆਪਾਂ ਨੂੰ ਦੁੱਖ ਬਹੁਤ ਹੈਗਾ, ਕੋਈ ਸ਼ੱਕ ਨਹੀਂ, ਪਰ ਉਹਦੇ ਵਿੱਚੋਂ ਆ ਹਰਿਆਵਲਾ ਦੱਸਦਾ ਜੀ ਲੋਕਾਂ ਚੜ੍ਹਦੀ ਕਲਾ ਇਹ ਇਸੇ ਉਹਨਾਂ ਦੀ ਜਿਹੜੀ ਆ ਸ਼ਹਾਦਤ ਹੋਈ ਹੈ ਨਾ, ਉਹਦੇ ਕਿੰਨੀ ਚੜ੍ਹਦੀ ਕਲਾ ਵੀ ਕੌਂਦੀ। ਮੈਂ ਕਹਿੰਦਾ ਅੱਜ ਇੰਨਾ ਵੱਡਾ ਇਕੱਠ ਤੇ ਆ ਨੌਜਵਾਨ ਦਾ ਮੂਹਰੇ ਆਉਣਾ ਨਾ, ਇਹ ਉਹਨੂੰ ਮਤਲਬ ਉਹਦੀ ਸ਼ਹਾਦਤ ਨੂੰ ਇੱਕ ਰੰਗ ਲੱਗ ਗਿਆ। ਕੋਈ ਪਰਵਾਹ ਨਹੀਂ ਕਰਦੀ, ਕੋਈ ਨਹੀਂ। ਸਰਬੱਤ ਸੂਰਮਿਆਂ ਯੋਧਿਆਂ ਦੀ ਇਹ ਕੌਮ ਆ, ਜਿੱਥੇ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਜਕਾਰੇ ਮਾਰਦੇ ਜਾਂਦੇ ਦੁਸ਼ਮਣ ਸਾਹਮਣੇ। ਇੱਕ ਸ਼ਹੀਦ ਕਰਨਗੇ, ਇੱਥੇ 20 ਮਰ ਖੜੇ ਆ। ਵੇਖ ਕੋਈ ਪਰਵਾਹ ਕਰਨ ਦੀ ਲੋੜ, ਜੋ ਚਾਹੁੰਦੇ ਆ ਵੀ ਇਹ ਸਿੱਖ ਕੌਮ ਡਰਾਇਆ ਡਰ ਜਾਣਗੇ, ਬਿਲਕੁਲ ਨਹੀਂ। ਇਹ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ। ਦਰਬਾਰ ਸਾਹਿਬ ਵਿੱਚ ਉਹਨਾਂ 'ਚ ਅਟੈਕ ਕਰਕੇ ਕਿੰਨੇ ਸਿੰਘ ਜਿਹੜੇ ਆ ਉਹਨੇ ਹੱਤਿਆ, ਬਹੁਤੇ ਸਿੰਘਾਂ ਨੂੰ ਸ਼ਹੀਦ ਕੀਤਾ। ਦਿੱਲੀ ਵਿੱਚ ਉਹਨੇ ਕਹਿੰਦੇ ਸਿੱਖ ਮੁਕਾ ਦਿੱਤੇ ਆ। ਅੱਜ ਉਹ ਕਿਸਾਨ ਮੋਰਚਾ ਚੱਲਿਆ,
ਤੇ ਦਿੱਲੀ ਵਿੱਚ ਜਿਹੜੇ ਮਕਾਈ ਕਹਿੰਦੇ ਕੌਮ ਉਹਨੇ ਹੱਥ ਮੋਟੇ ਅੱਡ ਕੇ ਉਹਨਾਂ ਕੋਲ ਪ੍ਰਸ਼ਾਦੇ ਮੰਗਦੇ ਸੀਗੇ ਉਸ ਕੌਮ ਨੂੰ ਜਿਹਨੂੰ ਖਤਮ ਕਰਨ ਦਾ ਯਤਨ ਕੀਤਾ। ਜਿੰਨਾ ਇਹ ਤਾਂ ਕਰਨਗੇ ਉਨੀ ਕੌਮ ਦੀ ਚੜ੍ਹਦੀ ਕਲਾ ਹੋਣੀ ਆ। ਤੇ ਮੈਂ ਤੁਹਾਡਾ ਸਾਰਾ ਨੌਜਵਾਨਾਂ ਦਾ ਬਹੁਤ ਧੰਨਵਾਦ ਕਰਦਾ। ਖੁਸ਼ੀ ਹੋਈ ਮੈਨੂੰ ਇਹ ਖਾਤੇ ਅੱਜ ਜਿਹੜੀ ਗੱਲ ਅਸੀਂ ਲੈ ਕੇ 40 ਸਾਲ ਪਹਿਲੇ ਵਿਅਕਤ ਰਹੇ ਸੀਗੇ ਉਹਨੂੰ ਬੂਰ ਲਗਾਇਆ, ਉਹਨੂੰ ਫਲ ਲਗਾਇਆ, ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਇੱਥੇ ਜਿਹੜਾ ਇਹ ਕੌਮ ਦੇ ਪਿੱਛੇ ਕਲਗੀਧਰ ਪਾਤਸ਼ਾਹ ਦਾ ਹੱਥ ਆ। ਜਦੋਂ ਕੋਈ ਸਿੰਘ ਜਾਂਦਾ ਦੁੱਖ ਬਹੁਤ ਹੁੰਦਾ ਆ। ਹੁਣ ਅਵਤਾਰ ਸਿੰਘ ਖੰਡਾ ਬੜਾ ਸਾਡੇ ਨਾਲ ਉਹਦਾ ਪਿਆਰ ਸੀਗਾ। ਉਹਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਬਾਪੂ ਨੂੰ ਹੱਥ ਤੋਂ ਬਾਅਦ ਵਿੱਚ ਕਿੱਦਾਂ ਦੀ ਮਾਤਾ ਨੂੰ ਪਾਲਿਆ ਔਰ ਉਹਨੇ ਇੱਥੇ ਆਉਂਦੇ ਨੇ ਪਰਵਾਹ ਨਹੀਂ ਕੀਤੀ ਵੀ ਸਾਡੀ ਮਾਤਾ ਨੇ ਕਿੰਨਾ ਅੱਗੇ ਵਕਤ ਭੋਗਿਆ ਤੇ ਮੈਂ ਚੁੱਪਰ ਘਰ ਬੈਠ ਜਾਵਾਂ। ਤੇ ਸਲਾਹ ਉਹਨਾਂ ਸਿਰ ਚੌਕਦਾਰ ਸਿੰਘਾਂ ਦੇ ਪਰਿਵਾਰ ਦੇ ਅੱਗੇ ਉਹਨੇ ਆਪਣੇ ਵਧੀਆ ਢੰਗ ਦੇ ਨਾਲ ਛੱਡ ਕੇ ਪ੍ਰਚਾਰ ਸ਼ੁਰੂ ਕੀਤਾ ਹੈਗਾ। ਇੱਕ ਅਮਰਪਾਲ ਸਿੰਘ ਪੰਜਾਬ ਤੁਰਿਆ ਸੀਗਾ, ਵਕਤ ਪੈ ਗਿਆ ਉਹਨਾਂ ਨੂੰ ਨਾ। ਆਪਾਂ ਮਗਰ ਡਟ ਕੇ ਆਵਾਜ਼ ਉਠਾਉਣੀ, ਜਿਹੜੇ ਸਿੰਘ ਤੁਰਦੇ ਆ ਡਟ ਕੇ ਸਾਥ ਦੇਣਾ। ਕੋਈ ਪ੍ਰੋਗਰਾਮ ਦਾ ਆਪਣੇ ਕੰਮ ਕਾਰ ਛੱਡ ਕੇ ਉੱਥੇ ਪਹੁੰਚਣਾ ਆ। ਅੱਜ ਦੀ ਆ ਪ੍ਰੈਸ ਕਾਨਫਰੰਸ ਜਿੱਦਾਂ ਤੁਸੀਂ ਨਾ ਵਧੀਆ ਸਹਿਯੋਗ ਦਿੱਤਾ ਆ, ਬਹੁਤ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਆਉਣ ਵਾਲੇ ਸਮੇਂ ਵਿੱਚ ਆਪਾਂ ਜਿਹੜੇ ਪ੍ਰੋਗਰਾਮ ਲਿਖਣੇ ਆ ਸਾਰੇ ਡਟ ਕੇ ਸਾਥ ਦੇਣਾ। ਕਲਗੀਧਰ ਪਾਤਸ਼ਾਹ ਚੜ੍ਹਦੀ ਕਲਾ ਕਰਨਗੇ। ਇਹ ਕੌਮ ਦੀ ਗੱਲ ਜਿਹੜੀ ਰੁਕਣੀ ਨਹੀਂ ਗੀ, ਜਿੰਨਾ ਦਬਾਉਣਗੇ ਉਹਨੀ ਜਾ ਉੱਪਰ ਕੇ ਆਊਗੀ। ਵਾਹਿਗੁਰੂ ਜੀ ਕਾ ਖਾਲਸਾ। ਭਾਈ ਜਗਜੀਤ ਸਿੰਘ ਜੀਤਾ ਨੇ ਆਖਿਆ ਭਈ ਜਿਹੜੀ ਗੱਲ ਨਹੀਂ ਚੰਗੀ ਹੋਊਗੀ ਇਹਨਾਂ ਵਾਸਤੇ, ਮੀਡੀਆ ਵਾਸਤੇ, ਉਹ ਕੱਟਵਾਂਗੇ ਤਾਂ ਤੁਹਾਨੂੰ ਗੁੱਸਾ ਲੱਗਿਆ। ਸਾਨੂੰ ਬਿਲਕੁਲ ਇਤਰਾਜ਼ ਨਹੀਂ। ਤੁਸੀਂ ਆਪਣੇ ਮੀਡੀਆ ਦਾ ਖਿਆਲ ਰੱਖੋ ਤਾਂ ਕਿ ਸਾਨੂੰ ਮੀਡੀਆ ਦੀ ਬਹੁਤ ਸਹਿਯੋਗ ਨੂੰ ਲੋੜ ਆ। ਮਸੀਂ ਇਹ ਪ੍ਰਾਪਤ ਹੋਏ ਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨਾਂ ਅਨੁਸਾਰ ਇਹ ਮੀਡੀਆ ਆਪਣੇ ਕੋਲ ਆਈ ਆ, ਜਿੱਦਾਂ ਵੀ ਬਾਹਰ ਚੱਲਦੇ ਆ। ਸੋ ਇਹਨਾਂ ਦੀ ਸੁਰੱਖਿਆ ਪਰ ਇਹਨਾਂ ਦੇ ਚੱਲਦੇ ਰਹਿਣਾ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਜਿਹੜੀ ਗੱਲ ਸਾਨੂੰ ਲੱਗਦੀ ਆ ਕਿ ਤੁਹਾਡੇ ਅਗੇਂਸਟ ਜਾ ਸਕਦੀ ਆ, ਉਹ ਗੱਲ ਤੁਸੀਂ ਕੱਟ ਸਕਦੇ ਆ। ਦਾਸ ਵੱਲੋਂ ਬੇਨਤੀ ਹੈ ਕਿ ਵੈਨਸਡੇ 28 ਤਰੀਕ ਨੂੰ ਲੌਬੀ ਰੱਖੀ ਆ 1 ਤੋਂ 3 ਜਾਂ 12 ਤੋਂ 3 ਸ਼ਾਇਦ ਪਾਰਲੀਮੈਂਟ ਵਿੱਚ। ਆਪਣਾ ਇਹ ਹੁਣ ਮੌਕਾ, ਆਪਾਂ ਗੱਲ ਹੋਈ ਸੀ ਆਪਾਂ ਡੈਮੋਨਸਟ੍ਰੇਸ਼ਨ ਕਰੀਏ ਜਾ ਕੇ। ਉਹ ਤਾਂ ਅੰਦਰੋਂ ਦੇਖਦੇ ਰਹਿੰਦੇ ਆ ਵੀ ਕੀ ਚੱਲ ਰਿਹਾ, ਪਰ ਜਿਹੜੀ ਆਪਾਂ ਇੰਗੇਜਮੈਂਟ ਦੀ ਗੱਲ ਕਰਦੇ ਆ ਸਰਕਾਰਾਂ ਨਾਲ ਇੰਗੇਜਮੈਂਟ ਦੀ, ਇੱਥੇ ਆਪਾਂ ਕਮਜ਼ੋਰ ਰਹਿ ਜਾਂਦੇ ਆ, ਆਪਾਂ ਨਹੀਂ ਪਹੁੰਚਦੇ। ਅਸੀਂ ਵੀ ਛੁੱਟੀ ਲਈ ਆ ਉਦਣ ਦੀ, ਸਾਡਾ ਫਰਜ਼ ਬਣਦਾ। ਤੁਸੀਂ ਵੀ ਜਿੰਨੇ ਅੱਜ ਆਏ ਆ ਦਰਦ ਲੈ ਕੇ ਆਏ ਆ, ਬੇਨਤੀ ਆ ਪਲੀਜ਼ ਜੇ ਆਪਾਂ ਪਹੁੰਚ ਸਕਦੇ ਆ ਉੱਥੇ ਜਾ ਕੇ ਟੇਬਲ ਤੇ ਮਾਰੀਏ। ਆਹ ਦੇਖੋ ਆ ਅੱਜ ਸਾਡੇ ਨਾਲ ਹੋ ਰਿਹਾ। ਸਾਡਾ ਇੱਕ ਸਿੰਘ ਕੁਛ ਕੁ ਦਿਨ ਪਹਿਲਾਂ ਗਿਆ, ਉਹਦੇ ਨਾਲ ਹੀ ਕੈਨੇਡਾ 'ਚ ਇੱਕ ਸਿੰਘ ਚਲੇ ਗਿਆ। ਵੀ ਸਾਨੂੰ ਲੱਗਦਾ ਕੁਛ ਇਹਦੇ 'ਚ ਸਾਜ਼ਿਸ਼ ਆ ਵੀ ਤੁਸੀਂ ਸਾਡੇ ਲਈ ਕੀ ਕਰ ਰਹੇ ਹੋ। ਤੁਸੀਂ ਆਪਦਾ ਟ੍ਰੇਡ ਹੀ ਕਰਨਾ ਇੰਡੀਆ ਨਾਲ ਕਿ ਸਾਡੀ ਵੀ ਸੁਰੱਖਿਆ ਤੁਹਾਡਾ ਫਰਜ਼ ਨਹੀਂ ਬਣਦਾ? ਅਸੀਂ ਇੱਥੇ ਟੈਕਸ ਪੇਅਰ ਆ। ਸੋ ਇੰਨੀ ਹੋਈ ਹੈ ਬੇਨਤੀ ਸੀ ਦਾਸ ਵੱਲੋਂ। ਹਾਂਜੀ ਗੱਲ ਜਲਦੀ ਗੱਲ ਪਰ 10 ਮਿੰਟ। ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਇੱਕ ਤੋਂ ਜਿੱਦਾਂ ਆਪਣੇ ਤਜਰਬੇ ਤੋਂ ਇੰਗਲੈਂਡ ਵਿੱਚ ਤੇ ਜਰਮਨ ਵਿੱਚ 30,000 ਸਿੱਖ ਰਹਿੰਦੇ ਆ। ਉੱਥੇ ਗੌਰਮੈਂਟ ਨੇ 4 ਸਿੱਖਾਂ ਨੂੰ ਫੜਿਆ ਜਿਹੜੇ ਹਾਈ ਕਮਿਸ਼ਨ ਨੂੰ ਰਿਪੋਰਟ ਕਰਨ ਦਿੰਦੇ ਸੀ ਆਪਣੇ ਸਿੱਖਾਂ ਦੀਆਂ, ਜਿਨ੍ਹਾਂ ਨੂੰ ਮਤਲਬ ਕੋਰਟ ਵਿੱਚ ਲਿਆ ਕਿ ਚਾਰਜ ਕਰਨ ਲਈ। 5ਵਾਂ ਬੰਦਾ ਜਿਹੜਾ ਸੀ ਉਹ ਤਾਂ ਆਪਣੇ ਸਿੰਘਾਂ ਨੇ ਫੜਿਆ ਸੀ, ਡੈਮੋਨਸਟ੍ਰੇਸ਼ਨ ਹੁੰਦਾ ਸੀ, ਉਹ ਫੋਟੋਆਂ ਉਸ ਵੇਲੇ ਭੇਜ ਰਿਹਾ ਸੀ ਤਾਂ ਉਹਨਾਂ ਨੇ ਉਸ ਵੇਲੇ ਫੜਿਆ ਤਾਂ ਉਹ ਡਰਦਾ ਇੱਥੇ ਇੰਗਲੈਂਡ ਗਿਆ। 15-20 ਸਾਲ ਚੁੱਪ ਰਿਹਾ। ਹੁਣ ਮੇਰੇ 2 ਸਾਲ ਮਾੜਾ ਮੋਟਾ ਉਹਦਾ ਨਾਂ ਸੀ। ਲਿਸਟ ਵਿੱਚ ਇਕੱਲੇ ਲਿਸਟ ਵਿੱਚ 30-35,000 ਸਿੱਖ ਰਹਿੰਦਾ। ਕਿੰਨੇ ਬੰਦੇ ਆਪਣੇ ਜਿਹੜੇ ਮਤਲਬ ਰਿਪੋਰਟਾਂ ਦਿੰਦੇ ਹੋਣਗੇ। ਮੇਰੀ ਇੱਕ ਦਿਨ ਕਿਸੇ ਖਾਸ ਬੰਦੇ ਨਾਲ ਗੱਲ ਹੋਈ, ਨਾਂ ਨਹੀਂ ਹੋਊਗਾ ਉਹਦਾ। ਮੈਂ ਕਿਹਾ ਜੇ 30,000 ਤੋਂ ਉੱਥੇ 4 ਬੰਦੇ ਆਪਣੇ ਲਿਸਟ ਵਿੱਚ ਕਿੰਨੇ ਹੋਣਗੇ? ਕਹਿੰਦਾ 16 ਬੰਦੇ ਆ। ਤੈਨੂੰ ਕਹਿੰਦਾ ਪਤਾ? ਕਹਿੰਦਾ ਮੇਰੇ ਵੀ ਲੈ ਕੇ ਆ ਗਿਆ। ਇਹ ਮਤਲਬ ਮੈਂ ਵੀ ਉਹਨਾਂ ਨੇ ਇਹ ਵਾਰ ਗੱਲ ਕੀਤੀ ਸੀ, ਮੈਂ ਇਹਨੂੰ ਨਾਂ ਵੀ ਲਿਆ ਦੇ ਕਿਹੜਾ ਬੰਦਾ। ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਜੇ ਇਸ ਪੰਜਾਬ 'ਚ ਨਕਸਲਵਾੜੀ ਲਹਿਰ ਚੱਲੀ ਆ। ਉਹਨਾਂ ਜਿਹੜੀ 5 ਬੰਦਿਆਂ ਦੀ ਕੋਰਟ ਕਮੇਟੀ ਸੀ 5 ਦੀ, ਉਹਨਾਂ ਦੇ ਵਿੱਚ 2 ਸਰਕਾਰੀ ਬੰਦੇ ਸੀ ਏਜੰਸੀਆਂ ਦੇ, ਦੂਏ 3 ਮਰ ਗਏ। ਲਹਿਰ ਦੇ ਨਾਲ ਫਿਨਿਸ਼ ਹੋ ਗਈ। ਉਹ 2 ਬੰਦੇ ਅੱਜ ਵੀ ਜੀਂਦੇ ਆ। ਆਪਣੀ ਲਹਿਰ ਚੱਲੀ ਆਪਣੇ ਵਿੱਚ ਕਿੰਨੇ ਬੰਦੇ ਆਪਾਂ ਹਰੇਕ ਨੂੰ ਕਈ ਵਾਰੀ ਟਾਊਟ ਕਹਿ ਕੇ ਮਾਰਦੇ ਨੇ। ਜ਼ਰੂਰੀ ਟਾਊਟ ਹੁੰਦਾ, ਤੁਹਾਡਾ ਨਹੀਂ ਫਿੱਟ ਪੈਂਦਾ ਤਾਂ ਉਹ ਟਾਊਟ ਨਹੀਂ ਹੈ। ਪਰ ਆਪਾਂ ਮਤਲਬ ਆਪਾਂ ਨੂੰ ਨਿਗਾਹ ਰੱਖਣ ਦੀ ਲੋੜ ਆ ਵੀ ਜਿਹੜੇ ਆਪਣੀ ਲਹਿਰ ਦੇ ਵਿੱਚ ਜਿਹਨਾਂ ਬੰਦਿਆਂ ਨੇ ਨੁਕਸਾਨ ਕੀਤਾ ਉਹਨਾਂ ਤੇ ਵੀ ਆਪਣਾ ਜਥੇਬੰਦੀਆਂ ਦਾ ਫਰਜ਼ ਬਣਦਾ ਕੋਈ ਨਾ ਕੋਈ ਕੰਮ ਕਰੋ ਜ਼ਰੂਰ। ਜਿਸ ਵੇਲੇ 1928-29 ਵਿੱਚ ਇਹ ਹਿਸਟੋਰੀਕਲ ਚੀਜ਼ ਆ, ਜਿਸ ਵੇਲੇ ਹਿਟਲਰ ਨੇ ਯੂਆ ਨੂੰ ਮਾਰਨਾ ਸ਼ੁਰੂ ਕੀਤਾ ਔਰ ਇੱਥੇ ਦੇ ਯੂਆ ਨੇ ਮਾੜਾ ਮੋਟੀ ਗੱਲ ਕੀਤੀ, ਕੋਈ ਬੋਲਿਆ ਨਹੀਂ। ਕਿਸੇ ਦੇਸ਼ ਨੇ ਯੂਆ ਦੀ ਗੱਲ ਨਹੀਂ ਸੁਣੀ ਵੀ ਇਹਨਾਂ ਨੂੰ ਮਾਰਿਆ ਆ, ਕਿਸੇ ਦੇਸ਼ ਨੇ ਵੀ। 1945 ਤੋਂ ਬਾਅਦ ਲੜਾਈ ਤੋਂ ਬਾਅਦ ਯੂਆ ਨੂੰ ਸੁਰਤ ਆਈ ਵਿੱਚ ਸਾਡਾ ਆਪਣਾ ਰਾਜ ਹੈ ਨਹੀਂ, ਸਾਡਾ ਆਪਣਾ ਦੇਸ਼ ਹੈ ਨਹੀਂ, ਤਾਂ ਸਾਡੀ ਆਹ ਹਾਲਤ ਹੋਣੀ ਆ। ਜਿੰਨੇ ਅਮੀਰ ਬੰਦੇ ਸੀਗੇ ਯੂ ਦੁਨੀਆ ਵਿੱਚ ਉਹਨਾਂ ਨੇ ਰਲ ਕੇ ਇੱਥੇ ਵੈਸਟ ਵਿੱਚ ਪ੍ਰੈਸ਼ਰ ਪਾ ਕੇ ਰਾਜ ਬਣਾਇਆ ਸੀਗਾ।
ਸੋ ਸਾਡਾ ਫਰਜ਼ ਬਣਦਾ ਜਿਹੜੇ ਬੰਦੇ ਇੱਥੇ ਪੈਸੇ ਲੈ ਆਪਾਂ ਬਿਜ਼ਨਸ ਦੀ ਗੱਲ ਕਰਦੇ, ਜਿਹੜੇ ਇੱਥੇ ਆਪਣੇ ਬਿਜ਼ਨਸਮੈਨ ਹੈਗੇ ਆ, ਜਿਹੜੇ ਆਪਣਾ ਰਿਪੋਰਟ ਮੇਰੇ ਕੋਲ WhatsApp ਤੇ ਹੈ, ਜੇ ਕਿਸੇ ਨੂੰ ਚਾਹੀਦਾ ਭੇਜ ਦਿਓ। ਆਪਾਂ ਸਭ ਤੋਂ ਜ਼ਿਆਦਾ ਚੈਰਿਟੀ ਨੂੰ ਪੈਸੇ ਦਿੰਦੇ, ਆਪਣਾ ਇੱਥੇ ਸਭ ਤੋਂ ਜ਼ਿਆਦਾ ਟੈਕਸ ਆਪਾਂ ਪੇ ਕਰਦੇ ਆ, ਸਭ ਤੋਂ ਜ਼ਿਆਦਾ ਆਪਣੇ ਜਿਹੜੇ ਇਨਵੈਸਟਮੈਂਟ ਹੈ, ਹਾਊਸਿੰਗ ਇਨਵੈਸਟਮੈਂਟ ਹੈ, ਰੈਂਟਲ ਆਪਣੇ ਜ਼ਿਆਦਾ, ਸਭ ਤੋਂ ਆਪਾਂ ਜ਼ਿਆਦਾ ਓਨਰਸ਼ਿਪ ਹੈ ਘਰਾਂ ਦੀ, ਆਪਣੇ ਕੋਲ ਸਭ ਕੁਝ ਹੈਗਾ। ਪਰ ਆਪਾਂ ਨੂੰ ਇਕੱਠੇ ਕਰਨ ਦੀ ਲੋੜ ਆ, ਔਰ ਆਪਾਂ ਨੂੰ ਇਹ ਦੇਖਣ ਦੀ ਲੋੜ ਆ ਆਪਣੀ ਲਹਿਰ ਦੇ ਵਿੱਚ ਇੱਦਾਂ ਨਹੀਂ। ਆ ਬਲੂਮ ਰਿਪੋਰਟ ਦੀ ਬਾਰ-ਬਾਰ ਗੱਲ ਆ ਰਹੀ ਆ, ਬਲੂਮ ਰਿਪੋਰਟ ਜਿਹੜੀ ਪਾਰਲੀਮੈਂਟ, ਉਹਦੇ ਵਿੱਚ 70-75% ਗੱਲਾਂ ਉਹ ਲਿਖੀਆਂ ਜਿਹੜੀਆਂ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਫੈਡਰੇਸ਼ਨ ਦੇ ਖਿਲਾਫ ਆਪਣੇ ਬੰਦਿਆਂ ਨੇ ਲਿਖਿਆ ਸੀ। ਸਾਰੇ ਸੁਣਦੇ ਜੇ ਪੜ੍ਹ ਲਿਓ ਰਿਪੋਰਟ, 70-75% ਉਹ ਗੱਲਾਂ ਹੈ ਜਿਹੜੀਆਂ ਮੀਡੀਆ ਦੇ ਉੱਪਰ ਲਿਖੀਆਂ ਸੀ ਫੈਡਰੇਸ਼ਨ ਦੇ ਖਿਲਾਫ, ਉਹਨੇ ਉਹੀ ਗੱਲਾਂ ਵੱਲੋਂ ਉਹ ਬਲੂ ਰਿਪੋਰਟ ਦੇ ਵਿੱਚ ਲਿਖਿਆ। ਸੋ ਸਾਡਾ ਇੱਥੇ ਫਰਜ਼ ਬਣਦਾ ਵੀ ਆਪਾਂ ਆਪਣਾ ਖਾਣੀਏ ਨਫ਼ਰਤ ਵਸ ਹੋ ਕੇ ਆਪਣੇ, ਜਦ ਸਿਆਣੇ ਕਹਿੰਦੇ ਨਾ, ਜੇ ਬੰਦਾ 50-50 ਨੂੰ ਦੁਸ਼ਮਣ ਨਾ ਸਮਝੋ, ਇੱਕ ਹੁੰਦੇ ਕੱਟੜ ਦੁਸ਼ਮਣ, ਇੱਕ ਹੁੰਦੇ 50-50। ਤੁਸੀਂ ਹਰੇਕ ਨੂੰ ਦੁਸ਼ਮਣ ਨਾ ਬਣਾਓ, ਨਾ ਆਪਣੀ ਜਥੇਬੰਦੀ ਨੂੰ ਇੱਕ ਦੂਜੇ ਇੰਨੀ ਨਫ਼ਰਤ ਪੈਦਾ ਕਰੋ ਕਿ ਅਸੀਂ ਇੱਕ ਦੂਜੇ ਦੇ ਬਰਖਲਾਫ ਹੀ ਕਹਿਣਾ ਆ। ਸੋ ਗੱਲਾਂ ਮੈਂ ਲੰਮਾ ਨਹੀਂ ਕਰਨਾ, ਸਿਰਫ ਇਹ 2-3 ਗੱਲਾਂ ਜਿਹੜੀਆਂ ਮੇਰੇ ਤਜਰਬੇ ਦੇ ਵਿੱਚ ਆਈਆਂ। ਆਪਾਂ ਨੂੰ ਸਭ ਤੋਂ ਪਹਿਲਾਂ ਇਹ ਚਾਹੀਦਾ ਆਪਣੇ ਵਿੱਚ ਵੀ ਆਪਾਂ ਨੂੰ ਪਛਾਣ ਕਰਨੀ ਚਾਹੀਦੀ ਬਚਪਨ ਦੀ ਗੱਲ ਤਾਂ ਨਹੀਂ। ਉਸ ਤੋਂ ਬਾਅਦ ਆਪਾਂ ਨੂੰ ਬਿਲਕੁਲ ਇਹਨੂੰ ਬਰੋਡ ਮਾਈਂਡਡ ਹੋ ਕੇ ਆਪਾਂ ਨੂੰ ਜਿਹੜੇ ਅਮੀਰ ਬੰਦੇ ਜਿਹੜੇ ਇਸ ਦੇਸ਼ ਦੇ ਇਕਨੋਮੀ ਵਿੱਚ ਹਿੱਸਾ ਪਾਉਂਦੇ ਆ, ਉਹਨਾਂ ਨੂੰ ਵੀ ਆਪਾਂ ਨੂੰ ਲਿੰਕ ਅਪ ਕਰਨਾ ਚਾਹੀਦਾ ਕਿ ਆਪਣੀ ਉਹ ਸਪੋਰਟ ਕਰ। ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ ਸ਼ਮਸ਼ੇਰ ਸਿੰਘ। ਜਦੋਂ ਲਹਿਰ ਵੇਲੇ ਪੰਜਾਬ ਦੇ ਵਿੱਚ ਸਿੱਖ ਸਰਗਰਮ ਸੀਗੇ ਹੈ ਨਾ, ਇੱਥੋਂ ਦੀ ਸਰਕਾਰ ਖਾਸ ਕਰਕੇ ਵੈਸਟ ਮਿਡਲੈਂਡ ਪੁਲਿਸ ਦਾ ਜਿਹੜਾ ਸੁਪਰਡੈਂਟੈਂਡੈਂਟ ਹੈ ਉੱਥੇ ਪੰਜਾਬ ਪੁਲਿਸ ਦੇ ਨਾਲ ਮੀਟਿੰਗ ਕਰਕੇ ਆਇਆ ਸੀਗਾ ਕਿ ਜਿਹੜੇ ਇੱਥੋਂ ਦੇ ਸਿੱਖ ਐਕਟਿਵ ਆ ਉਹਨਾਂ ਦੇ ਉੱਤੇ ਕਰੈਕਡਾਊਨ ਕਿੱਦਾਂ ਕੀਤਾ ਜਾ ਸਕੇ। ਉਸ ਸਮੇਂ ਉਹਨਾਂ ਨੇ SAS ਵੀ ਭੇਜੀ ਸੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਨ ਦੇ ਵਿੱਚ, ਉਹਨਾਂ ਨੂੰ ਟ੍ਰੇਨਿੰਗ ਸਿਖਾਈ ਦੇਣ ਵਾਸਤੇ। ਉਸ ਸਮੇਂ ਉਹਨਾਂ ਨੇ ਹੈਲੀਕਾਪਟਰ ਵੇਚਣੇ ਸੀਗੇ, ਉਹਦੇ ਪਿੱਛੇ ਉਹਨਾਂ ਨੇ ਸਿੱਖਾਂ ਦੀਆਂ ਲਾਸ਼ਾਂ ਦਾ ਢੇਰ ਲਾ ਦਿੱਤਾ ਸੀਗਾ। ਜਦੋਂ ਜੱਗੀ ਦੀ ਅਰੈਸਟ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਲਗਾਤਾਰ ਇਹ ਜ਼ਿਆਦਾ ਅਗਰੈਸਿਵ ਤਰੀਕੇ ਦੇ ਨਾਲ ਸਿੱਖਾਂ ਨੂੰ ਟਾਰਗੇਟ ਕਰ ਰਹੇ ਆ। ਇੱਥੇ 3 ਨੌਜਵਾਨਾਂ ਦੀ ਉਹਨਾਂ ਨੇ ਭਾਰਤ ਦੀ ਹਵਾਲਗੀ ਦੀ ਝੂਠੀ ਕੇਸ ਬਣਾ ਕੇ, ਜਿਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਉਹ ਕੇਸ ਡ੍ਰੌਪ ਕਰ ਦੇਣਾ, ਪਰ ਉਹ ਤਿਆਰ ਸੀਗੀ ਕਿ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇ ਜੇ ਨਾ ਉੱਥੇ ਇੰਨੇ 2 ਲੱਖ ਤੋਂ ਉੱਤੇ ਬੇਲ ਨਾ ਲੱਗੀ ਜਾਵੇ। ਉਹਨਾਂ ਨੇ ਬੈਠੇ ਰਹਿਣਾ ਸੀਗਾ ਜੇਲ੍ਹ ਦੇ ਵਿੱਚ, ਘਰੋਂ ਪਰਿਵਾਰ ਸਾਰਾ ਕੁਝ ਚੱਲ ਜਾਣਾ ਸੀਗਾ। ਤਾਂ ਉਹ ਤੋਂ ਬਾਅਦ ਉਹ ਤੋਂ ਪਹਿਲਾਂ ਜੋ 2018 ਦੇ ਵਿੱਚ ਪੁਲਿਸ ਰੇਡਾਂ ਹੋਈਆਂ, ਉਹ ਤੋਂ ਹੁਣ ਅਸੀਂ ਦੇਖ ਰਹੇ ਹਾਂ ਅਗਰੈਸਿਵ ਤਰੀਕੇ ਦੇ ਨਾਲ ਭਾਈ ਹਰਮੀਤ ਸਿੰਘ, ਭਾਈ ਪਰਮਜੀਤ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਬੜੇ ਅਗਰੈਸਿਵ ਤਰੀਕੇ ਦੇ ਨਾਲ ਇਹ ਤਾਂ ਹੋ ਰਿਹਾ ਕਰਕੇ ਇੰਡੀਆ ਦੀ ਜਿਹੜੀ ਇੰਟਰਨੈਸ਼ਨਲ ਸਟੇਜ ਆ, ਕੱਲੀ ਟ੍ਰੇਡ ਦੀ ਗੱਲ ਕੱਲੇ ਇਸ ਮੁਲਕ ਦੇ ਨਾਲ ਨਹੀਂ, ਜਿੰਨਾ ਵੀ ਵੈਸਟ ਦੇ ਨਾਲ ਮੁਲਕ ਅਲਾਈਨ ਆ ਉਹਦੇ ਨਾਲ ਉਹਨਾਂ ਨੇ ਚਾਈਨਾ ਦੇ ਬਰਾਬਰ ਇੰਡੀਆ ਦੇ ਨਾਲ ਟ੍ਰੇਡ ਕਰਨੀ ਆ। ਸੋ ਜਿਹੜਾ ਉਹ ਮੋਸੈਡ ਦੇ ਕੋਲ, ਇਜ਼ਰਾਈਲ ਦੇ ਕੋਲੋਂ ਸਭ ਤੋਂ ਜ਼ਿਆਦਾ ਹਥਿਆਰ ਇੰਡੀਆ ਖਰੀਦਦਾ, ਤਾਂ ਇਕੱਲੇ ਹਥਿਆਰ ਨਹੀਂ, ਮੋਸੈਡ ਦੀ ਸਿਖਲਾਈ ਖਾਰਤੂ ਸੰਘਰਸ਼ ਵੇਲੇ ਵੀ ਉਹਨਾਂ ਨੂੰ ਮਿਲੀ ਸੀਗੀ ਬਲੈਕ ਕੈਟ ਬਣਾਉਣ ਦੇ ਵਿੱਚ ਕਿ ਜੇ ਮੂਵਮੈਂਟ ਦੇ ਖਿਲਾਫ ਲੜਨਾ ਉਹਨੂੰ ਬਦਨਾਮ ਕਰਨਾ ਪਵੇਗਾ। ਤਾਂ ਹੁਣ ਵੀ ਜਿਹੜਾ ਸਰਵੇਲੈਂਸ ਟੈਕਨੋਲੋਜੀ, ਪੈਗਾਸਸ ਵਗੈਰਾ ਸਾਰਾ ਕੁਝ ਇਜ਼ਰਾਈਲ ਦੇ ਕੋਲ ਆਉਂਦਾ ਆ। ਪੰਜਾਬ ਦੇ ਵਿੱਚ ਉਹਨਾਂ ਨੇ ਸਰਵੇਲੈਂਸ ਦੀ ਇੰਨੀ ਜ਼ਿਆਦਾ ਤੇਜ਼ੀ ਕਰ ਦਿੱਤੀ ਆ, ਤਾਂ ਬਾਹਰ ਉਹ ਦੇਖ ਰਹੇ ਕਿ ਤੁਸੀਂ ਅਗਰੈਸਿਵ ਤਰੀਕੇ ਨਾਲ ਇਹਨਾਂ ਨੂੰ ਮਾਰ ਦਿਓ, ਭਾਵੇਂ ਇਹ ਸ਼ਹੀਦ ਵੀ ਕਹਿ ਦੇਣ, ਤੁਹਾਨੂੰ ਕੋਈ ਫਰਕ ਨਹੀਂ ਪੈਣਾ ਕਰਕੇ ਤੁਸੀਂ ਨਾਲ ਇੰਟਰਨੈਸ਼ਨਲ ਸਟੇਜ ਦੇ ਉੱਤੇ ਆਪਣੀ ਪ੍ਰੋਫਾਈਲ ਵਧਾਉਣੀ ਆ। ਜੋ ਹੋ ਰਿਹਾ ਆ ਸਾਡੇ ਸਾਹਮਣੇ, ਦੁਨੀਆ ਕਹਿ ਰਹੀ ਆ ਜਿਹਨਾਂ ਤੇ ਜ਼ੁਲਮ ਹੋ ਰਿਹਾ ਕਿ ਮੋਦੀ ਫਾਸ਼ਿਸਟ, ਫਾਸ਼ੀਵਾਦ ਆ, ਹਿੰਦੂਤਵਾ ਆ, ਸਭ ਕੁਝ ਆ। ਬੀਡਨ ਦੇ ਨਾਲ ਜਾ ਕੇ ਸੰਧੀਆਂ ਹੋ ਰਹੀਆਂ ਆ, ਕੈਨੇਡਾ ਜਾ ਰਿਹਾ, ਇਜਿਪਟ ਜਾ ਰਿਹਾ, ਹੋਰ ਦੇਸ਼ਾਂ 'ਚ ਜਾ ਰਹੇ ਆ। ਸੋ ਇਹ ਹਮੇਸ਼ਾ ਇਹਨਾਂ ਨੇ ਭਾਰਤ ਦੇ ਨਾਲ ਇਹਨਾਂ ਨੇ ਨੇੜਤਾ ਰੱਖਣੀ ਆ। ਇਸ ਮੁਲਕ ਨੇ ਵੀ ਜੋ ਜੱਗੀ ਦੇ ਕੇਸ ਦੇ ਵਿੱਚ ਸਾਡੇ ਕੋਲ ਬਿਲਕੁਲ ਸਾਹਮਣੇ ਆ, ਇੱਥੋਂ ਦੀ ਸਰਕਾਰ ਦੀ ਜਾਂਚ ਏਜੰਸੀਆਂ ਨੇ ਸੂਹ ਦਿੱਤੀ ਤਾਂ ਉੱਥੇ ਜੱਗੀ ਅਰੈਸਟ ਹੋਇਆ, ਇਹ ਗੱਲ ਪ੍ਰੂਵ ਆ, ਹੋ ਚੁੱਕੀ ਆ। ਇੱਥੋਂ ਦੇ MI5-6 ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤਾ। ਸੋ ਜਿਹੜੇ ਇੱਥੋਂ ਦੇ ਮੁਲਕ ਆ ਉਹ ਹਮੇਸ਼ਾ ਸਿੱਖਾਂ ਦੇ ਖਿਲਾਫ ਰਹੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਉੱਥੇ ਜਿੰਨੀਆਂ ਮਰਜ਼ੀਆਂ ਸਿੱਖਾਂ ਦੀਆਂ ਲਾਸ਼ਾਂ ਹੋ ਜਾਣ, ਇੱਥੇ ਜੋ ਮਰਜ਼ੀ ਸਾਡੇ ਨਾਲ ਹੋ ਜਾਣ, ਇਹਨਾਂ ਨੂੰ ਕੋਈ ਫਰਕ ਨਹੀਂ ਰਹਿਣਾ। ਇਹਨਾਂ ਨੇ ਇੰਡੀਆ ਦੇ ਨਾਲ ਆਪਣੇ ਟ੍ਰੇਡ ਰਿਲੇਸ਼ਨ ਕਰਕੇ ਬਹਿਣਾ ਆ। ਸਿੱਖਾਂ ਦੇ ਨਾਲ ਕੋਈ ਡੀਲ ਨਹੀਂ ਹੋ ਸਕਦਾ ਕਰਕੇ ਅਸੀਂ ਮੁਲਕ ਨਹੀਂ ਹੈਗੇ, ਸਾਡੇ ਕੋਲ ਕੁਝ ਵੇਚਣ ਨੂੰ ਨਹੀਂ ਕੁਝ ਹੈਗਾ, ਨਾ ਅਸੀਂ ਮੰਡੀ ਦੇ ਵਿੱਚ ਕੀ ਆਪਣੀ ਅਸੀਂ ਉੱਥੇ ਜ਼ਮੀਨ ਵੇਚ ਕੇ ਇਹਨਾਂ ਦੇ ਨਾਲ ਸੰਧੀਆਂ ਕਰਨੀਆਂ। ਇਹਨਾਂ ਨੂੰ ਪਤਾ ਆ ਸਿੱਖ ਕੌਣ ਆ। ਜਦੋਂ 84 ਤੋਂ ਬਾਅਦ ਜਦੋਂ ਹਮਲਾ ਹੋਇਆ ਤਾਂ ਉਹ ਤੋਂ ਉਹਨਾਂ ਦੇ ਉੱਥੇ ਦੇ ਏਜੰਟ ਨੇ ਇਹਨਾਂ ਨੂੰ ਇੱਥੇ ਰਿਪੋਰਟ ਭੇਜੀ ਜਿਹੜੀ ਡੀਕਲਾਸੀਫਾਈ ਹੋ ਗਈ, ਕਹਿੰਦਾ ਪਿੰਡਰਾਂਵਾਲੇ ਇਜ਼ ਡੈਡ but the Sikh struggle for egalitarian society lives on। ਇਹਨਾਂ ਦਾ ਪਿੰਡਰਾਂਵਾਲਾ ਮਰ ਗਿਆ, ਪਰ ਜਿਹੜੇ ਇਹਨਾਂ ਦੀ ਸਰਬੱਤ ਦੇ ਭਲੇ ਦੀ ਰਾਜ ਦੀ ਲੜਾਈ ਆ ਇਹ ਹਲੀ ਜਾਰੀ ਆ।
ਇਹ ਚੰਗੀ ਤਰ੍ਹਾਂ ਸਮਝਦੇ ਆ ਤੁਸੀਂ ਕੌਣ ਆ, ਤਾਂ ਤੁਹਾਡਿਆਂ ਨੇ ਹਮੇਸ਼ਾ ਵਿਰੁੱਧ ਰਹਿਣਾ। ਮੇਰੀ ਇੱਕੋ ਹੀ ਬੇਨਤੀ ਆ ਕਿ ਅਸੀਂ ਸਾਡੀ ਅੰਦਰੂਨੀ ਸ਼ਕਤੀ ਬਹਾਲ ਕਰਨ ਵਾਸਤੇ ਲਗਾਤਾਰ ਸਾਲ ਦੇ ਵਿੱਚ 2-3 ਵਾਰੀ ਤਾਂ ਜ਼ਰੂਰ ਇਕੱਠੇ ਹੋ ਕੇ ਬੈਠਾ ਕਰੀਏ, ਲੰਬਾ ਸਮਾਂ ਕੱਢ ਕੇ, ਜਿੱਥੇ ਅਸੀਂ ਸਾਨੂੰ ਪਤਾ ਆ ਕਿ ਸਾਲ ਦੇ ਵਿੱਚ ਅਸੀਂ ਲਗਾਤਾਰ ਬੈਠਣਾ, ਜਿੱਥੇ ਅਸੀਂ ਪੈਂਥਰੇ ਸਿਰਜ ਸਕਦੇ ਇੱਕ ਦੂਜੇ ਦੇ ਨਾਲ ਵਧੀਆ ਕਿਸੇ ਪਲੇਟਫਾਰਮ ਦੇ ਉੱਤੇ ਵਿਚਾਰਾਂ ਸਾਂਝੀਆਂ ਕਰ ਸਕੀਏ, ਜਿੱਥੇ ਮੀਡੀਆ ਨਾ ਹੋਵੇ, ਸਾਡੀ ਪ੍ਰਾਈਵੇਟ ਗੱਲ ਹੋਵੇ। ਸਾਨੂੰ ਉਸ ਲੈਵਲ ਦੇ ਉੱਤੇ ਹੁਣ ਗਾਂ ਨੀਤੀਆਂ ਸਿਰਜਣ ਦੀ ਲੋੜ ਆ। ਅਸੀਂ ਇਹ ਬਹੁਤ ਵਧੀਆ ਉਪਰਾਲੇ ਆ, ਅਸੀਂ ਇਕੱਠੇ ਹੋ ਜਾਂਦੇ ਆ, ਬਹੁਤ ਕੋਈ ਵੀ ਮੌਕਾ ਆਉਂਦਾ ਅਸੀਂ ਇਕੱਠੇ ਹੋ ਜਾਂਦੇ ਆ, ਇੱਕਦਮ ਅਸੀਂ ਦਿਖਾ ਦਿੰਦੇ ਆ ਸਾਡਾ ਰੋਸ। ਪਰ ਸਾਨੂੰ ਆਰਗੇਨਾਈਜ਼ ਹੋਣ ਦੇ ਵਿੱਚ ਥੋੜੀ ਜਿਹੀ ਢਿੱਲ ਹੈ ਜਿਹੜੀ ਸਾਨੂੰ ਫੁਲਫਿਲ ਕਰਨੀ ਪੈਣੀ ਆ। ਬੈਠੀਏ, ਵਿਚਾਰੀਏ ਇੱਕ ਦੂਜੇ ਨਾਲ ਬੰਦ ਕਮਰੇ ਦੇ ਵਿੱਚ, ਇੰਨੀ ਕੁ ਬੇਨਤੀ ਸੀ। ਵਾਹਿਗੁਰੂ ਜੀ ਕਾ ਖਾਲਸਾ। ਖੜਾ ਕੀ ਆ ਆਵਾਜ਼ ਥੋੜੀ ਆ ਜਾਂਦੀ ਹੈ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਜਿਹੜੀ ਜੇ ਪਹਿਲਾਂ ਤਾਂ ਮੇਰੀ ਬੇਨਤੀ ਇੰਨੀ ਆ ਵੀ ਜਿੱਦਾਂ ਸਾਰਿਆਂ ਨੇ ਕਿਹਾ ਵੀ ਚੈੱਕ ਕਾਲ ਜਾਰੀ ਹੋਇਆ, ਬਰਾਮਦ ਜੋ ਵੀ ਹੋਇਆ, ਇਹ ਡਰਨ ਵਾਲੀਆਂ ਗੱਲਾਂ ਨਹੀਂ। ਆਪਾਂ ਨੂੰ ਪਤਾ ਵੀ ਸਿੱਖਾਂ ਤੇ ਤਸ਼ੱਦਦ ਪਹਿਲਾਂ ਤੋਂ ਹੀ ਬਹੁਤ ਹੋਇਆ, ਤਾਂ ਹੋਣਾ ਵੀ ਆ। ਇੰਨੀ ਛੇਤੀ ਜੇ ਰਾਜ ਭਾਗ ਲਈ ਲੜਨਾ ਪਏ, ਕੋਈ ਉੱਥੇ ਤਾਂ ਕਿਸੇ ਪਿੰਡ ਦਾ ਕੋਈ ਮਾੜਾ ਮੋਟਾ ਮਰ ਜਾਂਦਾ ਸੀ ਤਾਂ ਤੁਹਾਨੂੰ ਪਤਾ ਵੀ ਜਿਨ੍ਹਾਂ ਦੇ ਨਾਂ ਹੁੰਦੇ ਸੀ ਪਹਿਲਾਂ ਉਹਨਾਂ ਦਾ ਟੱਬਰ ਚੱਕ ਹੀ ਹੋ ਜਾਂਦਾ ਸੀ। ਦਿਨ ਚੜ੍ਹਦੇ ਤੱਕ ਜਦੋਂ ਪਿੰਡ ਦੇ ਬੰਦੇ ਜਾਂਦੇ ਸੀ ਤਾਂ ਇੱਕ ਝੰਬ ਰਹਿ ਜਾਂਦੀ ਸੀ। ਇਹਦੇ ਵਿੱਚ ਡਰਨ ਘਬਰਾਉਣ ਵਾਲੀ ਗੱਲ ਨਹੀਂ ਕਿ ਛਾਪੇ ਇੱਥੇ ਵੀ ਪਏ ਆ, ਕੋਈ ਏਡੀ ਰੌਲੇ ਵਾਲੀ ਗੱਲ। ਇਹਨਾਂ ਕੰਟਰੀਆਂ 'ਚ ਸੇਫ ਆ, ਫਿਰ ਵੀ ਤੁਸੀਂ ਤੁਹਾਨੂੰ ਕੋਈ ਕੁੱਟਦਾ ਮਾਰਦਾ ਤਾਂ ਨਹੀਂ ਗਾ। ਇਹਦੇ ਵਿੱਚ ਘਬਰਾਉਣ ਵਾਲੀ ਗੱਲ ਨਹੀਂ, ਇਹ ਹੁੰਦਾ ਰਹਿਣਾ। ਹੁਣ ਮੈਂ ਬੇਨਤੀ ਦੂਏ ਪਾਸੇ ਆਵਾਂ ਬਈ ਆਪਾਂ ਦੇਖਿਆ 25-30 ਸਾਲ ਪਹਿਲਾਂ ਵੀ ਆਪਣੀ ਜਦੋਂ ਇੰਗਲਿਸ਼ ਆਪਣੇ ਨਿਆਣਿਆਂ ਨੂੰ ਘੱਟ ਆਉਂਦੀ ਸੀ, ਆਪਣੇ MP ਨਹੀਂ ਸੀ, ਕੌਂਸਲਰ ਘੱਟ ਸੀ, ਮੈਨੂੰ ਲੱਗਾ ਉਦੋਂ ਸਿੱਖਾਂ ਦੀ ਗੱਲਬਾਤ ਥੋੜ੍ਹੀ ਜਿਹੀ ਜ਼ਿਆਦਾ ਇੱਜ਼ਤ ਮਾਣ ਨਾਲ ਮੰਨੀ ਜਾਂਦੀ ਸੀ। ਇੱਦਾਂ ਦੀ ਕਿਹੜੀ ਪ੍ਰੋਬਲਮ ਆ ਗਈ ਵੀ ਆਪਾਂ 15-20 ਸਾਲ ਤੋਂ ਪਿੱਛੇ ਨੂੰ ਗਏ ਆ। ਇਹਦੇ ਬਾਰੇ ਆਪਾਂ ਨੂੰ ਥੋੜ੍ਹਾ ਜਿਹਾ ਵਿਚਾਰਨ ਦੀ ਲੋੜ ਆ। ਦੂਜੀ ਬੇਨਤੀ ਮੇਰੀ ਇਹ ਆ ਵੀ ਜਿਹੜੀਆਂ ਤੁਹਾਡੀਆਂ ਇੰਟਰਨਲ ਜਥੇਬੰਦੀਆਂ ਨਾ ਸਾਰੀਆਂ, ਕਿਉਂਕਿ ਜ਼ਿਆਦਾ ਦੁਸ਼ਮਣ ਦਾ ਘੱਟ ਡਰ ਆ, ਸਾਨੂੰ ਆਪਣੇ ਦਾ ਹੁਣ ਜ਼ਿਆਦਾ ਪਿਆਰ ਆ। ਉਹਦੀ ਮੇਰੀ ਬੇਨਤੀ FSO ਮੋਰੇ ਇਹੀ ਆ ਵੀ ਤੁਸੀਂ ਉਹਦੀ ਖਿੱਚੋਤਾਣ ਨੂੰ ਘਟਾਓ ਤਾਂ ਸਾਰਿਆਂ ਨਾਲ ਤੁਸੀਂ ਮਿਲ ਵਰਤ ਕਰਕੇ ਸਾਰਿਆਂ ਨਾਲ ਤੁਸੀਂ ਉਪਰਾਲਾ ਖੁਦ ਕਰੋ ਕਿ ਤੁਸੀਂ ਮੇਨ ਜਥੇਬੰਦੀ ਹੋ। FSO ਮੇਨ ਆ, ਸਾਰਿਆਂ ਦਾ ਇਹ ਇੰਜਣ ਆ। ਤੁਸੀਂ ਆਪ ਜਿਹੜੀਆਂ ਵੀ ਛੋਟੇ ਮੋਟੇ ਸਾਰੀ ਜਿੰਨੀ ਜਥੇਬੰਦੀ ਸਾਰਿਆਂ ਨਾਲ ਅਪਰੋਚ ਕਰਕੇ ਉਹਨਾਂ ਦੇ ਨਾਲ ਤੁਸੀਂ ਜੋ ਵੀ ਅਗਲੇ ਅੱਗੇ ਦਾ ਸ਼ਿਕਵਾ ਕੱਢ ਕੇ ਉਹਨਾਂ ਨੂੰ ਨੇੜੇ ਕਰੋ। ਦੂਸਰੀ ਮੇਰੀ ਬੇਨਤੀ ਆ ਵੀ ਇਹ ਤੇ ਉਪਰਾਲਾ ਕਰੋਗੇ ਜਾਂ ਕਿੱਦਾਂ ਉਹ ਤੁਸੀਂ ਦੱਸ ਸਕਦੇ ਹੋ। ਮੇਰੀ ਇਹ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਗੁਰੂ ਘਰਾਂ ਵਾਲੇ ਮੀਟਿੰਗਾਂ ਕਰਨ MPਆਂ ਦੇ ਨਾਲ, ਉਹਦੇ ਨਾਲ ਜ਼ਿਆਦਾ ਬਿਹਤਰ ਹੋਊਗਾ ਕਿ ਸਾਰੇ ਗੁਰੂ ਘਰਾਂ ਵਾਲੇ ਸਹਿਤ ਨਹੀਂ ਹੁੰਦੇ। ਆਪਾਂ ਨੂੰ ਪਤਾ ਵੀ ਕਈ ਦਾਲ ਫੁਲਕੇ ਤੱਕ ਹੁੰਦੇ, ਕਈ ਚੌਧਰ ਤੱਕ ਹੁੰਦੇ, ਕਈ ਆਪਣੇ ਆਪ ਤੱਕ ਹੁੰਦੇ ਸਹਿਤ। ਉਹਦੇ ਲਈ ਆਪ ਜੀ ਨੂੰ ਬੇਨਤੀ ਆ ਵੀ ਗੁਰੂ ਘਰਾਂ ਨਾਲ ਤੁਸੀਂ ਅਪਰੋਚ ਕਰਕੇ ਉਹਨਾਂ ਨੂੰ ਕਹੋ ਜਿਹੜਾ ਭਾਈ ਤੁਹਾਡਾ ਇਲਾਕੇ ਦਾ MP ਆ ਉਹਨੂੰ ਸੱਦੋ, ਭਾਈ ਅਸੀਂ ਆਵਾਂ। ਤੁਸੀਂ ਖੁਦ ਉਹਨਾਂ ਨਾਲ ਉਪਰਾਲੇ ਕਰੋ, ਉਹ ਜ਼ਿਆਦਾ ਬੈਸਟ ਰਹੂਗਾ। ਕਿਉਂਕਿ ਤੁਹਾਡੀ ਗੱਲ ਕੀਤੀ ਤੁਹਾਨੂੰ ਪਤਾ ਹੋਣਾ ਵੀ ਅਸੀਂ ਕਿੱਥੇ ਪਹੁੰਚ ਗਏ। ਹੁਣ ਮੈਨੂੰ ਕਿਸੇ ਨਾਲ ਕਹੋਗੇ ਗੱਲ ਕਰ, ਮੈਂ ਜਾਂ ਸੁਨੇਹਾ ਦੇਣਾ ਜਾਂ ਕੀ ਹੋਣਾ ਕੀ ਨਹੀਂ ਹੋਣਾ, ਉਹ ਤੁਹਾਨੂੰ ਆਪਾਂ ਨੂੰ ਪਤਾ ਹੈ ਕਿ ਬਹੁਤ ਢਿੱਲ ਹੁੰਦੀ ਸਾਰਿਆਂ ਦੇ ਵਿੱਚ। ਉਹਦੇ ਵਿੱਚ ਮੇਰੀ ਇਹ ਬੇਨਤੀ ਆ ਵੀ ਤੁਸੀਂ ਉਹ ਗੁਰੂ ਘਰਾਂ ਨਾਲ ਆਪ ਅਪਰੋਚ ਕਰਕੇ ਫੋਨ ਹੀ ਕਰਨੇ, ਫੋਨ ਕਰਕੇ ਉਹਨਾਂ ਕਹੋ ਭਾਈ ਇੰਨੀ ਤਰੀਕ ਨੂੰ ਅਸੀਂ ਆਉਣਾ ਤਾਂ ਆਪਣਾ MP ਸੱਦੋ। ਉਹਦੇ ਨਾਲ ਕੀ ਤੁਹਾਨੂੰ MP ਵੀ ਸ਼ਾਰਟ ਲਿਸਟ ਹੋ ਜਾਣਗੇ ਸਾਰੇ, ਤੇ ਉਹਨੂੰ ਤੁਹਾਨੂੰ ਉਹਨਾਂ ਦੇ ਨਾਲ ਅਪਰੋਚ ਕਰਨੀ ਵੀ ਭਾਰਤ ਸਰਕਾਰੀ ਦਰਬਾਰੇ ਸੁੱਖ ਕਰੋ। ਦੂਸਰੀ ਬੇਨਤੀ ਇਹ ਆ ਵੀ ਹੁਣ ਆਪਾਂ ਆਪ ਜੀ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਸਿਆਣੇ ਹੋਈ ਜਾਂਦੇ, ਨੌਜਵਾਨ ਤੁਹਾਨੂੰ ਸ਼ਾਰਟ ਲਿਸਟ ਕਰਨੇ ਚਾਹੀਦੇ ਆ ਜਿਨ੍ਹਾਂ ਨੂੰ ਤੁਸੀਂ ਮੋਹਰੇ ਵਾਰਡ ਸੰਭਾਲਣੀ ਹੈ। ਉਹ ਜ਼ਰੂਰੀ ਆ, ਉਹਨਾਂ ਨੂੰ ਸ਼ਾਰਟ ਲਿਸਟ ਕਰਕੇ ਉਹਨਾਂ ਦੀ ਇੱਕ ਟੀਮ ਬਣਾਓ, ਉਹਨਾਂ ਨੂੰ ਇੱਕ ਆਪਣਾ ਤੁਸੀਂ ਰਾਈਟ ਹੈਂਡ ਗਰੁੱਪ ਬਣਾ ਕੇ ਉਹਨਾਂ ਚੰਗੇ ਤਰੀਕੇ ਦੇ ਨਾਲ ਸਹਿਤ ਤਰੀਕੇ ਦੇ ਨਾਲ, ਕਿਉਂਕਿ ਜੇ ਆਪਾਂ ਅਣਜਾਣ ਨੂੰ ਸਟੀਅਰਿੰਗ ਫੜਾ ਦਈਏ ਉਹ ਵੀ ਖਤਰਾ ਹੀ ਹੁੰਦਾ, ਉਹ ਵੀ ਖਤਰਾ ਹੀ ਹੁੰਦਾ ਆ। ਜਿੱਦਾਂ ਆਪਾਂ ਡਰਾਈਵਿੰਗ ਲਾਇਸੈਂਸ ਲੈਂਦੇ ਆ ਜਾਂ ਆਪਾਂ ਸਾਰਾ ਕੁਝ ਕਰਦੇ ਆ ਵੀ ਲਾਇਸੈਂਸ ਲੈਂਦੇ ਆ, ਉੱਦਾਂ ਹੀ ਤੁਸੀਂ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੋਗੇ, ਉਹਨੇ ਉਹਨਾਂ ਨੂੰ ਗੱਲ ਕਰਨ ਦੇ ਵਿੱਚ ਥੋੜਾ ਜਿਹਾ ਸਹਾਇਤਾ ਹੋਊਗੀ। ਤਾਂ ਇਸ ਚੌਥੀ ਬੇਨਤੀ ਮੇਰੀ ਇਹ ਆ ਵੀ ਜਿਹੜੇ ਚੈਨਲ ਆਪਣੇ ਸਿੱਖਾਂ ਬਾਰੇ ਜ਼ਿਆਦਾ ਉਹ ਕਰਦੇ ਆ ਉਹਨਾਂ ਨੂੰ ਲੀਗਲੀ ਨੋਟਸ ਚਿੱਠੀਆਂ ਪਾਉਣੀਆਂ ਚਾਹੀਦੀਆਂ, ਚਾਹੇ ਉਹ PTC ਚੈਨਲ ਆ ਜਾਂ ਉਹ ਕੋਈ ਜਿਹੜਾ ਇੰਡੀਆ ਦਾ ਚੱਲਦਾ ਉਹਨਾਂ ਦੇ ਇੱਥੇ ਵੀ ਦਫ਼ਤਰ ਹੋਣਗੇ। ਆਹੋ, ਉਹਨਾਂ ਨੂੰ ਵੀ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ, ਕਿਉਂਕਿ ਆਪਾਂ ਬਹਿ ਲਿਆ, ਮੀਟਿੰਗਾਂ ਕਰ ਲਈਆਂ, ਪ੍ਰਸ਼ਾਦਾ ਪਾਣੀ ਛਕ ਲਿਆ, ਗੱਲਾਂ ਬਾਤਾਂ ਕਰ ਲਈਆਂ, ਫਿਰ ਮਹੀਨੇ ਤੱਕ ਆਪਾਂ ਨੂੰ ਕੋਈ ਨਾ ਕੋਈ ਹੈਪਨ ਹੋਣਾ, ਆਪਾਂ ਫਿਰ ਇਕੱਠੇ ਹੋ ਜਾਣਾ, ਜਾਂ 2 ਮਹੀਨਿਆਂ ਕੋਈ ਜਦੋਂ ਆਪਾਂ ਇਕੱਠੇ ਉਦੋਂ ਹੀ ਹੁੰਦੇ ਜਦੋਂ ਕੋਈ ਸਾਨੂੰ ਚੁੰਡੀ ਵੜਦਾ ਤਾਂ ਆਪਾਂ ਹੁੰਦੇ ਨਹੀਂ। ਇਹ ਜ਼ਰੂਰ ਮੇਰੀ ਬੇਨਤੀ ਹੈ ਤੇ ਜ਼ਰੂਰ 2 ਗੱਲਾਂ ਦਾ ਜਵਾਬ ਦਿਓ। ਇਹ ਜਿਹੜਾ PTC ਚੈਨਲ ਇੱਕ ਤਾਂ
ਤੁਹਾਨੂੰ ਪਤਾ ਵੀ 4-5 ਸਾਲ ਪਹਿਲਾਂ ਉਹਦੀ ਕੋਈ ਪੁੱਛ ਨਹੀਂ ਸੀ ਇੱਥੇ, ਹੈ ਨਾ। ਹੁਣ ਆਪਣੇ ਗੁਰੂ ਘਰਾਂ ਵਾਲੇ ਆਪਣੇ ਕਈ ਬੰਦੇ ਆ ਉਹਨੂੰ ਮੇਲਿਆਂ ਦੇ ਸੱਦਦੇ ਆ ਜਾਂ ਉਹਨਾਂ ਨੂੰ ਗੁਰੂ ਘਰਾਂ ਸੱਦ ਕੇ ਆਪਣੇ ਸਿੱਖਾਂ ਦੇ ਚੈਨਲ ਹੈਗੇ ਆ, ਇਹ ਬਹੁਤ ਨੇ ਆਪਣੇ ਲਈ। ਉਹਨਾਂ ਚੈਨਲਾਂ ਜਿਹੜੇ ਤੁਹਾਡੀਆਂ ਲੱਤਾਂ ਵੱਢਦੇ ਜਾਂ ਤੁਹਾਨੂੰ ਘਟੀਆ ਸ਼ੋਅ ਕਰਦੇ ਆ, ਉਹਨਾਂ ਚੈਨਲਾਂ ਨੂੰ ਮੇਰਾ ਖਿਆਲ ਆ ਤੁਹਾਨੂੰ ਗੁਰੂ ਘਰਾਂ ਵਾਲੇ ਜਿਹੜੇ ਬੰਦੇ ਸਾਦੇ ਉਹਨਾਂ ਨੂੰ ਅਪਰੋਚ ਕਰਕੇ ਕਹਿਣਾ ਚਾਹੀਦਾ ਭਾਈ ਇਹਨਾਂ ਦਾ ਬਾਈਕਾਟ ਕਰੋ। ਇੰਨੀਆਂ ਮੇਰੀਆਂ ਬੇਨਤੀਆਂ ਇਹਨਾਂ ਤੇ ਜ਼ਰੂਰ ਅੱਜ ਦੇ ਹੈਗੇ ਆ ਵੀ ਤੁਸੀਂ ਜਥੇਬੰਦੀਆਂ ਨਾਲ ਕਰੋਗੇ ਉਪਰਾਲੇ, ਗੁਰੂ ਘਰਾਂ ਨਾਲ ਕਰੋਗੇ ਉਪਰਾਲੇ, ਜ਼ਰੂਰ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਰਘਵੀਰ ਸਿੰਘ ਬਿਰਾ ਨੇ ਬਹੁਤ ਹੀ ਇੱਕ ਵੈਲਿਡ ਪੁਆਇੰਟ ਉਠਾਇਆ ਚੈਨਲਾਂ ਬਾਰੇ, ਔਰ ਮੈਂ ਸਮਝਦਾ ਕਿ ਆਪਾਂ ਨੂੰ ਅੱਜ ਇੱਕ ਮਤਾ ਪਾਸ ਕਰ ਦੇਣਾ ਚਾਹੀਦਾ ਸ਼੍ਰੋਮਣੀ ਕਮੇਟੀ ਵਾਸਤੇ ਕਿ ਉਹ ਆਪਣਾ ਚੈਨਲ ਆਪ ਸਥਾਪਿਤ ਕਰਨ ਜਿੱਥੋਂ ਗੁਰਬਾਣੀ ਦਾ ਪ੍ਰਸਾਰਣ ਹੋਵੇ, ਤਾਂ ਕਿ ਗੁਰਬਾਣੀ ਨੂੰ ਕੋਈ ਬਿਜ਼ਨਸ ਦਾ ਜ਼ਰੀਆ ਨਾ ਬਣਾ ਸਕੇ। ਸੋ ਇਹ ਲੋੜ ਵੀ ਹੈਗੀ ਆ ਕਿ ਉੱਥੋਂ ਆਪਣਾ ਚੈਨਲ ਸਥਾਪਿਤ ਕਰਨ ਅਤੇ ਉਸੇ ਚੈਨਲ ਤੋਂ ਗਾਂ ਬਾਕੀ ਜਿਹੜੇ ਚੈਨਲ ਆ ਉਹ ਫੀਡ ਲੈ ਕੇ ਗਾਂ ਰਿਲੇ ਕਰ ਸਕਦੇ ਆ। ਉੱਦਾਂ ਕਿਸੇ ਨੂੰ ਵੀ ਜਿੱਦਾਂ ਟੈਕਸ ਕਿਸੇ ਚੈਨਲ ਨੂੰ ਉਹ ਰਾਈਟਸ ਨਾ ਦੇਣ ਕਿ ਤੁਸੀਂ ਹੀ ਇਕੱਲੇ ਕਰ ਸਕਦੇ, ਹੋਰ ਕੋਈ ਨਹੀਂ ਕਰ ਸਕਦਾ। ਇਹਦੇ ਲਈ ਆਪਣੇ ਲਵਿੰਦਰ ਸੋਹਣਾ ਨੇ ਵੈਸੇ ਗੱਲ ਕਰਤੀ ਆ, ਵੈਸੇ ਅਸੀਂ ਇਹ ਮਤਾ ਤੁਹਾਡੇ ਚਰਨ 'ਚ ਰੱਖਣਾ ਹੀ ਸੀਗਾ, ਐਫਐਸਓ ਲਈ ਰੱਖਣਾ ਸੀਗਾ, ਪਰ ਚਲੋ ਸਾਡੀ ਆਪਸ ਵਿੱਚ ਗੱਲ ਨਹੀਂ ਹੋ ਸਕੀ ਕਰਕੇ ਉਹ ਥੋੜ੍ਹਾ ਅਸੀਂ ਮਤਲਬ ਸਾਨੂੰ ਅੱਜ ਥੋੜ੍ਹਾ ਜਿਹਾ ਪਰੇਸ਼ਾਨੀ ਰਹੀ ਟਰੈਵਲ ਕਰਕੇ। ਬੇਨਤੀ ਇਹ ਆ ਵੀ ਦੇਖੋ ਸਰਕਾਰਾਂ ਜਿਹੜੀਆਂ ਆ ਉਹ ਵਿੰਗੇ ਟੇਢੇ ਢੰਗ ਨਾਲ ਸਾਡੇ ਵਿੱਚ ਹਰ ਯਤਨ ਕਰ ਰਹੀਆਂ ਕੁਝ ਆ, ਤੇ ਠੀਕ ਆ ਕਈਆਂ ਗੱਲਾਂ ਨਾਲ ਭਾਵੇਂ ਆਪਾਂ ਸਹਿਮਤ ਹੋਈਏ ਜਾਂ ਨਾ ਹੋਈਏ, ਲੇਕਿਨ ਜਦੋਂ ਕੋਈ ਬਿਰਤ ਗਲਤ ਪੈਂਦੀ ਆ ਨਾ ਉੱਥੇ ਆਪਾਂ ਨੂੰ ਫਿਰ ਆਪਣੇ ਗਿਲੇ ਸ਼ਿਕਵੇ ਪਰੇ ਕਰਕੇ ਵੀ ਉਹਦੇ ਤੇ ਸਟੈਂਡ ਕਰਨਾ ਬਣਦਾ ਹੈ। ਦੇਖੋ ਇਸ ਕਰਕੇ ਦੇਖੋ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਆ, ਤੁਸੀਂ ਉੱਥੇ ਜਿਹੜੇ ਐਕਡੈਮਿਕ ਆ ਉਹਨਾਂ ਦੇ ਸਾਰਿਆਂ ਦੇ ਵੀ ਤਕਰੀਬਨ ਤੁਸੀਂ ਵੀ ਪੜ੍ਹੇ ਆ। ਅਸੀਂ ਐਜ਼ ਏ ਕੌਮ ਪਹਿਲੀ ਗੱਲ ਤਾਂ ਉਹਨੂੰ ਕੰਡੈਮ ਕਰਦੇ ਹਾਂ, ਪਰ ਸਰਕਾਰ ਦਾ ਕੋਈ ਹੱਕ ਨਹੀਂ ਉਹਦੇ ਵਿੱਚ ਇੰਟਰਫੀਅਰ ਕਰੇ ਕਿ ਅਸੀਂ ਉੱਥੇ ਕੀ ਕਰਦੇ ਤਾਂ ਕੀ ਨਹੀਂ ਕਰਦੇ। ਪਰ ਉਹਦੇ ਨਾਲ ਹੀ ਜੋ ਗੱਲ ਸਿੱਧੂ ਕਹੀ ਆ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਇਸ ਇਕੱਠ ਵਿੱਚ ਇਹ ਉਹਨਾਂ ਨੂੰ ਇਹ ਜੇ ਤਕਰੀਬਨ ਉਹਨਾਂ ਨੂੰ ਦੇਖੋ ਅਸੀਂ ਬੇਨਤੀ ਕਹਿ ਸਕਦੇ, ਬੇਨਤੀ ਕਰਦੇ ਹਾਂ ਵੀ ਤੁਸੀਂ ਸਰਕਾਰਾਂ ਨੂੰ ਮੌਕਾ ਨਾ ਦਿਓ ਇਹੋ ਜਿਹਾ ਕੰਮ ਕਰਨ ਦਾ, ਕਿਉਂਕਿ ਆਪਾਂ ਖੁਦ ਜਿਹੜਾ ਹੈਗਾ ਆ ਜਦੋਂ ਆਲਰੇਡੀ ਜਥੇਦਾਰ ਅਕਾਲ ਤਖਤ ਜਿਹੜਾ ਪਹਿਲਾ ਸੀਗਾ ਉਹ ਕਹਿ ਚੁੱਕਾ ਸੀ ਕਿ ਚੈਨਲ ਜਿਹੜਾ ਆਪਣਾ ਛੇਤੀ ਖੋਲੋ, ਲੇਕਿਨ ਉਹਨੂੰ ਇਹਨਾਂ ਨੇ ਬਿੱਲ ਨਹੀਂ ਖੋਲਿਆ ਕਿਉਂਕਿ ਜਿਹੜੇ ਲੋਕ ਕਾਬਜ ਬੈਠੇ ਆ ਉਹਨਾਂ ਦਾ ਨੁਕਸਾਨ ਉਸ ਗੱਲ 'ਚ ਹੋ ਰਿਹਾ। ਲਿੰਕ ਹਰੇਕ ਨੂੰ ਜਿਹੜਾ ਉਹਦੇ ਵਿੱਚ ਕੋਈ ਕਿਸੇ ਦੀ ਇੱਕ ਦੀ ਮੋਨੋਪੋਲੀ ਨਹੀਂ ਹੋਣੀ ਚਾਹੀਦੀ, ਔਰ ਸਰਕਾਰ ਜਿਹੜੀ ਆ ਉਹਨੂੰ ਕੋਈ ਹੱਕ ਨਹੀਂ ਕਿ ਸਾਡੇ ਧਾਰਮਿਕ ਮਸਲਿਆਂ ਵਿੱਚ ਐਕਟ ਸਾਡਾ ਆ ਔਰ ਉਹਦੇ ਵਿੱਚ ਜੇ ਕੋਈ ਲੋੜ ਹੈਗੀ ਸੋਧ ਦੀ ਤਾਂ ਉਹ ਖੁਦ ਕੰਮ ਕਰੂਗੀ, ਨਾ ਕਿ ਸਰਕਾਰਾਂ ਕਰਨ। ਸੋ ਇਹ ਬੇਨਤੀ ਸੀ ਅੱਜ ਦੇ ਇਕੱਠ ਵਿੱਚ, ਤੇ ਮੈਂ ਭਾਈ ਰਘਵੀਰ ਸੋਹਣਾ ਦੇ ਇਹਨੂੰ ਜੁਕਾਰੇ ਦਾ ਪ੍ਰਵਾਨਗੀ ਬੋਲੇ ਸੋਨਿਹਾ। ਮੈਂ ਭਾਈ ਰਘਵੀਰ ਸੋਹਣੇ ਦੇ ਸਿਰਫ ਸ਼ੋਰਟ ਵਿੱਚ ਹੀ ਕੁਲਦੀਪ ਸੋਹਣੇ ਤੁਸੀਂ ਗੱਲ ਕਰਨੀ ਪਹਿਲਾਂ ਮੈਨੂੰ ਦੱਸ ਦਿਓ ਫਿਰ ਸਵਾਲ। ਸਾਡੇ ਕਾਤਲਾਂ ਨੂੰ ਐਵੇਂ ਭਰਨਾ ਹੈ ਲੋਕੋ, ਅਸੀਂ ਹੋਵਾਂਗੇ 2-4 ਲੋਕੋ। ਕਾਤਲੋ ਥੋੜਾ ਪਿੱਛੇ ਮੁੜ ਕੇ ਦੇਖੋ ਕਿੰਨੀ ਲੰਬੀ ਹੈ ਸਾਡੀ ਕਤਾਰ ਲੋਕੋ। 1762 ਦੀ ਗੱਲ ਕਰਦੇ ਆ ਜਦੋਂ ਅਬਦਾਲੀ ਨੇ ਆ ਕੇ ਘੇਰਾ ਪਾ ਲਿਆ। ਬਾਬਾ ਜੱਸਾ ਸਿੰਘ ਆਲੂ ਵਾਲੇ ਨੇ ਕਿਹਾ ਦੱਸੋ ਆਪਣਾ ਹਾਂ ਇਹਨਾਂ ਨਾਲ ਕਿੱਦਾਂ ਜੂਝਣਾ। ਇੱਕ ਸਿੰਘ ਨੇ ਕਿਹਾ ਸੀ ਕਿ ਆਪਾਂ ਮਿਸਲ ਦਾ ਏਰੀਆ ਵੰਡ ਲਈਏ ਬਾਈ ਮਿਸਲ ਵੰਡ। ਮੈਂ ਕਿਹਾ ਨਹੀਂ, ਮਿਸਲ ਵੰਡ ਅਬ ਕਦੇ ਨਾ ਪਾਵੋ, ਰਲ ਮਿਲ ਖੜ ਔਰ ਪੰਥ ਬਚਾਓ। ਅੱਜ ਉਹ ਵੇਲਾ ਆ ਸਾਨੂੰ ਆਪਣੀ ਰੰਜਿਸ਼ ਆਪਣੇ ਗਿਲੇ ਸ਼ਿਕਵੇ ਛੱਡ ਕੇ ਇੱਕ ਪਲੇਟਫਾਰਮ ਭਾਰਤ ਲਈ ਇਕੱਠੇ ਹੋਈਏ ਤਾਂ ਆਪਾਂ ਬਚ ਸਕਦੇ ਹਾਂ। ਦੁਸ਼ਮਣ ਸਾਡੇ ਮੋਢਿਆਂ 'ਤੇ ਬੈਠਾ, ਜੇ ਆਪਾਂ ਇਕੱਠੇ ਨਾ ਹੋਏ ਤਾਂ ਵਾਰੀ ਹੱਕ ਦੀ ਆਈ ਲੈ। ਫਿਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ 30,000 ਦੀ ਲਾਸ਼ ਪਈ ਆ, ਉਹਨਾਂ ਨੇ ਅਰਦਾਸ ਕੀ ਕੀਤੀ ਸੀ, ਤਖਤ ਖਾਲਸਾ ਰਹਿ ਗਿਓ ਗਹਿਓ ਕੋਟ ਗਵਾਏ। ਗਿਣਤੀ ਦੇ ਸਿੰਘ ਰਹਿ ਗਏ ਸੀ ਤਾਂ ਵੀ ਉਹਨਾਂ ਨੇ ਚੜ੍ਹਦੀ ਕਲਾ 'ਚ ਅਰਦਾਸ ਕੀਤੀ। ਸੋ ਅਸੀਂ ਚੜ੍ਹਦੀ ਕਲਾ 'ਚ ਆ, ਚੜ੍ਹਦੀ ਕਲਾ 'ਚ ਰਹਿਣਾ। ਹੁਣ ਇਸ ਵੇਲੇ ਭਾਈ ਹਰਦੀਪ ਸਿੰਘ ਨਿੱਜਰ ਦਾ ਫਿਨਰ ਹੋ ਰਿਹਾ, ਸੋ ਆਪਾਂ 5 ਚਕਾਰੇ ਦੇ ਕੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਖਾਲਸਾ ਜਿੰਦਾਬਾਦ, ਖਾਲਸਾ ਜਿੰਦਾਬਾਦ, ਖਾਲਸਾ ਜਿੰਦਾਬਾਦ, ਖਾਲਸਾ ਜਿੰਦਾਬਾਦ, ਖਾਲਸਾ ਜਿੰਦਾਬਾਦ। ਬੋਲੇ ਸੋਨਿਹਾ।
ਜਿਹੜੇ ਚੈਨਲ ਆਏ ਨਾ, ਅਸੀਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੀ ਆਵਾਜ਼ ਹੈ, ਸਿੱਖ ਕੌਮ ਦੀ ਆਵਾਜ਼ ਹੈ। ਪਰ ਇੱਕ ਚੈਨਲ ਹਰ ਵਾਰੀ ਨਹੀਂ ਆਉਂਦਾ, ਅਸੀਂ ਨਾ ਕਿਸੇ ਦਾ ਲੈਣਾ ਨਹੀਂ। ਉਹਨਾਂ ਨੂੰ ਚਿੱਠੀ ਪਾਵਾਂਗੇ FSO ਵੱਲੋਂ, ਜੇ ਉਹਨੀ ਸਹਿਯੋਗ ਨਹੀਂ ਦੇਣਾ ਫਿਰ ਅਸੀਂ ਸਿੱਖ ਕੌਮ ਨੂੰ ਜ਼ਰੂਰ ਦੱਸਾਂਗੇ ਵੀ ਆਹ ਚੈਨਲ ਸਾਨੂੰ ਸਹਿਯੋਗ ਨਹੀਂ ਦੇ ਰਿਹਾ। ਕਿ ਅਸੀਂ ਚਾਹੁੰਦੇ ਹਾਂ ਸਾਰੇ ਚੈਨਲ ਸਾਡਾ ਸਹਿਯੋਗ ਦੇਣ ਤੇ ਅਸੀਂ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਚੈਨਲ ਸਾਡਾ ਸਹਿਯੋਗ ਦੇਣ। ਕੌਮੀ ਮੁੱਦਾ ਆ, ਤੁਸੀਂ ਵੀ ਸਿੱਖ ਕੌਮ ਦੇ ਚੈਨਲ ਹੋ, ਤੁਸੀਂ ਸਾਡੀ ਆਵਾਜ਼ ਹੋ, ਤੁਸੀਂ ਸਾਡੀ ਗੱਲ ਘਰ ਘਰ ਤੱਕ ਪਹੁੰਚਾਉਣੀ ਆ। ਸੋ ਤੁਹਾਡਾ ਜਿੰਨੇ ਵੀ ਜਾਣੇ ਤੁਸੀਂ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕਿਸੇ ਵਿਸ਼ੇ ਤੇ, ਪੰਥਕ ਵਿਸ਼ੇ ਤੇ ਕੋਈ ਪ੍ਰੋਗਰਾਮ ਕਰਨਾ ਹੋਵੇ ਸਾਨੂੰ ਦੱਸੋ, ਅਸੀਂ ਜ਼ਰੂਰ ਤੁਹਾਡੇ ਨਾਲ ਟਾਈਮ ਬਣਾ ਕੇ ਜਦੋਂ ਵੀ ਤੁਹਾਨੂੰ ਲੋੜ ਹੋਵੇ ਤੁਹਾਡੇ ਨਾਲ ਖੜੇ ਆ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਜਕਾਰਾ ਜਿਹੜਾ ਚੈਨਲਾਂ ਦੇ ਚੜ੍ਹਦੀ ਕਲਾ ਲਈ ਸਾਰਿਆਂ ਦੀ ਪ੍ਰਵਾਨਗੀ ਲਈ ਛੱਡਿਆ ਜਾਊਗਾ, ਜਿਵੇਂ ਚੈਨਲਾਂ ਦੇ ਡਟ ਕੇ ਸਾਥ ਦਿਓ, ਕਿਉਂਕਿ ਇਹਨਾਂ ਤੋਂ ਬਿਨਾਂ ਆਪਾਂ ਸਰਵਾਈਵ ਨਹੀਂ ਕਰ ਸਕਦੇ। ਸਾਰੇ ਚੈਨਲਾਂ ਦਾ ਬਹੁਤ ਧੰਨਵਾਦ। ਇੱਕ ਜਕਾਰਾ ਦਾਸ ਨੇ ਛੱਡਣਾ, ਇਹਨਾਂ ਦਾ ਧੰਨਵਾਦ ਕਰਨ ਲਈ ਜੀ। ਬੋਲੇ ਸੋ ਨਿਹਾਲ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਪ੍ਰੈਸ ਕਾਨਫਰੰਸ ਜੇ ਆਪਾਂ ਸਾਰਿਆਂ ਦੀ ਸਲਾਹ ਸੁਝਾਅ ਸੁਣੇ ਆ, ਇਹਦੇ ਵਿੱਚੋਂ ਜਿਹੜੀ ਖਾਸ ਗੱਲ ਨਿਕਲੀ ਸੀ ਇਹ ਤਾਂ ਸੀ ਸਭ ਤੋਂ ਪਹਿਲਾਂ ਜਿਹੜੇ ਆਪਣੇ ਵਿੱਚੋਂ ਵਿਛੜ ਗਏ ਉਹਨਾਂ ਦੇ ਸ਼ਰਧਾ ਦੇ ਫੁੱਲ ਆਪਾਂ ਇਕੱਠੇ ਹੋ ਕੇ ਆਪਾਂ ਭੇਟ ਕਰਦੇ ਹਾਂ, ਤੇ ਜਿਹੜੇ ਉਹਨਾਂ ਦੇ ਚਲਾਏ ਹੋਏ ਪੂਰਨਿਆਂ ਤੇ ਆਪਾਂ ਸਾਰਿਆਂ ਨੇ ਪਹਿਰਾ ਦੇਣਾ। ਤੇ ਨਾਲ ਨਾਲ ਇੰਡੀਆ ਦੀ ਸਰਕਾਰ ਨੂੰ ਵੀ ਆਹ ਠੋਕ ਕੇ ਸੁਨੇਹਾ ਆ ਕਿ ਜੋ ਇਹ ਕਰ ਰਹੀ ਆ ਕਰਤੂਤਾਂ, ਉਹ ਸਾਡੀ ਕੌਮ ਤੇ ਇੰਡੀਵਿਜੂਅਲੀ ਜਾਂ ਪੰਥਕ ਤੌਰ ਤੇ ਜਾਂ ਗੁਰੂ ਘਰਾਂ ਤੇ ਕੋਈ ਅਸਰ ਨਹੀਂ ਹੋਣਾ। ਅਸੀਂ ਇਹਨਾਂ ਦੇ ਭੇਟੀ ਆ ਸਮਾਂ ਜਿਹੜੇ ਕਾਜ ਇਹ ਕਰਦੇ ਆ, ਸਮਾਂ ਕੌਮ ਨੂੰ ਜ਼ਿਆਦਾ ਤਾਕਤ ਮਿਲ ਰਹੀ ਆ। ਤਾਂ ਇਹੀ ਆਪਾਂ ਜੋ ਅੱਜ ਦੇਖਦੇ ਆ ਇਹਦਾ ਇਕੱਠ ਦਾ ਹੀ ਆਪਾਂ ਮੈਸੇਜ ਲੈ ਸਕਦੇ ਹਾਂ। ਪਰ ਜਿਹੜੇ ਖਾਸ ਸੁਝਾਅ ਸੀਗੇ ਕਾਫੀ ਸਿੰਘਾਂ ਤੋਂ ਇੱਥੇ ਕਿ ਐਕਚੁਅਲੀ ਜੇ ਇੱਥੇ ਦੀ ਸਰਕਾਰ ਨਾਲ ਜਿੱਦਾਂ ਅਸੀਂ ਵਿਚਰਨਾ, ਹੁਣ ਸਾਹਿਬ ਸਿੰਘ ਜੀ ਬੇਨਤੀਆਂ ਆ, ਦਾਸ ਨੂੰ ਵੀ 10 ਸਾਲ ਹੋ ਗਏ ਇੱਥੇ ਦੇਖਦਿਆਂ ਨੂੰ, ਆਪਣੀਆਂ ਘਾਟ ਮਹਿਸੂਸਾਂ ਆਪਣੇ ਵਿੱਚੋਂ ਹੀ ਜ਼ਿਆਦਾ ਪ੍ਰੋਬਲਮ ਅਸੀਂ ਕ੍ਰੀਏਟ ਕਰ ਰਹੇ ਹਾਂ। ਜੇ ਆਪਾਂ ਸਰਕਾਰ ਦੀ ਗੱਲ ਕਰੀਏ, ਸਰਕਾਰ ਕਿਉਂ ਸਾਨੂੰ ਇਗਨੋਰ ਕਰ ਰਹੀ ਆ, ਕਿਉਂ ਟਾਸਕ ਫੋਰਸਾਂ ਬਣਾ ਰਹੀਆਂ, ਕਿਉਂ ਬਦਨਾਮ ਖਾਲਿਸਤਾਨੀਆਂ ਨੂੰ ਬਦਨਾਮ ਕਰ ਰਹੀਆਂ, ਕਿਉਂ ਗੁਰੂ ਘਰਾਂ ਤੇ ਚੈਰਿਟੀ ਰਾਹੀਂ ਟਾਰਗੇਟ ਕਰ ਰਹੀਆਂ, ਇਹ ਕਰਕੇ ਆਪਣੇ ਵਿੱਚੋਂ ਸਿੱਖ, ਉਹਨਾਂ ਨੂੰ ਨਹੀਂ ਪਤਾ ਇਹ ਗੱਲਾਂ ਦਾ। ਇਹ ਆਪਣੇ ਵਿੱਚੋਂ ਹੀ ਸਿੱਖ ਜਾ ਕੇ ਆਪਣੀ ਨੁਮਾਇੰਦਗੀ ਕਰਨ ਨੂੰ, ਆਪਣੀ ਚੌਧਰ ਵਾਸਤੇ ਉਹ ਜਥੇਬੰਦੀਆਂ ਬਣਾਈਆਂ ਗਈਆਂ, ਉਹਨਾਂ ਨੂੰ ਅਹੁਦੇ ਮਿਲੇ ਹੋ ਆ। ਇਹ ਹੁਣ ਸਾਨੂੰ ਪਛਾਣਨਾ ਪੈਣਾ ਕਿ ਅਸੀਂ ਕਿਹਦੇ ਪਿੱਛੇ ਖੜਨਾ ਤਾਂ ਕਿਹਦੇ ਅੱਗੇ ਕਿਹਨੂੰ ਅਸੀਂ ਸੱਦੇ ਦੇਣੇ ਆ। ਇਹ ਸਾਰਿਆਂ ਤੇ ਸਿਰ ਤੇ ਆ ਜਿਹੜਾ ਨੁਕਸਾਨ ਹੋਇਆ, ਆਪਾਂ ਸਾਰੇ ਗਿਲਟੀ ਆ। ਇਹ ਸਾਨੂੰ ਪਛਾਣਨਾ ਪੈਣਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਪੰਥ ਦਰਦੀ ਆ, ਜਿਹੜਾ ਐਲਾਨ ਕਰਦਾ ਸੰਗਤ ਦੇ ਵਿੱਚ ਕਿ ਪੰਥ ਨੂੰ ਸਮਰਥਿਆ, ਉਹੀ ਅੱਗੇ ਗੱਲ, ਜਿਹੜਾ ਨਹੀਂ ਉਹਨੂੰ ਆਪਾਂ ਸੱਦਿਆ ਜਾਂ ਉਹਨਾਂ ਦੇ ਮੀਟਿੰਗਾਂ ਵਿੱਚ ਉਹਨਾਂ ਨੂੰ ਵੀ ਬਾਈਕਾਟ ਕਰਨਾ ਪਊ। ਤਾਂ ਜਿਹੜੇ ਅਖੀਰ ਵਿੱਚ ਜੇ ਹੁਣ ਆਪਾਂ ਐਮਪੀਆਂ ਤੇ ਕੈਨੇਡਾ ਦੇ ਵਿੱਚ ਐਮਪੀਆਂ ਨੂੰ ਉਹਨੇ ਫੜ ਕੇ ਰੱਖਿਆ ਕਿ ਉੱਥੇ ਇੰਟੈਲੀਜੈਂਸ ਫੇਲਿੰਗ ਸੀਗੀ, ਇੱਥੇ ਵੀ ਇਹੀ ਹੋਈ ਆ। ਪਰ ਇਹ ਅੱਜ ਦੀ ਗੱਲ ਨਹੀਂ, ਜਿੱਦਾਂ ਭਾਈ ਸਾਹਿਬ ਨੇ ਕਿਹਾ ਜੱਗੀ ਦਾ ਕੇਸ 6 ਸਾਲ ਹੋ ਗਏ, ਤਾਂ ਹੁਣ ਜਿਹੜੇ ਰੇਡਾਂ ਪਈਆਂ, ਐਕਸਟ੍ਰੈਡੀਸ਼ਨ ਅਟੈਂਪਟ ਹੋਈ ਆ, ਤਾਂ ਹੁਣ ਖਾਲਿਸਤਾਨ ਨੂੰ ਜਿਹੜਾ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਜ਼ਮ ਹੀ ਲਫ਼ਜ਼ ਬਣਾ ਲਿਆ ਤੁਹਾਡੇ ਸਾਰਿਆਂ ਦੇ। ਅੱਗੇ ਤੱਕ ਸਿਰਫ ਖਾਲਿਸਤਾਨੀ ਸੀ, ਹੁਣ ਤੁਸੀਂ ਜਿਹੜਾ ਵੀ ਖਾਲਿਸਤਾਨੀ ਦੇ ਹਮਾਇਤੀ ਆ ਜਾਂ ਸਪੋਰਟਰ ਆ, ਤੁਸੀਂ ਅਤਵਾਦੀ ਨੈਚੁਰਲੀ ਆ। ਹੁਣ ਇਹਦਾ ਜਵਾਬ ਦੇਣਾ ਤਾਂ ਆਪਾਂ ਸਾਰਿਆਂ ਨੇ ਦੇਣਾ, ਤਾਂ ਉੱਥੇ ਹੀ ਦੇਣਾ ਪਾਰਲੀਮੈਂਟ ਵਿੱਚ। ਘਰ ਬੈਠ ਕੇ ਜਵਾਬ ਨਹੀਂ ਦੇਣੇ ਹੋਣੇ। ਹੁਣ ਜਿਹੜੇ ਵੈਨਸਡੇ ਦੀ ਲੌਬੀ ਆ, ਇਹ ਰੱਖੀ ਤੇ ਸੀਗੀ ਆਜ਼ਾਦੀ ਆਪਣਾ ਖਾਲਿਸਤਾਨ ਦੇ ਸੰਬੰਧ ਵਿੱਚ ਕਿ ਆਪਣਾ ਬਣਦਾ ਹੱਕ ਹੈ। UN ਚਾਰਟਰ ਵਿੱਚ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰ ਹੈਗਾ ਕਿ ਹਰੇਕ ਨੂੰ ਖੁਦ ਮੁਖਤਿਆਰੀ ਦਾ ਹੱਕ ਹੈਗਾ। ਪ੍ਰੈਕਟਿਸ ਜੋ ਹੁਣ ਇਹ ਹਫ਼ਤਿਆਂ ਦੇ ਵਿੱਚ ਹਾਲਾਤ ਹੋਏ ਵਾ, ਉਹਨਾਂ ਦਾ ਵੀ ਮੁੱਦਾ ਉੱਥੇ ਹੀ ਬਰਾਬਰ ਹੋਗਾ ਕਿ ਜੋ ਸਰਕਾਰ ਕਰ ਰਹੀ ਆ ਉਹ ਸਿੱਖ ਕੌਮ ਨੂੰ ਮਨਜ਼ੂਰ ਨਹੀਂ। ਤਾਂ ਇਹੀ ਤਰ੍ਹਾਂ ਹਰੇਕ MP ਨੂੰ ਸਮਝਾਉਣਾ ਕਿ ਐਕਚੁਅਲੀ ਤੁਹਾਡਾ ਇੱਥੇ ਗੁਰੂ ਘਰਾਂ ਵਿੱਚ ਆਉਣਾ ਬੰਦ ਹੋ ਸਕਦਾ, ਤੁਹਾਡਾ ਇੱਥੇ ਸਾਡੇ ਵੋਟਾਂ ਲੈਣਾ ਬੰਦ ਹੋ ਸਕਦਾ, ਪਰ ਇਹ ਤਾਂ ਹੋਣਾ ਜੇ ਆਪਾਂ ਇਕੱਠੇ ਹੋਈਏ। ਜੇ ਇੱਕ ਅੱਧਾ ਗਰੁੱਪ ਉੱਧਰ ਨੂੰ ਤੁਰ ਪਵੇ ਤਾਂ ਇੱਕ ਇੱਧਰ ਨੂੰ ਤੁਰ ਪਵੇ, ਫਿਰ ਆਪਾਂ ਇੱਥੇ ਹੀ ਰਹਿਣਾ। ਸਿਰਫ ਇਹੀ ਕੁਝ ਬੇਨਤੀ ਸੀ ਕਿ ਆਪਾਂ ਪ੍ਰੈਸ ਕਾਨਫਰੰਸ ਨੂੰ ਇਹਦੇ ਵਿੱਚੋਂ ਇਕੱਠ ਵਿੱਚੋਂ ਇਹ ਜ਼ਰੂਰ ਲੈ ਕੇ ਜਾਣੇ, ਕਰਕੇ ਆਉਣ ਵਾਲਾ ਸਮਾਂ ਸਾਡੇ ਸਾਰਿਆਂ ਲਈ ਔਖਾ ਹੋਣਾ। ਪਰ ਜੇ ਆਪਾਂ ਤਕੜੇ ਰਹੀਏ ਤਾਂ ਇਕੱਠ ਰਹੀਏ
ਤਾਂ ਇਹ ਮੁਸੀਬਤਾਂ ਵੀ ਬਹੁਤ ਛੋਟੀਆਂ ਰਹੂਗੀਆਂ। ਇਹੀ ਸੀ ਕੁਝ ਬੇਨਤੀਆਂ। ਤਾਂ ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਕਰਕੇ ਭਾਈ ਕੁਲਦੀਪ ਸਿੰਘ ਮੁੱਖ ਸੇਵਾਦਾਰ ਅਤੇ ਇਹਨਾਂ ਦੀ ਸਾਰੀ ਟੀਮ ਦੇ ਅਸੀਂ ਬਹੁਤ ਧੰਨਵਾਦੀ ਹਾਂ। ਆਪ ਸਾਰੀਆਂ ਸਿੱਖ ਸੰਗਤਾਂ ਦੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਜਿੰਨੇ ਵੀ ਪਹੁੰਚੇ ਹਨ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਔਰ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਸਾਂਝੇ ਮੁੱਦੇ ਤੇ, ਕੌਮੀ ਮੁੱਦੇ ਤੇ ਇਸੇ ਤਰ੍ਹਾਂ ਇਕੱਤਰ ਹੁੰਦੇ ਰਹੋਗੇ। ਔਰ ਅਖੀਰ ਦੇ ਵਿੱਚ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ ਅਤੇ ਇਸੇ ਤਰ੍ਹਾਂ ਹੀ ਪਿਛਲੇ ਦਿਨ ਅਕਾਲ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਵਾਸਤੇ ਆਪਣੀ ਇਹ ਅਰਦਾਸ ਹੈ ਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਸਮੁੱਚੀ ਸਿੱਖ ਕੌਮ ਨੂੰ ਇਹ ਬਲ, ਬੁੱਧੀ ਔਰ ਦ੍ਰਿੜਤਾ ਪ੍ਰਦਾਨ ਕਰਨ ਕਿ ਉਹ ਆਪਾਂ ਕੌਮ ਦੇ ਜੁਝਾਰੂ ਭਾਈ ਪਰਮਜੀਤ ਸਿੰਘ ਪੰਜਵੜ, ਜਨਰਲ ਲਾਭ ਸਿੰਘ, ਭਾਈ ਸੁਖਦੇਵ ਸਿੰਘ ਬੱਬਰ, ਬਾਬਾ ਗੁਰਬਚਨ ਸਿੰਘ ਮਾਨੋ ਚਾਲ, ਭਾਈ ਅਵਤਾਰ ਸਿੰਘ ਬ੍ਰਹਮਾ ਵਰਗੇ ਯੋਧਿਆਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਸਿੱਖ ਸੰਘਰਸ਼ ਦੇ ਵਿੱਚ ਯੋਗਦਾਨ ਪਾ ਸਕੀਏ ਅਤੇ ਯੋਗਦਾਨ ਪਾਉਣ ਵਾਲਿਆਂ ਦਾ ਸਾਥ ਦੇ ਸਕੀਏ। ਹਾਂਜੀ, ਦਾਸ ਇੰਨੀ ਹੋਈ ਸਾਧ ਸੰਗਤ ਜੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਪੈਟਰਨ ਬਣ ਗਿਆ ਹੈ, ਜਦੋਂ ਆਪਣੇ ਕੋਲ ਸਿੰਘ ਜਾਂ ਸੇਵਾਦਾਰ ਹੁੰਦੇ ਆ ਉਦੋਂ ਅਸੀਂ ਅਪਰੀਸ਼ੀਏਟ ਨਹੀਂ ਕਰਦੇ, ਜਦੋਂ ਚਲੇ ਜਾਂਦੇ ਆ ਉਦੋਂ ਅਸੀਂ ਫਿਰ ਉਹਨਾਂ ਦੀ ਵੀਡੀਓ ਸ਼ੇਅਰ ਕਰਦੇ ਆ, ਉਹਨਾਂ ਦੀਆਂ ਫੋਟੋਆਂ ਸ਼ੇਅਰ ਕਰਨ ਲੱਗ ਜਾਂਦੇ ਆ। ਚੰਗੀ ਗੱਲ ਆ, ਪਰ ਜੇ ਹੁੰਦੇ ਆ ਤੇ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦਈਏ, ਕਿਉਂਕਿ ਐਕਚੁਅਲੀ ਇਹ ਉਹਨਾਂ ਦੀ ਸੋਚ ਜਾਂ ਸਾਡੀ ਸੋਚ ਨਹੀਂ। ਇਹ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਤੇ ਜਿਹੜੇ ਉਸ ਟਾਈਮ ਦੇ ਸ਼ਹੀਦ ਸਿੰਘ ਸਿੰਘਣੀਆਂ, ਬੱਚੇ ਬਜ਼ੁਰਗ ਸਾਰੇ ਹੋਏ, ਉਹਨਾਂ ਦੀ ਸੋਚ ਸੀ। ਆਪਾਂ ਨੂੰ ਪਹਿਰਾ ਦੇਣ ਦੀ ਲੋੜ ਆ। ਅੱਜ ਖੁਸ਼ੀ ਦੀ ਗੱਲ ਆ ਕਿ ਕਿੰਨੇ ਦੂਰੋਂ ਸਾਰੇ ਸਿੰਘ ਸਿੰਘਣੀਆਂ ਬੱਚੇ ਵੀ ਆਏ ਆ ਤੇ ਆਪਾਂ ਇਸ ਚੀਜ਼ ਤੇ ਪਹਿਰਾ ਦਈਏ, ਕਿਉਂਕਿ ਸਾਨੂੰ ਲੋੜ ਆ, ਇਕੱਠ ਦੀ ਲੋੜ ਆ। ਪਰ ਇਕੱਠ ਵੀ ਇਸ ਬੇਸ ਤੇ ਨਾ ਹੋਵੇ ਅਨਕੰਡੀਸ਼ਨਲ, ਜਿੱਦਾਂ ਅੱਗੇ ਸਿੰਘਾਂ ਨੇ ਕਿਹਾ ਕਿ ਜਦੋਂ ਟਾਸਕ ਫੋਰਸ ਦਾ ਜਿਹੜੇ ਉਹਨਾਂ ਨੇ ਇੱਕ ਕਿਸਮ ਦਾ ਜਥੇਦਾਰ ਬਣਾਤਾ ਸੀ ਸਰਕਾਰ ਵੱਲੋਂ ਇੱਕ ਵਿਅਕਤੀ ਨੂੰ, ਇਹਨਾਂ ਚੀਜ਼ਾਂ ਤੋਂ ਵੀ ਆਪਾਂ ਬਚੀਏ। ਇੱਦਾਂ ਨਾ ਆਪਾਂ ਸੋਚੀਏ ਚੱਲ ਅਸੀਂ ਕੀ ਲੈਣਾ, ਚੱਲ ਹੋਊ, ਕਿਉਂਕਿ ਸਾਡੀ ਰੈਪਰੈਜ਼ੈਂਟੇਸ਼ਨ ਅਸੀਂ ਡਿਸਾਈਡ ਕਰੀਏ। ਜਿਵੇਂ ਕਿ SGPC ਦੇ ਜਿਹੜੇ ਹੁਣ TV ਚੈਨਲਾਂ ਦਾ ਰੌਲਾ ਪੈ ਰਿਹਾ, ਉਹ ਵੀ ਸਾਨੂੰ ਚੈਲੰਜ ਆ। ਉਹ ਉੱਥੇ ਦਾ CM ਕਹਿ ਰਿਹਾ, ਪੰਜਾਬ ਦਾ CM ਕਹਿ ਰਿਹਾ ਕਿ ਇਹਨਾਂ ਦੀਆਂ ਦਾੜੀਆਂ ਲੰਬੀਆਂ ਨਹੀਂ ਲੰਬੀਆਂ, ਪਤਾ ਨਹੀਂ ਕੀ ਕੁਛ ਕਹਿਤਾ, ਜਾਣੀ ਡਿਸਰਿਸਪੈਕਟ। ਅੱਗੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ, ਹੁਣ SGPC ਨੂੰ ਚੈਲੰਜ ਕੀਤਾ। ਉਹ ਚੈਲੰਜ ਉਹਨਾਂ ਨੂੰ ਨਹੀਂ ਕਰ ਰਹੇ, ਉਹ ਚੈਲੰਜ ਸਾਨੂੰ ਕਰ ਰਹੇ। ਉਹ ਦੇਖ ਰਹੇ ਇਹਨਾਂ ਦੀ ਵੀਕਨੈਸ ਆ। ਅਕਾਲ ਤਖਤ ਸਾਹਿਬ ਦਾ ਸਤਿਕਾਰ ਨਹੀਂ ਇਹ ਕਰਦੇ, ਉੱਥੇ ਅਟੈਕ ਕਰੋ, ਜਥੇਦਾਰ ਨੂੰ ਵੱਧ ਘੱਟ ਬੋਲ ਦਿਓ। ਹੁਣ SGPC ਨੂੰ ਅਟੈਕ ਕਰ ਦਿਓ। ਸਾਨੂੰ ਦਿਖਾਉਣ ਦੀ ਲੋੜ ਆ, ਸਾਡੇ 100 ਵਖਰੇਵੇਂ ਹੋ ਸਕਦੇ ਆ ਪਰ ਸਾਡਾ ਪੰਥ ਇਕੱਠਾ ਵਾ। ਉਹ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੋਈ ਵੀ ਸੰਸਥਾ ਬੈਠੀ ਆ ਜਾਂ ਅਕਾਲ ਤਖਤ ਸਾਹਿਬ ਕੋਈ ਵੀ ਜਥੇਦਾਰ ਬੈਠਾ, ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਭਾਵੇਂ ਸਾਡੀਆਂ 100 ਡਿਸਐਗਰੀਮੈਂਟ ਹੋਣ, ਤੁਸੀਂ ਨਹੀਂ ਸਾਡੇ ਤੇ ਥੋਪ ਸਕਦੇ। ਸੇਮ ਵੇ ਇੱਥੇ ਵੀ ਉਹ ਜਿਹੜੀ ਰਾਊਂਡ ਟੇਬਲ ਦੀ ਜਿਹੜੀ ਗੱਲ ਚੱਲਦੀ ਸੀ, ਇਹਨਾਂ ਨੇ ਸਾਨੂੰ ਨਹੀਂ ਪਾਉਣਾ, ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਬਈ ਅਸੀਂ ਕੁਛ ਹੈਲਜੋਲ ਕਰੀਏ ਕਿ ਅਸੀਂ ਟੇਬਲ ਤੇ ਪਹੁੰਚ ਸਕੀਏ। ਅਸੀਂ ਵੀ ਨਹੀਂ ਟਾਈਮ ਕੱਢਦੇ, ਸਾਡੀ ਇਹ ਵੀ ਗੱਲ ਆ। ਅਸੀਂ ਆਪਦੇ ਲੋਕਲ ਲੈਵਲ ਤੇ ਜੋ ਵੀ ਅਸੀਂ ਜਥੇਬੰਦੀਆਂ 'ਚ ਜਾਂ ਗੁਰਦੁਆਰਾ ਸਾਹਿਬਾਂ ਅਸੀਂ ਉੱਥੇ ਕਿ ਜੇ ਸੀਮਤ ਰਹਿ ਜਾਂਦੇ ਆ, ਅਸੀਂ ਉਸ ਦਾਇਰੇ ਤੋਂ ਬਾਹਰ ਨਹੀਂ ਜਾਂਦੇ। ਜਿੰਨੇ ਚਿਰ ਅਸੀਂ ਬਾਹਰ ਨਹੀਂ ਜਾਂਦੇ, ਜਿੰਨੇ ਇੱਕ ਦੋ ਆਪਣੇ MP ਗਏ ਵੀ ਆ, ਉਹ ਇਕੱਲੇ ਵੀ ਕੀ ਕਰ ਸਕਦੇ ਆ। ਪਰ ਇੰਨਾ ਹੀ ਕਹਿੰਦੇ 10 ਸਕੀਮਾਂ ਦਾ ਜੱਜ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਕਦਮ ਕਦਮ ਚੱਲਿਆ ਸਿਰ ਮੱਥੇ, ਤੁਹਾਡਾ ਧੰਨਵਾਦ। FSO ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।